ਤਰਨ ਮੇਰੇ ਵੱਲੋਂ ਤੁਹਾਨੂੰ ਥੈਂਕ ਯੂ। ਤੁਹਾਨੂੰ ਸਾਰੇ ਦਰਸ਼ਕਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਤਰਨ ਮੈਂ ਐਡਮਿੰਟਨ ਆਇਆ ਹਾਂ, ਮੈਨੂੰ ਕੋਈ ਕਬੀਲਦਾਰੀ ਦੇ ਮਾਮਲੇ 'ਚ ਆਉਣਾ ਪੈ ਗਿਆ ਸੀਗਾ। ਸੋ ਅੱਜ ਤਾਂ ਹੀ ਇੱਥੋਂ ਲਾਈਵ ਕਰ ਰਹੇ ਜੀ। ਇੱਥੇ ਮੌਸਮ 20 ਡਿਗਰੀ ਹੈ ਇਸ ਵੇਲੇ। ਰਾਈਟ ਨਾਓ ਟੈਂਪਰੇਚਰ ਇੱਥੇ ਇਸ ਵੇਲੇ ਸ਼ਾਮ ਦੇ 4 ਵਜੇ ਨੇ। ਤੇ ਜਿਹੜਾ ਹੈਗਾ ਆਪਣਾ ਬਰੈਂਪਟਨ ਦਾ, ਮੈਂ ਹੁਣੇ ਦੇਖ ਕੇ ਮੇਰੇ ਖਿਆਲ ਉਹਦੇ ਨਾਲ ਆਪਣੀ ਹਿਊਮਿਡਿਟੀ ਦੇ ਨਾਲ ਅਬਾਊਟ 40 ਡਿਗਰੀਜ਼ ਆ, ਤਕਰੀਬਨ 20 ਡਿਗਰੀਜ਼ ਦਾ ਫਰਕ ਹੈਗਾ ਇੱਥੇ। ਬੜਾ ਸੋਹਣਾ ਮੌਸਮ ਹੈ ਜੀ, ਬੜੀ ਸੋਹਣੀ ਹਵਾ ਵਗਦੀ ਹੈ ਇੱਥੇ। ਆਮ ਠੰਡ ਘੱਟ ਜਾਂਦੀ ਹੈ ਇੱਥੋਂ, ਥੋੜੀ ਦੇਰ ਹੋਈ ਆ ਹਲੇ ਸਨੋ ਪੈਂਦੀ ਹਟੀ ਹੈ। ਮੈਂ ਵਾਈਟ ਕੋਟ 'ਚ ਹਾਂ ਜੀ। ਤੇ ਦੁਬਾਰੇ ਸ਼ੁਰੂ ਫੇਰ ਇਹਨਾਂ ਦੇ ਸਤੰਬਰ ਦੇ ਵਿੱਚ ਅਕਤੂਬਰ 'ਚ ਫੇਰ ਸ਼ੁਰੂ ਹੋ ਜਾਂਦੀ ਹੈ, ਥੋੜਾ ਸਮਾਂ ਹੁੰਦਾ। ਸੋ ਇੱਥੇ ਜਿਹੜਾ ਟੈਂਪਰੇਚਰ ਦਾ ਮੋਸਟਲੀ 20-25 ਦੇ ਨੇੜੇ ਤੇੜੇ ਮਸਾਂ ਜਾਂਦਾ ਜੀ, ਉਦੋਂ ਥੱਲੇ ਹੀ ਰਹਿੰਦਾ ਐਕਚੁਅਲੀ ਟੈਂਪਰੇਚਰ। ਤੇ ਇੰਨਾ ਲੰਬਾ ਸਫ਼ਰ ਕੱਟਣ ਦੇ ਬਾਵਜੂਦ ਤੁਸੀਂ ਅੱਜ ਪ੍ਰੋਗਰਾਮ ਦੇ ਵਿੱਚ ਸਮਾਂ ਕੱਢਿਆ ਤੇ ਦਰਸ਼ਕਾਂ ਦੇ ਰੂਬਰੂ ਹੋਏ ਹੋ, ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਦੇਖੋ ਗੱਲ ਇਹ ਸ਼ੋ ਮਸਟ ਗੋ ਔਨ। ਆਪਣੀ ਕੋਸ਼ਿਸ਼ ਹੈਗੀ ਹੈ ਕਿ ਜਿਹੜੇ ਆਪਣੇ ਦਰਸ਼ਕ ਹੈਗੇ ਆ ਉਹਨਾਂ ਨੂੰ ਡਿਸਪਾਇੰਟ ਨਾ ਕੀਤਾ ਜਾਵੇ। ਕੁਝ ਵੀ ਮੈਂ ਬਿਜ਼ੀ ਬੜਾ ਸੀਗਾ, ਪਰ ਮੈਂ ਕਿਹਾ ਨਹੀਂ, ਆਪਾਂ ਇਹ ਸ਼ੋਅ ਤਾਂ ਜ਼ਰੂਰ ਕਰਨਾ ਹੀ ਹੈਗਾ ਜੀ। ਆਪਾਂ ਫਿਰ ਹਾਜ਼ਰ ਹਾਂ ਜੀ। ਬਿਲਕੁਲ ਜੀ। ਅੱਜ ਜਿਹੜੀਆਂ ਖਬਰਾਂ ਦੇ ਉੱਤੇ ਅਸੀਂ ਗੱਲਬਾਤ ਕਰਨੀ ਹੈ, ਪਹਿਲਾਂ ਉਹਨਾਂ ਖਬਰਾਂ ਦੇ ਵਿੱਚੋਂ ਕੁਝ ਪ੍ਰਮੁੱਖ ਖਬਰਾਂ ਦੇ ਉੱਤੇ ਅਸੀਂ ਝਾਤ ਮਾਰ ਦਈਏ ਜੀ। ਅੱਜ ਜਿਹੜੀਆਂ ਖਬਰਾਂ ਅਸੀਂ ਕਰਨ ਜਾ ਰਹੇ ਹਾਂ ਉਹਦੇ ਵਿੱਚੋਂ ਜੀ ਸਭ ਤੋਂ ਪਹਿਲਾਂ ਜਿਹੜੀਆਂ ਖਬਰਾਂ ਨੇ, ਜਿਵੇਂ ਕੱਲ ਵੀ ਅਸੀਂ ਗੱਲਬਾਤ ਕੀਤੀ ਸੀ ਕਿ ਸਰਬ ਨੂੰ ਲੈ ਕੇ ਜਿਹੜਾ ਆ ਸਰਕਾਰ ਸਖਤ ਹੋ ਗਈ ਹੈ। ਸੋ ਇਸ ਵਕਤ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ, ਜਿਨ੍ਹਾਂ ਉੱਤੇ ਅਸੀਂ ਡਿਸਕਸ਼ਨ ਕਰਨੀ ਆ, ਉਹਨਾਂ ਵਿੱਚੋਂ ਪ੍ਰਮੁੱਖ ਖਬਰਾਂ ਨੇ ਜੀ। CERB ਨੂੰ ਕੈਨੇਡੀਅਨਸ ਨੇ ਮੋੜੇ ਨੇ $190,000। ਉਸ ਤੋਂ ਇਲਾਵਾ ਜੀ CERB ਫਰਾਡ ਬਿੱਲ ਕਿਸੇ ਵੀ ਪਾਰਟੀ ਵੱਲੋਂ ਸਮਰਥਨ ਨਾ ਦੇਣ ਦੇ ਕਰਕੇ ਲਿਬਰਲਸ ਨੂੰ ਕੋਈ ਵੀ ਪਾਰਟੀ ਦਾ ਸਮਰਥਨ ਨਹੀਂ ਮਿਲ ਸਕਿਆ। ਫਲੋਇਡ ਦੀ ਮੌਤ ਦਾ ਗੋਰਿਆਂ ਨੇ ਉਡਾਇਆ ਮਜ਼ਾਕ। ਕਿਸ ਤਰੀਕੇ ਨਾਲ ਮਜ਼ਾਕ ਉਡਾਇਆ, ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਟਰੰਪ ਵੱਲੋਂ ਡਿਪੋਰਟ ਕੀਤੇ ਗਏ ਟੀਨੇਜ ਇਮੀਗ੍ਰੈਂਟ ਤੇ US ਦੀ ਅਦਾਲਤ ਨੇ ਰੋਕ ਲਗਾ ਦਿੱਤੀ ਹੈ। ਨਾਰਥ ਕੋਰੀਆ ਤੇ ਸਾਊਥ ਕੋਰੀਆ ਵਿੱਚ ਬਿਲਕੁਲ ਬੋਲਚਾਲ ਬੰਦ ਹੋ ਚੁੱਕੀ ਹੈ। ਭਾਰਤ ਵਿੱਚ ਇਸ ਵਕਤ ਕਰੋਨਾ ਵਾਇਰਸ ਦਾ ਕੀ ਹਾਲ ਚਾਲ ਹੈ, ਉਹਦੇ ਬਾਰੇ ਗੱਲਬਾਤ ਕਰਾਂਗੇ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਵੀ ਆਪਣਾ ਕਰੋਨਾ ਵਾਇਰਸ ਟੈਸਟ ਕਰਵਾਇਆ, ਉਹਨਾਂ ਨੂੰ ਕੀ ਲੋੜ ਪੈ ਗਈ, ਇਹਦੇ ਬਾਰੇ ਵਿੱਚ ਗੱਲਬਾਤ ਕਰਾਂਗੇ। ਅਮਰੀਕਾ ਦੇ 21 ਰਾਜਾਂ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਜਿਹੜੇ ਆ ਉਹ ਵਧਦੇ ਹੋਏ ਨਜ਼ਰ ਆ ਰਹੇ ਨੇ। ਬਰੈਂਪਟਨ ਵਿੱਚ ਵੀਰਵਾਰ ਤੋਂ ਪਾਰਕ ਜਿਹੜੇ ਆ ਖੁੱਲ ਜਾਣਗੇ ਤੇ ਅਮਰੀਕਾ ਕੈਨੇਡਾ ਬਾਰਡਰ ਹੈ, ਇਹ ਜਿਹੜਾ ਕਹਿ ਰਹੇ ਸੀਗੇ ਕਿ ਸ਼ਾਇਦ ਛੇਤੀ ਖੁੱਲ ਜਾਏਗਾ, ਹੁਣ ਸੁਣਨ ਵਿੱਚ ਆ ਰਿਹਾ ਕਿ ਇਸ ਨੂੰ ਹੋਰ ਜ਼ਿਆਦਾ ਅੱਗੇ ਲੰਬੇ ਸਮੇਂ ਤੱਕ ਬੰਦ ਕੀਤਾ ਜਾ ਸਕਦਾ ਆ। ਸੋ ਇਹਦੇ ਸਾਰੀਆਂ ਗੱਲਾਂ ਉੱਤੇ ਅਸੀਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਜੀ ਗੱਲਬਾਤ ਕਰਦੇ ਹਾਂ ਸਰਬ ਦੀ। ਅਸੀਂ ਕੱਲ ਵੀ ਗੱਲਬਾਤ ਕੀਤੀ ਸੀ ਕਿ ਸਰਕਾਰ ਨੇ ਵੀ ਸਖਤੀ ਦਾ ਰੁਖ ਅਪਣਾਉਂਦਿਆਂ ਹੋਇਆ ਕਿਹਾ ਸੀ ਕਿ ਜੇਕਰ ਕੋਈ ਫਰਾਡ ਕਰਦਾ ਹੋਇਆ ਪਾਇਆ ਜਾਂਦਾ ਤਾਂ ਉਹਨੂੰ ਜੁਰਮਾਨੇ ਦੇ ਨਾਲ ਜੇਲ੍ਹ ਵੀ ਹੋ ਸਕਦੀ ਹੈ। ਪਰ ਹੁਣ ਅਸੀਂ ਸੁਣ ਰਹੇ ਹਾਂ ਕਿ ਕੋਈ ਵੀ ਪਾਰਟੀ ਨੇ ਬਿੱਲ ਦਾ ਸਮਰਥਨ ਨਹੀਂ ਕੀਤਾ। ਤਰਨ ਕੱਲ ਇਉਂ ਲੱਗਦਾ ਸੀਗਾ, ਜਿਹੜੇ ਹਿਸਾਬ 'ਚ ਆਪਾਂ ਪਾਰਟੀ ਜਿਹੜੀ ਰੂਲਿੰਗ ਪਾਰਟੀ ਆ ਲਿਬਰਲਸ ਵੱਲੋਂ ਆਪਾਂ ਜੋ ਕੁਝ ਖਬਰਾਂ ਆ ਰਹੀਆਂ ਸੀ, ਲੱਗਦਾ ਸੀ ਕਿ ਕਿਸੇ ਨਾ ਕਿਸੇ ਤੋਂ ਇਹਨਾਂ ਨੂੰ ਹਮਾਇਤ ਮਿਲ ਜਾਵੇ। ਪਰ ਸਾਰੀ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ, ਸਾਰੀਆਂ ਨੇ ਰਲ ਕੇ ਜੇਲ੍ਹ ਵਾਲੇ ਮੁੱਦੇ ਦੇ ਉੱਤੇ ਬਿਲਕੁਲ ਇਸ ਗੱਲ ਦੇ ਉੱਤੇ ਇਹਨਾਂ ਦਾ ਰਾਜੀਨਾਮਾ ਨਹੀਂ ਹੋਇਆ ਜੀ। ਤੇ ਉਹਦੇ ਨਾਲ ਐਕਚੁਅਲੀ ਇੱਕ ਬਿੱਲ ਦੇ ਵਿੱਚ 2 ਬਿੱਲ ਐਡ ਕੀਤੇ ਹੋਏ ਸੀਗੇ। ਉਹਦੇ ਵਿੱਚ ਜਿਹੜੇ ਸੀਨੀਅਰਸ ਨੂੰ ਵੀ ਪੈਸੇ ਦੇਣੇ ਸੀਗੇ ਉਹ ਵੀ ਇਸ ਬਿੱਲ ਦੇ ਵਿੱਚ ਐਡ ਕੀਤਾ ਸੀਗਾ। ਸੋ ਲਿਬਰਲ ਸਰਕਾਰ ਨੇ ਸੋਚਿਆ ਸੀਗਾ ਕਿ 2 ਬਿੱਲ ਇਕੱਠੇ ਕਰ ਲੈਂਦੇ ਆ, ਹੋ ਸਕਦਾ ਇੱਕ ਬਿੱਲ ਦੂਜੇ ਨੂੰ ਕੈਰੀ ਔਨ ਕਰਕੇ ਲੈ ਜਾਵੇਗਾ, ਕਿਉਂਕਿ ਸੀਨੀਅਰਸ ਦੇ ਵਾਸਤੇ ਸਭ ਨੇ ਵੋਟ ਪਾਉਣੀ ਸੀਗੀ। ਉਸ ਦੇ ਉੱਤੇ ਵੀ ਕਿਸੇ ਦਾ ਸਮਝੌਤਾ ਨਹੀਂ ਹੋ ਸਕਿਆ। ਸੋ ਅੱਜ ਉਹ ਬਿੱਲ ਪਾਸ ਨਹੀਂ ਹੋ ਸਕਿਆ। ਪਰ ਜਿਹੜੇ ਰੋਡਰੀਗਜ਼ ਸਾਹਿਬ ਨੇ, ਜਿਹੜੇ ਲਿਬਰਲ ਪਾਰਟੀ ਦੇ ਨੇਤਾ ਨੇ ਆਪਣੇ ਪਾਰਲੀਮੈਂਟ ਦੇ ਵਿੱਚ, ਉਹਨਾਂ ਨੇ ਇਹ ਬਿਆਨ ਦਿੱਤਾ ਵੀ ਅੱਗੇ ਵੀ ਅਜਿਹੀਆਂ ਗੱਲਾਂ ਹੁੰਦੀਆਂ ਰਹੀਆਂ ਨੇ। ਕਈ ਵਾਰੀ ਐਸੀ ਵੀ ਗੱਲ ਹੋਈ ਹੈ ਕਿ ਰਾਤ ਦੇ 12 ਵਜੇ ਤੋਂ ਪਹਿਲਾਂ ਜਾ ਕੇ ਕੋਈ ਨਾ ਕੋਈ ਰਾਜੀਨਾਮਾ ਹੋ ਜਾਂਦਾ। ਪਰ ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ, ਮੈਨੂੰ ਨਹੀਂ ਲੱਗਦਾ ਕਿ ਇਸ ਮਾਮਲੇ 'ਚ ਕੋਈ ਰਾਜੀਨਾਮਾ ਹੋਏਗਾ। ਤਾਂ ਇਸ ਬਿੱਲ ਦੇ ਵਿੱਚ ਹੋ ਸਕਦਾ ਲਿਬਰਲਸ ਨੂੰ ਕੋਈ ਨਾ ਕੋਈ ਚੇਂਜ ਕਰਨੀ ਪਵੇ, ਖਾਸ ਕਰਕੇ ਜਿਹੜਾ ਜੇਲ੍ਹ ਟਾਈਮ ਹੈਗਾ ਉਹਦੇ ਵਾਸਤੇ ਕੋਈ ਵੀ ਰਾਜ ਨਹੀਂ ਹੈ। ਸੋ ਲਿਬਰਲਸ ਨੂੰ ਇਹਦੇ ਉੱਤੇ ਜ਼ਰੂਰ, ਕਿਉਂਕਿ ਮਾਈਨੋਰਿਟੀ ਗਵਰਨਮੈਂਟ ਆ, ਉਹਨਾਂ ਨੂੰ ਕਿਸੇ ਨਾ ਕਿਸੇ ਇੱਕ ਅੱਧੀ ਪਾਰਟੀ ਦੀ ਸਪੋਰਟ ਚਾਹੀਦੀ ਹੈਗੀ ਆ। ਸਭ ਤੋਂ ਪਹਿਲਾਂ ਨੰਬਰ ਮੇਰੇ ਖਿਆਲ ਆ NDP ਲੈ ਗਈ ਇਹਦੇ ਵਿੱਚ, ਕਿਉਂਕਿ NDP ਦੇ ਸਭ ਤੋਂ ਪਹਿਲਾਂ ਬਿਆਨ ਆਇਆ ਸੀ ਕਿ ਜੇਲ੍ਹ ਟਾਈਮ ਨੂੰ ਉਹ ਮੰਨਦੇ ਨਹੀਂ ਹੈਗੇ। ਜਗਮੀਤ ਸਿੰਘ ਬਾਰੇ ਵੈਸੇ ਉਹਨਾਂ ਦੇ ਸਿਤਾਰੇ ਵਾਸਤੇ ਚੰਗੀ ਗੱਲ ਹੈਗੀ ਆ, ਬਾਕੀ ਦੇਖੋ ਇਹ ਕਿੱਥੇ ਜਾ ਕੇ ਗੱਲ ਮੁੱਕਦੀ ਹੈ। ਬਿਲਕੁਲ ਜੀ। ਤੇ ਸਰ ਨਾਲ ਦੀ ਨਾਲ ਸਰਬ ਦੀ ਗੱਲ ਕਰੀਏ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਵਕਤ ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਜੇਕਰ ਗਲਤੀ ਨਾਲ ਵੀ ਆ ਚੁੱਕੇ ਨੇ ਤਾਂ ਵਾਪਸ ਕਰ ਦੇਵੋ, ਤੇ ਸਰਕਾਰ ਜਿਹੜਾ ਕੋਈ ਵੀ ਇਸ ਦੇ ਅਗੇਂਸਟ ਐਕਸ਼ਨ ਨਹੀਂ ਲਏਗੀ ਜੇ ਤੁਹਾਡੇ ਕੋਲ ਗਲਤੀ ਨਾਲ ਆ ਚੁੱਕੇ ਨੇ। ਸੋ ਹੁਣ ਤੱਕ CRA ਨੇ ਕਿਹਾ ਹੈ ਕਿ ਉਹਨਾਂ ਨੂੰ $190,000 ਜਿਹੜੀ ਆ ਉਹ ਪ੍ਰਾਪਤ ਹੋ ਚੁੱਕੇ ਨੇ, ਜਿਹੜੇ ਸਰਬ ਦੇ ਥਰੂ ਵੰਡੇ ਗਏ ਸੀ। ਠੀਕ ਹੈ ਤਰਨ, ਕਿਉਂਕਿ ਦੇਖੋ ਇਹ ਸਹੀ ਗੱਲ ਹੈ ਕਿ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਬੰਦੇ
ਨੇ ਹੇਰਾਫੇਰੀ ਕੀਤੀ ਹੋਏਗੀ। ਕਈ ਵਾਰੀ ਜਿਹਨੂੰ ਓਨੈਸਟ ਮਿਸਟੇਕ ਕਹਿੰਦੇ ਆ, ਕਈਆਂ ਨੂੰ ਪਤਾ ਨਹੀਂ ਲੱਗਿਆ ਕਿ ਕੀ ਉਹ ਇਸ ਦਾਇਰੇ ਵਿੱਚ ਆਉਂਦੇ ਆ ਜਾਂ ਨਹੀਂ ਆਉਂਦੇ ਹੈਗੇ। ਕਿਉਂ ਜਿਵੇਂ ਜਿਵੇਂ ਪਤਾ ਲੱਗੇਗਾ, ਜਿਵੇਂ ਜਿਵੇਂ ਹੋਰ ਖਬਰਾਂ ਆਏਗੀਆਂ, ਜਿਵੇਂ ਜਿਵੇਂ ਸਰਕਾਰ ਨੇ ਐਜੂਕੇਟਡ ਕੀਤਾ, ਜਿਵੇਂ ਜਿਵੇਂ ਉਹਨਾਂ ਲੋਕਾਂ ਨੇ ਆਪਣੇ ਫਾਈਨੈਂਸ਼ੀਅਲ ਐਡਵਾਈਜ਼ਰਸ ਨੂੰ ਪੁੱਛਿਆ ਤੇ ਉਹਦੇ ਮੁਤਾਬਕ ਬਹੁਤਿਆਂ ਨੂੰ ਇਸ ਗੱਲ ਦੀ ਸਮਝ ਆ ਗਈ ਔਰ ਇਸ ਕਰਕੇ ਉਹਨਾਂ ਨੇ ਪੈਸੇ ਜਿਹੜੇ ਵਾਪਸ ਕਰ ਦਿੱਤੇ ਨੇ। ਪਰ ਜਿਨ੍ਹਾਂ ਨੇ ਪੈਸੇ ਵਾਪਸ ਨਹੀਂ ਕੀਤੇ, ਤਰਨ ਅਜੇ ਵੀ ਉਹਨਾਂ ਕੋਲ ਸਮਾਂ ਹੈਗਾ, ਸਰਕਾਰ ਨੇ ਸਮਾਂ ਦਿੱਤਾ ਹੈ। ਜੇ ਉਹ ਪੈਸੇ ਵਾਪਸ ਕਰ ਦਿੰਦੇ ਆ ਤਾਂ ਉਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ ਜਾਵੇਗਾ। ਪਰ ਜਿਹੜੇ ਮੱਥ ਕੇ ਜਿਨ੍ਹਾਂ ਨੇ ਹੇਰਾਫੇਰੀ ਕੀਤੀ ਆ, ਔਰ ਉਹਦੇ ਵਿੱਚ ਕਈ ਕੇਸਿਸ ਅੱਜ ਦੇ ਦਿਨ ਹੀ 600 ਨਵੇਂ ਕੇਸਿਸ ਦੀ ਰਿਪੋਰਟ ਗਈ ਆ ਤਰਨ CRA ਨੂੰ, ਅਕੋਰਡਿੰਗ ਟੂ CRA। ਤੁਸੀਂ ਇਮੇਜਿਨ ਕਰੋ ਵੀ ਇਸ ਹਿਸਾਬ ਜੋ ਰਿਪੋਰਟਸ ਜਾ ਰਹੀਆਂ ਨੇ ਤਾਂ ਉਹਨਾਂ ਤੇ ਐਕਸ਼ਨ ਤਾਂ ਆਵੇਗਾ ਹੀ ਆਵੇਗਾ। ਇਨ ਦਾ ਮੀਨ ਟਾਈਮ ਕੋਈ ਨਾ ਕੋਈ ਬਿੱਲ ਤਾਂ ਪਾਸ ਹੋਣਾ ਪਾਰਲੀਮੈਂਟ ਦੇ ਵਿੱਚ। ਇਹ ਹੇਰਾਫੇਰੀ ਦੇ ਮਾਮਲੇ ਵਿੱਚ ਬਿੱਲ ਕੋਈ ਨਾ ਕੋਈ ਜ਼ਰੂਰ ਪਾਸ ਹੋਵੇਗਾ, ਕਿਸੇ ਨਾ ਕਿਸੇ ਫਾਰਮ ਦੇ ਵਿੱਚ ਪਾਸ ਹੋਵੇਗਾ। ਇਹ ਲੋਕ ਇਹ ਨਾ ਸਮਝਣ ਕਿ ਇਹ ਜੇ ਅੱਜ ਰਿਜੈਕਟ ਹੋ ਗਿਆ ਬਿੱਲ, ਇਹ ਤੇ ਕੋਈ ਰਾਏਨਾਮਾ ਨਹੀਂ ਹੋ ਸਕਿਆ। ਸਰਕਾਰਾਂ ਦਾ ਰਾਏਨਾਮਾ ਕਿਸੇ ਨਾ ਕਿਸੇ ਪਾਰਟੀ ਨਾਲ ਜ਼ਰੂਰ ਹੋਵੇਗਾ, ਬਿੱਲ ਪਾਸ ਜ਼ਰੂਰ ਹੋਵੇਗਾ। ਇਹ ਜੇ ਸਜ਼ਾ ਨਹੀਂ ਜੇਲ੍ਹ ਦੀ ਹੋਏਗੀ ਤਾਂ ਘੱਟੋ ਘੱਟ ਫਾਈਨੈਂਸ਼ੀਅਲ ਜਿਹੜਾ ਹੈਗਾ, ਜਿਹੜੇ ਹਿਸਾਬ ਤੇ ਸਰਕਾਰ ਨੇ ਇਹ ਪਹਿਲੀ ਗੱਲ ਕੀਤੀ ਸੀ ਕਿ ਫਾਈਨ $5000 ਹਰ ਇੱਕ 2000 ਦੇ ਉੱਤੇ ਤਕਰੀਬਨ ਉਹ ਫਾਈਨ ਵੀ ਬਹੁਤ ਬੜੀ ਵੱਡੀ ਰਕਮ ਹੈ ਜੀ। ਸੋ ਸਰਕਾਰ ਨੇ ਕਿਸੇ ਹਿਸਾਬ ਛੱਡਣਾ ਨਹੀਂ ਹੈ। ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਵੀ ਗਲਤੀ ਨਾਲ ਕੀਤੀ ਆ ਉਹਨਾਂ ਨੂੰ ਕੁਛ ਨਹੀਂ ਹੋਏਗਾ ਜੀ। ਜਿਨ੍ਹਾਂ ਨੇ ਮੱਥ ਕੇ ਕੀਤੀ ਆ ਉਹਨਾਂ ਨੂੰ ਜ਼ਰੂਰ ਇਸ ਚੀਜ਼ ਦਾ ਖਮਿਆਜ਼ਾ ਭੁਗਤਣਾ ਪਵੇਗਾ। ਬਿਲਕੁਲ ਸਰ। ਤੇ US ਕੈਨੇਡਾ ਬਾਰਡਰ ਦੀ ਗੱਲ ਕਰ ਲਈਏ ਤੇ ਕਾਫੀ ਸਮੇਂ ਤੋਂ ਹੁਣ ਬੰਦ ਚੱਲ ਰਿਹਾ ਸੀ। ਇਹ ਵੀ ਕਿਹਾ ਜਾ ਰਿਹਾ ਸੀ ਕਿ ਹੁਣ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਖੋਲ ਦਿੱਤਾ ਜਾਊਗਾ, ਪਰ ਹੁਣ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਉਹ ਇਹ ਹੈ ਕਿ ਸ਼ਾਇਦ ਇਹ ਲੰਬੇ ਸਮੇਂ ਤੱਕ ਹੋਰ ਬੰਦ ਕੀਤਾ ਜਾ ਸਕਦਾ ਆ। ਪਹਿਲਾਂ ਜਦੋਂ ਖੁੱਲਣਾ ਸੀ ਉਦੋਂ ਇਹ ਸੋਚਿਆ ਜਾ ਰਿਹਾ ਸੀ, ਮੈਂ ਤੁਹਾਨੂੰ ਟੋਕ ਰਹੀ ਹਾਂ, ਐਕਸਪੈਕਟੇਸ਼ਨਸ ਵੱਧ ਜਾਂਦੀਆਂ ਨੇ ਕਿਉਂਕਿ ਇਮੀਗ੍ਰੇਸ਼ਨ ਨੂੰ ਲੈ ਕੇ ਕੱਲ ਵੀ ਕਿਹਾ ਜਾ ਰਿਹਾ ਸੀ ਕਿ ਜਿਹੜਾ ਆ ਪਰਿਵਾਰ ਆਪਸ ਦੇ ਵਿੱਚ ਮਿਲ ਸਕਦੇ ਨੇ, ਬਾਰਡਰ ਪਾਰ ਕਰ ਸਕਦੇ ਨੇ। ਪਰ ਹੁਣ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ, ਬਟ ਬਾਕੀ ਕੰਮਾਂ ਲਈ ਬਾਰਡਰ ਨੂੰ ਜਿਹੜਾ ਲੰਬੇ ਸਮੇਂ ਤੱਕ ਜਿਹੜਾ ਬੰਦ ਹੈ ਐਕਸਟੈਂਡ ਕੀਤਾ ਜਾ ਸਕਦਾ ਹੈ। ਤਰਨ ਜਿਹੜਾ ਵਪਾਰ ਵਾਸਤੇ ਆ ਉਹ ਬਾਰਡਰ ਖੁੱਲੇ ਹੈਗੇ ਤੇ ਹੁਣ ਜਿਹੜੀ ਇਮੀਡੀਏਟ ਫੈਮਿਲੀ ਆ ਕੱਲ ਅਲਾਉ ਕੀਤਾ ਹੈ ਫੈਡਰਲ ਸਰਕਾਰ ਨੇ ਤੇ US ਗਵਰਨਮੈਂਟ ਨੇ ਕਿ ਜਿਹੜੇ ਇਮੀਡੀਏਟ ਫੈਮਿਲੀ ਮੈਂਬਰਸ ਹੈਗੇ ਆ ਉਹ ਮਿਲ ਸਕਿਆ ਕਰਨਗੇ। ਪਰ ਮੈਨੂੰ ਉਹ ਲੱਗਦਾ ਸੀਗਾ ਕਿ ਸ਼ਾਇਦ ਇਹ ਗੱਲ ਹੋ ਜਾਵੇ ਕਿ ਜਿਹੜੀ ਐਕਸਟੈਂਡਡ ਫੈਮਿਲੀ ਹੈ ਸ਼ਾਇਦ ਉਹਨੂੰ ਅਲਾਉ ਕਰ ਦਿੱਤਾ ਜਾਵੇ। ਪਰ ਜਿਹੜੇ ਹਾਲਾਤ US ਦੇ ਵਿੱਚ ਹੈਗੇ ਨੇ ਤੇ ਜਿਹੜੀ ਸਾਡੀਆਂ ਸਰਕਾਰਾਂ, ਪ੍ਰੋਵਿੰਸ਼ੀਅਲ ਸਰਕਾਰਾਂ ਨੇ, ਉਹ ਛੇਤੀ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੋਈਆਂ। ਖਾਸ ਕਰਕੇ ਸਾਡਾ ਅੰਟੈਰੀਓ ਦਾ ਬਹੁਤ ਵੱਡਾ ਕੰਮ ਹੈ ਜੀ। ਅੰਟੈਰੀਓ ਇਸ ਗੱਲ ਦੇ ਵਿੱਚ ਅਜੇ ਤੱਕ ਬਿਲਕੁਲ ਵੀ ਰਾਜੀ ਨਹੀਂ ਹੈਗਾ। ਫੋਰਡ ਸਾਹਿਬ ਦਾ ਤਾਂ ਪਹਿਲਾਂ ਦੇ ਸਿੱਧਾ ਜਵਾਬ ਦਿੱਤਾ ਹੈ, ਅਜੇ ਉਹਨਾਂ ਨੇ ਦੁਬਾਰੇ ਇਹਦੇ ਵਿੱਚ ਆਪਦੀ ਇਨਪੁਟ ਨਹੀਂ ਪਾਈ ਹੈ, ਉਹਨਾਂ ਦੇ ਕੁਝ ਵਿਚਾਰ ਨਹੀਂ ਦਿੱਤੇ ਆ। ਪਰ ਉਹਨਾਂ ਦੇ ਜਿਹੜੀ ਪਹਿਲਾ ਸਟੈਂਡ ਉਹਨਾਂ ਦਾ ਜਿਹੜਾ ਸੀਗਾ, ਉਹਦੇ ਤੋਂ ਇਹ ਲੱਗਦਾ ਹੈ ਕਿ ਉਹ ਇੱਕ ਵਾਰੀ ਫੇਰ ਰਿਜੈਕਟ ਕਰਨਗੇ। ਕਿਉਂਕਿ ਅਜੇ ਜਿਹੜੀ ਨਿਊਯਾਰਕ ਸਟੇਟ ਹੈਗੀ ਆ ਉਹਦੀ ਹਾਲਾਤ ਕੋਈ ਬਹੁਤ ਹੀ ਚੰਗੀ ਨਹੀਂ ਹੈਗੀ ਤੇ ਅਸੀਂ ਅੰਟੈਰੀਓ ਨਿਊਯਾਰਕ ਦੇ ਨਾਲ ਲੱਗਦਾ ਤੇ ਅਸੀਂ ਨਹੀਂ ਚਾਹੁੰਦੇ ਕਿ ਉੱਥੋਂ ਦੇ ਕੁਝ ਕੋਵਿਡ ਰਿਲੇਟਡ ਕੇਸਿਸ ਸਾਡੇ ਆਉਣ ਤੇ ਜਿਹੜੇ ਸਾਡੇ ਕੰਟਰੋਲ 'ਚ ਕੇਸਿਸ ਆ ਰਹੇ ਨੇ। ਅੱਜ ਮੇਰੇ ਖਿਆਲ ਤਕਰੀਬਨ 325 ਦੇ ਨੇੜੇ ਤੱਕ ਸ਼ਾਇਦ ਨੰਬਰ ਹੈਗਾ, ਜਿਹੜੇ ਸਾਡੇ ਕੰਟਰੋਲ ਦੇ ਵਿੱਚ ਉਹ ਨੰਬਰ ਆ ਰਿਹਾ ਹੈ, ਉਹ ਫੇਰ ਇੱਕ ਵਾਰੀ ਸਾਡੇ ਹੱਥੋਂ ਬਾਹਰ ਨਿਕਲ ਜਾਵੇ। ਹਜੇ ਤੁਸੀਂ ਸੋਚਣ ਵਾਲੀ ਗੱਲ ਆ ਤਰਨ, ਸਾਡਾ ਜਿਹੜਾ GTA ਦਾ ਏਰੀਆ ਜਿਹਦੇ ਵਿੱਚ ਵੀ ਆਲਮੋਸਟ ਤੀਜੇ ਤੋਂ ਚੌਥਾ ਹਿੱਸਾ ਕੈਨੇਡਾ ਦੀ ਆਬਾਦੀ ਰਹਿੰਦੀ ਹੈ, ਇਸ ਜਿਹੜਾ ਗੋਲਡਨ ਹਾਰਸ ਦਾ ਏਰੀਆ ਹੈਗਾ ਉਹ ਹਜੇ ਖੁੱਲਿਆ ਨਹੀਂ ਹੈਗਾ। ਤੇ ਇਮੈਜਿਨ ਕਰੋ ਫਿਰ ਜੇ ਅਸੀਂ ਇੱਥੇ ਬਾਰਡਰ ਖੋਲ ਦਿੰਦੇ ਆ ਤੇ ਸਾਡੇ ਇੱਥੇ ਦੁਬਾਰੇ ਕੰਮ ਸ਼ੁਰੂ ਹੋ ਜਾਂਦਾ ਤੇ ਸਾਡੀ ਤਾਂ ਇਕਨੋਮੀ, ਜਿਹੜੀ ਕੈਨੇਡੀਅਨ ਇਕਨੋਮੀ ਦਾ ਐਕਚੁਅਲ ਇੰਜਨ ਹੈਗਾ ਉਹ GTA ਹੈ। ਜੇ GTA ਬੰਦ ਰਹਿੰਦਾ ਤਾਂ ਕੈਨੇਡੀਅਨ ਇਕਨੋਮੀ ਨੂੰ ਕਿਕ ਸਟਾਰਟ ਕਰਨ ਵਾਸਤੇ ਹੋਰ ਸਮਾਂ ਲੱਗੇਗਾ ਔਰ ਇਸੇ ਕਰਕੇ ਸ਼ਾਇਦ ਬਾਰਡਰ ਅਜੇ ਨਹੀਂ ਖੁੱਲਿਆ ਜਾ। ਜੀ ਬਿਲਕੁਲ, GTA ਤੇ ਵੀ ਆਵਾਂਗੇ, ਓਨਟਾਰੀਓ ਦੀ ਵੀ ਗੱਲ ਕਰਾਂਗੇ, ਪ੍ਰੀਮੀਅਰ ਮਿਸਟਰ ਫੋਰਡ ਦੀ ਵੀ ਗੱਲ ਕਰਾਂਗੇ। ਪਹਿਲਾਂ ਜੇ ਤੁਸੀਂ ਹੁਣ ਬਾਰਡਰ ਦੀ ਗੱਲ ਕੀਤੀ ਆ, ਕਰੋਨਾ ਵਾਇਰਸ ਦੀ ਗੱਲ ਕੀਤੀ ਆ, ਤਾਂ US ਦੀ ਗੱਲ ਕਰੀਏ, 21 ਸਟੇਟਸ ਦੇ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਵਧੇ ਹੋਏ ਜਿਹੜੇ ਆ ਨਜ਼ਰ ਆਏ ਨੇ। ਖਤਰੇ ਦੀ ਘੰਟੀ ਆ, ਇੱਕ ਪਾਸੇ ਇਲੈਕਸ਼ਨਸ ਨੇ, ਦੂਜੇ ਪਾਸੇ ਸਟੇਟ ਰੀਓਪਨ ਹੋ ਰਹੀਆਂ ਨੇ, ਇਕਨੋਮੀ ਓਪਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਅਜਿਹੇ ਵਿੱਚ 21 ਸਟੇਟਸ ਦੇ ਵਿੱਚ ਕਰੋਨਾ ਵਾਇਰਸ ਦੇ ਜਿਹੜੇ ਆ ਮਾਮਲੇ ਬਹੁਤ ਵੱਧ ਗਏ ਨੇ। ਤਰਨ ਤੁਸੀਂ ਉਹ ਦੇਖੋ ਵੀ ਫਰਕ ਕਿਵੇਂ ਪੈ ਰਿਹਾ। ਅੱਜ ਮੈਂ ਜਦੋਂ ਸਵੇਰੇ ਨਿਊਜ਼ ਦੇਖ ਰਿਹਾ ਸੀਗਾ ਤਾਂ ਮੈਂ ਤਕਰੀਬਨ ਗੱਲ ਕਰ ਰਿਹਾ ਕਿ 8 ਵਜੇ ਦੇ ਨੇੜੇ ਦੀ, ਉਸ ਵੇਲੇ 19 ਸਟੇਟਸ ਦੀ ਸੀਗੀ ਰਿਪੋਰਟ ਵੀ 19 ਸਟੇਟਸ ਦੇ ਵਿੱਚ ਕਰੋਨਾ ਦੇ COVID-19 ਦੇ ਕੇਸਿਸ ਵੱਧ ਰਹੇ ਨੇ। ਪਰ ਹੁਣ ਤੱਕ ਸਵੇਰ ਤੋਂ ਲੈ ਕੇ ਹੁਣ ਤੱਕ ਦੇ ਵਿੱਚ 2 ਸਟੇਟਸ ਹੋਰ ਆ ਗਈਆਂ ਨੇ ਜਿਨ੍ਹਾਂ ਦੇ ਵਿੱਚ ਵੱਧ ਰਹੇ ਤੇ ਔਰ ਇਹਦੇ ਚ ਕਈ ਕਾਰਨ ਹੋ ਸਕਦੇ ਆ। ਤਾਂ ਇੱਕ ਤਾਂ ਜਿਹੜੀ ਆਪਣੇ ਬਹੁਤ ਜ਼ਿਆਦਾ ਪ੍ਰੋਟੈਸਟ ਵਗੈਰਾ ਹੋਏ ਸੀਗੇ, ਇਹਦੇ ਸੋਸ਼ਲ ਡਿਸਟੈਂਸਿੰਗ ਨੈਚੁਰਲੀ ਕਿ ਨਹੀਂ ਰੱਖੀ ਜਾ ਸਕਦੀ। ਹੋ ਸਕਦਾ ਅਜਿਹੇ ਕੇਸਾਂ ਕਰਕੇ ਇਹਨਾਂ ਕਰਕੇ ਵਧਣ ਲੱਗ ਪਏ, ਪਰ ਇਹਦਾ ਹਲੇ ਅਸਰ ਐਕਚੁਅਲੀ ਹਲੇ ਵੀ ਮੇਰੇ ਖਿਆਲ 3 ਜਾਂ 4 ਜਾਂ 5 ਦਿਨਾਂ ਦੇ ਵਿੱਚ ਬਹੁਤਾ ਆਉਣ ਲੱਗੇਗਾ। ਪਰ ਉਦੋਂ ਬਿਨਾਂ ਹੀ ਜਿਹੜੇ ਕੇਸ ਵਧਣ ਲੱਗੇ ਹੋਏ ਨੇ, ਇਹ ਸੱਚੀ ਖਤਰੇ ਦੀ ਘੰਟੀ ਆ ਉੱਥੋਂ ਦੀਆਂ ਸਰਕਾਰਾਂ ਵਾਸਤੇ। ਐਂਡ ਔਨ ਟਾਪ ਆਫ ਦੈਟ ਮਿਸਟਰ ਟਰੰਪ ਵਾਸਤੇ ਉਦੋਂ ਵੀ ਵੱਡੀ ਖਤਰੇ ਦੀ ਘੰਟੀ ਹੈ ਕਿ ਜੇ COVID-19 ਦਾ ਕੋਈ ਸੋਲੂਸ਼ਨ ਨਹੀਂ ਨਿਕਲਦਾ
ਤਾਂ ਟਰੰਪ ਸਾਹਿਬ ਨੂੰ ਆਪਦੀ ਇਲੈਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਨੀ ਪਵੇਗੀ। ਇਹਨਾਂ ਨੂੰ ਸਮਝ ਨਹੀਂ ਆਏਗੀ ਕਿ ਇਹ ਕਿਹੜੇ ਹਿਸਾਬ ਦੇ ਵਿੱਚ ਲੋਕਾਂ ਦੇ ਸਾਹਮਣੇ ਆਪਦੇ ਆਪ ਨੂੰ ਪੇਸ਼ ਕਰਨਗੇ, ਜਦੋਂ ਕਿ ਇਹ ਤਿੰਨਾਂ ਫਰੰਟਸ ਦੇ ਉੱਤੇ ਫੇਲ ਹੋਏ ਪਏ ਨੇ ਜੀ। ਤੁਸੀਂ ਉਹਨਾਂ ਦੀ ਇਲੈਕਸ਼ਨਸ ਦੀ ਗੱਲ ਕੀਤੀ ਆ, ਤਾਂ ਸਰ ਉਹਨਾਂ ਨੇ ਆਪਣੀ ਪੁਰਾਣੀ ਟੀਮ ਨੂੰ ਹੁਣ 2020 ਦੇ ਇਲੈਕਸ਼ਨਸ ਦੇ ਵਿੱਚ ਦੁਬਾਰਾ ਲੈ ਕੇ ਆਂਦਾ ਵਾਪਸ। ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਨੂੰ ਇਹ ਲੱਗ ਰਿਹਾ ਕਿ ਉਹਨਾਂ ਦੀ ਟੀਮ ਕੋਈ ਕਰਿਸ਼ਮਾ ਕਰਕੇ ਦਿਖਾਏਗੀ ਤੇ ਉਹਨਾਂ ਦਾ ਜਿਹੜਾ ਇਸ ਵਕਤ ਗ੍ਰਾਫ ਨੀਚੇ ਜਾ ਰਿਹਾ ਉਹਨੂੰ ਉੱਪਰ ਚੱਕੇਗੀ? ਇੱਕ ਪਰਿਵਾਰਕ ਭਾਈ ਜੀ ਹਿੰਦੀ ਦੇ ਵਿੱਚ ਕਾਠ ਕੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ, ਔਰ ਇਹ ਜ਼ਰੂਰੀ ਨਹੀਂ ਹੈ ਕਿ ਉਹਨਾਂ ਦੀ ਟੀਮ ਜੇ ਪਿਛਲੀ ਵਾਰੀ ਕਾਮਯਾਬ ਹੋ ਗਈ ਸੀ ਤੇ ਇਸ ਵਾਰੀ ਵੀ ਕਾਮਯਾਬ ਹੋ ਜਾਏਗੀ। ਰੀਜ਼ਨ ਇਹ ਹੈ, ਜਦੋਂ ਟਰੰਪ ਸਾਹਿਬ ਆਏ ਸੀਗੇ ਉਹ ਕਲੀਨ ਸਲੇਟ ਨਾਲ ਆਏ ਸੀਗੇ। ਸਿਰਫ ਉਹਨਾਂ ਦੇ ਅਗੇਂਸਟ ਇਹ ਗੱਲ ਸੀ ਕਿ ਉਹ ਅਮੀਰ ਨੇ, ਉਹ ਅਮੀਰੀ ਦੇ ਵਿੱਚ ਰਹੇ ਨੇ। ਇੱਕ ਦੋ ਗੱਲਾਂ ਹੋਰ ਵੀ ਸੀਗੇ ਜਿਹਦੇ ਕੋਲ ਉਹਨਾਂ ਡਰਾਫਟ ਨੂੰ ਬਾਈਪਾਸ ਕੀਤਾ ਸੀਗਾ ਜਦੋਂ ਵੀਅਤਨਾਮ ਵਾਰ ਸੀਗੀ, ਇਹੋ ਜਿਹੀਆਂ ਕਈ ਗੱਲਾਂ ਸੀਗੀਆਂ। ਪਰ ਜੋ ਹੁਣ ਬੈਗੇਜ ਹੈਗਾ ਟਰੰਪ ਸਾਹਿਬ ਦੇ ਅਗੇਂਸਟ, ਇਕਨੋਮੀ ਕੁਝ ਨਹੀਂ ਕਰ ਰਹੀ ਹੈ ਇਸ ਵੇਲੇ, ਕੋਵਿਡ ਹੈਂਡਲ ਨਹੀਂ ਹੋ ਰਿਹਾ, ਬਲੈਕ ਲਾਈਵਸ ਮੈਟਰ ਇੰਨਾ ਵੱਡਾ ਕੰਮ ਸ਼ੁਰੂ ਹੋਇਆ, ਇਹ ਐਡੀਆਂ ਵੱਡੀਆਂ ਨੈਗੇਟਿਵ ਗੱਲਾਂ ਇਹਨਾਂ ਦੇ ਅਗੇਂਸਟ ਹੋਈਆਂ ਨੇ, ਜਿਹੜੀਆਂ ਕਿ ਚਾਹੇ ਇਹਨਾਂ ਦੀ ਪੁਰਾਣੀ ਟੀਮ ਹੋਵੇ ਚਾਹੇ ਨਵੀਂ ਟੀਮ ਹੋਵੇ ਉਹਨਾਂ ਨੂੰ, ਔਰ ਟਰਨ ਅਰਾਊਂਡ ਟਾਈਮ ਬਹੁਤ ਥੋੜਾ ਨਵੰਬਰ ਦੇ ਵਿੱਚ ਹੈ ਜੀ, ਬਹੁਤ ਘੱਟ ਟਾਈਮ ਹੈ, ਬੜਾ ਥੋੜੇ ਮਹੀਨੇ ਰਹਿੰਦੇ ਨੇ। ਇੰਨੀ ਦੇਰ ਦੇ ਵਿੱਚ ਜੇ ਕਿਤੇ ਟੀਮ ਟਰਨ ਅਰਾਊਂਡ ਕਰ ਜਾਂਦੀ ਹੈ ਤਾਂ ਇਟਸ ਗੋਇੰ ਟੂ ਬੀ ਅ ਮਿਰੇਕਲ, ਇਟਸ ਨਾਟ ਗੋਇੰ ਟੂ ਬੀ ਈਜ਼ੀ। ਹਾਂ, ਇਹ ਵੀ ਹੋ ਸਕਦਾ ਹੈ ਕਿ ਜਿਹੜੇ ਡੈਮੋਕ੍ਰੈਟਿਕ ਕੈਂਡੀਡੇਟ ਹੋਣਗੇ ਜੋ ਬਾਈਡਨ ਸਾਹਿਬ, ਅਜੇ ਉਹੀ ਹੋਣਗੇ, ਅਜੇ ਉਹਨਾਂ ਨੂੰ ਨੋਮੀਨੇਟ ਆਫੀਸ਼ੀਅਲੀ ਨਹੀਂ ਕੀਤਾ ਗਿਆ, ਉਹ ਹੋ ਸਕਦਾ ਕੋਈ ਗਲਤੀ ਕਰ ਜਾਣ, ਡੈਮੋਕ੍ਰੈਟਿਕ ਪਾਰਟੀ ਕੋਈ ਗਲਤੀ ਕਰ ਜਾਵੇ। ਸੋ ਦੇयर ਸੋ ਮੈਨੀ ਸਲਿਪਸ ਬਿਟਵੀਨ ਕੱਪ ਐਂਡ ਦ ਲਿਪਸ। ਜਦ ਤੱਕ ਵੋਟ ਬੈਂਕ ਦੇ ਵਿੱਚ ਵੋਟ ਨਹੀਂ ਨਿਕਲਦੀ ਡੱਬੇ ਦੇ ਵਿੱਚ, ਉਦੋਂ ਤੱਕ ਪਤਾ ਨਹੀਂ ਲੱਗੇਗਾ। ਪਰ ਜਿਹੜੇ ਹਾਲਾਤ ਇਸ ਵੇਲੇ ਨੇ, ਜੇ ਅੱਜ ਦੇ ਹਾਲਾਤਾਂ ਦੇ ਵੋਟ ਪੈਂਦੀ ਹੈ ਤਾਂ ਟਰੰਪ ਸਾਹਿਬ ਬਾਈਡਨ ਨਾਲੋਂ ਬਹੁਤ ਪਿੱਛੇ ਨੇ ਜੀ। ਸਰ ਅਸੀਂ ਗੱਲ ਕਰੀਏ ਜਾਰਜ ਫਲੋਇਡ ਦੀ, ਕੱਲ ਉਹਨਾਂ ਦਾ ਆਖਰੀ ਰਸਮਾਂ ਹੋ ਕੇ ਹਟੀਆਂ ਨੇ, ਬਹੁਤ ਵੱਡਾ ਲੋਕਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ, ਵੱਡਾ ਹੁਜੂਮ ਇਕੱਠਾ ਹੋਇਆ, ਸੜਕਾਂ ਦੇ ਉੱਤੇ ਪ੍ਰੋਟੈਸਟ ਲਗਾਤਾਰ ਹੋ ਰਹੇ ਨੇ ਉਹਨਾਂ ਦੀ ਮੌਤ ਤੋਂ ਬਾਅਦ ਤੋਂ, ਜਦੋਂ ਤੋਂ ਵੀਡੀਓ ਉਹਨਾਂ ਦੀ ਵਾਇਰਲ ਹੋਈ ਆ। ਸਿਰਫ ਇਹ ਨਹੀਂ ਕਿ ਯੂਐਸ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ, ਪੂਰੀ ਦੁਨੀਆ ਵਿੱਚ ਪ੍ਰੋਟੈਸਟ ਹੋਣੇ ਸ਼ੁਰੂ ਹੋ ਚੁੱਕੇ ਨੇ, ਬਲੈਕ ਕਮਿਊਨਿਟੀ ਨੂੰ ਲੈ ਕੇ ਹੈਸ਼ਟੈਗਸ ਸ਼ੁਰੂ ਹੋ ਚੁੱਕੇ ਨੇ। ਬਟ ਅਮਰੀਕਾ ਦੀ ਗੱਲ ਕਰੀਏ ਤਾਂ ਉੱਥੇ ਹਜੇ ਵੀ ਜੋ ਵਰਤਾਓ ਹੈਗਾ ਉਹ ਦੇਖ ਕੇ ਸਹੀ ਨਹੀਂ ਲੱਗ ਰਿਹਾ। ਕੱਲ ਜਦੋਂ ਸਾਰੇ ਜਣੇ ਨਿਕਲ ਰਹੇ ਸੀ, ਪ੍ਰੋਟੈਸਟ ਕਰ ਰਹੇ ਸੀ, ਬਹੁਤ ਹੀ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਹੋ ਰਿਹਾ ਸੀ, ਉੱਥੇ ਕੁਝ ਗੋਰੇ ਪਿੱਛੇ ਉਹਨਾਂ ਨੇ ਅਮਰੀਕਾ ਦਾ ਫਲੈਗ ਲਗਾਇਆ ਹੋਇਆ ਤੇ ਉਸ ਸੀਨ ਨੂੰ ਦੁਬਾਰਾ ਰੀਕ੍ਰੀਏਟ ਕਰਕੇ ਟੌਂਟਿੰਗ ਵੇ ਨਾਲ ਉਸ ਭੀੜ ਵੱਲ ਇਸ਼ਾਰੇਬਾਜ਼ੀ ਕੀਤੀ ਜਾ ਰਹੀ ਸੀ। ਬਿਲਕੁਲ ਜੀ, ਉਹਨਾਂ ਨੇ ਇੱਕ ਬੰਦਾ ਥੱਲੇ ਪਿਆ ਜੀ, ਉਹਦੀ ਗਰਦਨ ਤੇ ਇੱਕ ਨੇ ਗੋਡਾ ਰੱਖਿਆ ਹੋਇਆ, ਔਰ ਉਹ ਭੀੜ ਨੂੰ ਟੌਂਟ ਕਰ ਰਹੇ ਨੇ, ਔਰ ਉਹਦੇ ਚ ਉਹ ਨਾਲ ਕਹਿ ਰਹੇ ਨੇ all lives matter। ਜੇ ਉਧਰ ਦੂਜੇ ਪਾਸੇ ਮੁੱਦਾ ਨਾ ਬਲੈਕ ਲਾਈਵਸ ਮੈਟਰ, ਕਹਿੰਦੇ all lives matter, on top of that they said white lives matter। ਇਹ ਕੁਝ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ, ਜਿਹੜੇ ਫੈਨੈਟਿਕਸ ਨੇ ਸਾਰੀ ਦੁਨੀਆ ਵਿੱਚ ਹੀ ਨੇ। ਮੈਂ ਥੋੜੀ ਜਿਹੀ ਗੱਲ ਇੰਡੀਆ ਦੀ ਕਰਾਂਗਾ, ਬਿਲਕੁਲ ਉਵੇਂ ਜਿਵੇਂ ਉੱਥੇ ਕੁਝ ਜਥੇਬੰਦੀਆਂ ਇਹ ਕਹਿੰਦੀਆਂ ਨੇ ਕਿ ਹਿੰਦੂ ਤਾਂ ਖਤਰੇ 'ਚ, ਜਿਹੜੇ ਕਿ ਮੈਜੋਰਿਟੀ ਵਿੱਚ ਨੇ। ਇੱਥੇ ਯੂਐਸ ਦੇ ਵਿੱਚ ਐਗਜ਼ੈਕਟਲੀ ਗੋਰੇ ਮੈਜੋਰਿਟੀ ਵਿੱਚ ਨੇ, ਤੇ ਉਹ ਜੇ ਅਜਿਹੀਆਂ ਗੱਲਾਂ ਕਰਨ, ਇਹ ਸੋਭਦੀਆਂ ਨਹੀਂ ਹਨ। ਪਰ ਇਹ ਨਿਓ ਨਾਜ਼ੀਪੁਣਾ ਇਹੋ ਜਿਹਾ ਕੁਝ ਕਿਉਂ ਹੋ ਰਿਹਾ, ਇਹ ਲੀਡਰਸ਼ਿਪ ਤੇ ਬਹੁਤ ਵੱਡੀ ਗੱਲ ਹੈਗੀ। ਜੋ ਪੈਟਰੋਲ ਪੀ ਕੇ ਟਰੰਪ ਸਾਹਿਬ ਗੱਲਾਂ ਕਰਦੇ ਨੇ, ਉਹ ਨਿਰੀ ਅੱਗ ਉਗਲਦੇ ਨੇ। ਐਕਚੁਅਲੀ ਉਹ ਜਿਹੀ ਚੀਜ਼ ਦੇ ਨਾਲ ਜਿਹੜੇ ਅਜਿਹੇ ਵਿਚਾਰਧਾਰਾ ਵਾਲੇ ਲੋਕ ਹੁੰਦੇ ਨੇ ਉਹਨਾਂ ਦੇ ਉੱਤੇ ਅਸਰ ਹੋਣਾ ਜ਼ਰੂਰੀ ਹੈ। ਉਹਨਾਂ ਨੂੰ ਪਤਾ ਕਿ ਸਾਡਾ ਲੀਡਰ ਇਹੋ ਜਿਹੀਆਂ ਗੱਲਾਂ ਕਰ ਰਿਹਾ, ਔਰ ਇਸੇ ਕਰਕੇ ਅਦਰਵਾਈਜ਼ ਸ਼ਰੇਆਮ ਅਜਿਹੀ ਗੱਲ ਕਰਨੀ ਕੋਈ ਹਿੰਮਤ ਨਹੀਂ ਕਰ ਸਕਦਾ। ਪਰ ਕਿਉਂਕਿ ਜਿਹੜੀ ਲੀਡਰਸ਼ਿਪ ਹੈ, ਮੈਂ ਇਹ ਸਮਝਦਾ ਕਿ ਲੀਡਰਸ਼ਿਪ ਇਸ ਮਾਮਲੇ 'ਚ ਫੇਲ ਹੋਈ ਆ। ਇਸ ਚੀਜ਼ ਨੂੰ ਦਬਾਉਣ ਦੀ ਥਾਂ ਤੇ, ਇਸ ਚੀਜ਼ ਨੂੰ ਸੁਲਝਾਉਣ ਦੀ ਥਾਂ ਤੇ, ਇਸ ਚੀਜ਼ ਦੇ ਬਾਰੇ ਕੋਈ ਹੋਰ ਇਹਦੇ ਬੈਟਰਮੈਂਟ ਕਰਨ ਵਾਸਤੇ ਬਿਲਕੁਲ ਫੇਲ ਹੋਈ ਆ। ਔਰ ਉਹਦੇ ਵਿੱਚ ਇਸੇ ਕਰਕੇ ਅਜਿਹੇ ਜਿਹੜੇ ਆਨਸਰ ਨੇ ਉਹ ਜ਼ਿਆਦਾ ਜ਼ੋਰ ਫੜ ਰਹੇ ਨੇ, ਜਿਹੜਾ ਕਿ ਅਮਰੀਕਾ ਵਾਸਤੇ ਬਹੁਤ ਹੀ ਵਧੀਆ ਗੱਲ ਨਹੀਂ ਹੈ। 71% ਅਮਰੀਕਨਸ ਨੇ ਇਹ ਗੱਲ ਸਵੀਕਾਰੀ ਹੈ ਕਿ ਉੱਥੇ ਰੇਸਿਜ਼ਮ ਚੱਲਦਾ ਪਿਆ ਤੇ ਇਹ ਇੱਕ ਸਮੱਸਿਆ ਬਣ ਚੁੱਕਿਆ ਅੱਜ ਦੇ ਸਮੇਂ ਦੇ ਵਿੱਚ ਅਮਰੀਕਾ ਦੇ ਵਿੱਚ। ਤਰਨ, ਇਸੇ ਕਰਕੇ ਟਰੰਪ ਸਾਹਿਬ ਨੂੰ ਪ੍ਰੋਬਲਮ ਆ ਰਹੀ ਹੈ। ਜਦੋਂ ਇੰਨੀ ਵੱਡੀ, ਦੇਖੋ ਇਟ ਮੀਨਸ 71 ਹੈ, 29% ਐਸੇ ਲੋਕੀ ਨੇ ਜਿਨ੍ਹਾਂ ਦੀ ਸੋਚਣੀ ਦੂਸਰੇ ਹਿਸਾਬ ਦੇ ਵਿੱਚ ਹੈ, ਲੈਸ ਦੈਨ 30%। ਤੀਜਾ ਹਿੱਸਾ ਲੋਕ ਉਹਨਾਂ ਦੀ ਇਹ ਸੋਚਣੀ ਹੈਗੀ ਹੈ, ਪਰ ਫਿਰ ਵੀ ਬੜਾ ਵੱਡਾ ਨੰਬਰ ਹੈਗਾ। ਪਰ ਜੇ 71% ਬਹੁਤ ਵੱਡਾ ਨੰਬਰ ਵੀ ਹੈ, ਜੇ ਇਹ ਲੋਕ ਸੋਚਦੇ ਨੇ ਕਿ ਹਾਂ ਰੇਸਿਜ਼ਮ ਹੈਗਾ, ਐਕਸੈਪਟ ਕਰ ਰਹੇ ਨੇ, ਤਾਂ ਇਹਦੇ ਨਾਲ ਚੇਂਜਸ ਜ਼ਰੂਰ ਆਉਣਗੀਆਂ, ਔਰ ਕਈਆਂ ਥਾਵਾਂ ਤੇ ਆਉਣ ਲੱਗ ਪਏ ਨੇ। ਜਿਵੇਂ ਆਪਾਂ ਕੱਲ ਹੀ ਮਿਨੀਐਪੋਲਿਸ ਤੇ ਪੁਲਿਸ ਡਿਪਾਰਟਮੈਂਟ ਦੀ ਗੱਲ ਕੀਤੀ ਸੀਗੀ ਕਿ ਉਹਨੂੰ ਡਿਸਮੈਂਟਲ ਕਰਨ ਦੀ ਗੱਲ ਹੋ ਰਹੀ ਹੈ, ਇਕੱਲੀ ਉੱਥੋਂ ਦੀ ਨਹੀਂ, ਹੋਰਾਂ ਥਾਵਾਂ ਤੇ ਵੀ ਹੋ ਰਹੀ ਆ। ਔਰ ਇਹਦੇ ਨਾਲ ਨਾਲ ਕਈ ਥਾਵਾਂ ਤੇ ਜਿਹੜੇ ਕਾਲੀ ਕਮਿਊਨਿਟੀ ਦੇ ਨਾਲ, ਬਲੈਕ ਕਮਿਊਨਿਟੀ ਦੇ ਨਾਲ ਜਿਹੜੇ ਲੋਕ ਸੰਬੰਧਿਤ ਨੇ,
ਉਹਨਾਂ ਨੂੰ ਕਈਆਂ ਥਾਵਾਂ ਤੇ ਕਾਲਿਆਂ ਨਾਲ ਰਿਪਲੇਸ ਵੀ ਕੀਤਾ ਗਿਆ ਆਲਰੇਡੀ, ਜਿਸ ਸਟਾਰਟ ਟੂ ਹੈਪਨ। ਸੋ ਇਹ ਜਿਹੀਆਂ ਚੀਜ਼ਾਂ ਦਾ ਅਸਰ ਹੋ ਰਿਹਾ ਔਰ ਹੋਵੇਗਾ ਵੀ, ਪਰ ਕਈ ਗੱਲ ਇਹ ਕਈਆਂ ਪਿਛਲੇ ਸੈਂਕੜੇ ਸਾਲ ਤੋਂ ਇਹ ਗੱਲ ਚੱਲ ਰਹੀ ਆ। ਹਾਂ, ਹੁਣ ਬਾਹਰ ਆ ਗਈ ਹੈ, ਵੀਡੀਓ ਬਣਨ ਲੱਗ ਪਈਆਂ ਨੇ, ਅੱਗੇ ਨਾਲੋਂ ਫਰਕ ਪੈ ਰਿਹਾ। ਜਿਹੜੀ ਬਲੈਕ ਕਮਿਊਨਿਟੀ ਅੱਗੇ ਨਾਲੋਂ ਤਰੱਕੀ ਕਰ ਰਹੀ ਹੈ, ਈਵਨ ਪ੍ਰੈਜ਼ੀਡੈਂਟ ਵੀ ਬਣ ਚੁੱਕਿਆ ਹੈਗਾ। ਹੋਪਫੁਲੀ ਜਿਹੜੀਆਂ ਥੋੜੀਆਂ ਬਹੁਤੀਆਂ ਐਸੀਆਂ ਗੱਲਾਂ ਹੋ ਰਹੀਆਂ ਨੇ ਕਿਤੇ ਨਾ ਕਿਤੇ ਹੁੰਦੀਆਂ ਨੇ, ਇਹ ਆਸ ਕਰਦੇ ਆ ਕਿ ਆਉਣ ਵਾਲੇ ਮੇਰੇ ਹਜੇ ਵੀ ਤੁਹਾਨੂੰ ਇਸ ਨੂੰ ਟੇਕ ਮੇਬੀ ਅ ਸੈਂਚਰੀ ਔਰ ਸੋ, ਟੇਕ ਅ ਕਪਲ ਜਨਰੇਸ਼ਨਸ ਟੂ ਚੇਂਜ ਇਟ। ਹਲੇ ਵੀ ਮੈਨੂੰ ਇਉਂ ਲੱਗਦਾ, ਪਰ ਫਿਰ ਵੀ ਆਈ ਹੋਪ ਸਾਰੇ ਲੋਕ ਸਿੱਧੇ ਰਾਹ ਵੱਲ ਨੂੰ ਚੱਲ ਰਹੇ ਨੇ, ਇਸ ਪਾਸੇ ਨੂੰ ਚੱਲ ਰਹੇ ਨੇ ਕਿ ਕਿਸੇ ਨਾ ਕਿਸੇ ਹਿਸਾਬ ਦੇ ਵਿੱਚ ਜਿਹੜਾ ਇਹ ਰੇਸ਼ੀਅਲ ਸਿਸਟਮੈਟਿਕ ਡਿਸਕ੍ਰਿਮੀਨੇਸ਼ਨ ਆ, ਇਸ ਨੂੰ ਅਖੀਰ ਖਤਮ ਕੀਤਾ ਜਾਵੇ। ਕਹਿੰਦੇ ਨੇ ਕਿ ਭੀੜ ਦੀ ਕੋਈ ਸ਼ਕਲ ਨਹੀਂ ਹੁੰਦੀ, ਪਰ ਇਹ ਵੀ ਮੰਨਣਾ ਪਏਗਾ ਕਿ ਭੀੜ ਦੀ ਕੋਈ ਦਿਸ਼ਾ ਵੀ ਨਹੀਂ ਹੁੰਦੀ, ਕਿਉਂਕਿ ਇਸ ਵਕਤ ਜਿਵੇਂ ਪ੍ਰੋਟੈਸਟ ਹੋ ਰਹੇ ਸੀ, ਇੱਕ ਸ਼ਾਂਤਮਈ ਢੰਗ ਨਾਲ ਸ਼ੁਰੂ ਹੋਏ ਸੀ ਤੇ ਉਸ ਤੋਂ ਬਾਅਦ ਪੁਲਿਸ ਵਾਲਿਆਂ ਦੇ ਉੱਤੇ ਵੀ ਲੱਗ ਚੁੱਕੇ ਆ ਜੋ ਦੋਸ਼ ਲਗਾਏ ਜਾ ਰਹੇ ਸੀ ਕਿ ਉਹਨਾਂ ਦੇ ਉੱਤੇ ਜਿਹੜੇ ਆ 2nd ਡਿਗਰੀ ਮਰਡਰ ਜਾਂ ਫਿਰ 3rd ਡਿਗਰੀ ਮਰਡਰ ਦੇ ਚਾਰजेस ਲਗਾਏ ਜਾਣ, 4th ਨਾ ਲਗਾਏ ਜਾਣ। ਸੋ ਦੋਸ਼ ਵੀ ਜਿਹੜੇ ਆ ਉਹਨਾਂ ਦੇ ਉੱਤੇ ਐਕਸਟੈਂਡ ਕਰ ਦਿੱਤੇ ਗਏ, ਵਧਾ ਦਿੱਤੇ ਗਏ ਉਹਨਾਂ ਦੇ ਦੋਸ਼। ਤੇ ਇਸ ਦੇ ਬਾਵਜੂਦ ਜਿਹੜੀ ਆ ਪ੍ਰੋਟੈਸਟ ਨਹੀਂ ਹਜੇ ਰੁਕ ਰਹੇ। ਸਾਰੇ ਪ੍ਰੋਟੈਸਟ ਵੀ ਥੋੜੇ ਹਿੰਸਕ ਹੋ ਚੁੱਕੇ ਸੀ, ਕਿਤੇ ਸ਼ਾਪਿੰਗ ਮਾਲਸ ਦੇ ਵਿੱਚ ਲੁੱਟ ਖਸੁੱਟ ਹੋ ਰਹੀ ਸੀ ਤਾਂ ਉੱਥੇ ਹੀ ਬੁੱਤ ਤੱਕ ਤੋੜਨ ਤੱਕ ਆ ਚੁੱਕੇ ਸੀ। ਮਹਾਤਮਾ ਗਾਂਧੀ ਦਾ ਬੁੱਤ ਜੇਕਰ US ਦੇ ਵਿੱਚ ਤੋੜਿਆ ਗਿਆ ਤਾਂ ਉੱਥੇ UK ਦੇ ਵਿੱਚ ਵੀ ਬੁੱਤ ਤੋੜੇ ਗਏ ਨੇ। ਹੁਣ ਇਹ ਕਿਤੇ ਨਾ ਕਿਤੇ ਸਟੈਚੂ ਰਿਮੂਵਲ ਦਾ ਮੈਟਰ ਜਿਹੜਾ ਹਰ ਮੁਲਕ ਵਿੱਚ ਉੱਠਣਾ ਸ਼ੁਰੂ ਹੋ ਚੁੱਕਿਆ ਹੈ। ਤਾਂ ਤੁਸੀਂ ਸਹੀ ਗੱਲ ਕਹੀ ਹੈ, ਤੁਸੀਂ 2 ਕੰਟਰੀਜ਼ ਦਾ ਗਣਾਤੇ ਨੇ, 2 ਇੰਸੀਡੈਂਟ ਗਣਾਤੇ ਨੇ। ਆਪਾਂ ਜਿਹੜੀ ਇੰਗਲੈਂਡ ਦੀ ਗੱਲ ਹੋਈ ਹੈ, ਇੰਗਲੈਂਡ ਦੇ ਵਿੱਚ ਉਹ ਬੁੱਤ ਸੀਗਾ ਜੀ, ਸਲੇਵ ਟ੍ਰੇਡਰ ਸੀਗਾ। ਔਰ ਉਹ ਕਿਉਂਕਿ ਉਸ ਵੇਲੇ ਉਹਨੇ ਆਪਦੇ ਕੰਟਰੀ ਵਾਸਤੇ ਕੰਮ ਚੰਗਾ ਕੀਤਾ ਹੋਏਗਾ, ਉਹਦੇ ਬੁੱਤ ਬਣੇ ਹੋਏ ਲੱਗੇ ਹੋਏ ਨੇ, ਪਰ ਲੋਕਾਂ ਨੇ ਹੁਣ ਉਹ ਗੱਲਾਂ ਗਲਤ ਲੱਗਦੀਆਂ ਨੇ, ਲੋਕਾਂ ਨੇ ਉਹ ਬੁੱਤ ਢਾਤਾ, ਉਹਨੂੰ ਪਾਣੀ ਦੇ ਵਿੱਚ ਸਿੱਟਤਾ, ਦਰਿਆ ਦੇ ਵਿੱਚ ਜਾ ਕੇ ਸਿੱਟ ਦਿੱਤਾ। ਇਕੱਲੀ ਉੱਥੇ ਗੱਲ ਨਹੀਂ ਹੋਈ ਜੀ, ਆਪਣੇ ਕੈਨੇਡਾ ਦੇ ਵਿੱਚ ਇਹ ਗੱਲ ਆਲਰੇਡੀ ਸ਼ੁਰੂ ਹੋ ਚੁੱਕੀ ਹੈ ਕਿ ਜਿਹੜੇ ਇੱਥੇ ਵੀ ਬੁੱਤ ਲੱਗੇ ਹੋਏ ਨੇ, ਆਪਣੇ ਪਹਿਲਾਂ ਇੱਕ ਬੁੱਤ ਹਟਾਇਆ ਵੀ ਗਿਆ ਸੀਗਾ, ਉਹ ਜਿਹੜੇ ਬੁੱਤ ਲੱਗੇ ਨੇ ਉਹਨਾਂ ਨੂੰ ਹਟਾਇਆ ਜਾਣਾ ਚਾਹੀਦਾ। ਇਹ ਜਿਹੜੀ ਆਵਾਜ਼ ਹੈ ਇਹ ਅੱਗੇ ਨਾਲੋਂ ਜ਼ੋਰ ਫੜਨ ਲੱਗ ਪਈ ਹੈ। ਈਵਨ ਨਿਊਜ਼ੀਲੈਂਡ ਦੇ ਵਿੱਚ ਅੱਜ ਦੀ ਇਹ ਗੱਲ ਦੱਸ ਰਿਹਾ ਆਪਾਂ, ਕਿਉਂਕਿ ਆਪਾਂ ਆਮ ਨਿਊਜ਼ੀਲੈਂਡ ਨੂੰ ਕਵਰ ਕਰਦੇ ਹਾਂ, ਉੱਥੇ ਵੀ ਇਹ ਗੱਲ ਸ਼ੁਰੂ ਹੋ ਚੁੱਕੀ ਹੈ ਕਿ ਉੱਥੇ ਕਈ ਐਸੇ ਬੁੱਤ ਲੱਗੇ ਹੋਏ ਨੇ ਔਰ ਉਹਨਾਂ ਚੋਂ ਕਈ ਬੁੱਤ ਐਸੇ ਨੇ ਉਹ ਕਦੇ ਨਿਊਜ਼ੀਲੈਂਡ 'ਚ ਗਏ ਵੀ ਹੈ ਨਹੀਂ ਸੀਗੇ, ਪਰ ਉਹ ਸਲੇਵ ਟ੍ਰੇਡਰ ਸੀਗੇ। ਉਹਨਾਂ ਦੇ ਉਸ ਮੁਤਾਬਕ ਉਹਨਾਂ ਦੀ ਗੱਲ ਸ਼ੁਰੂ ਹੋ ਗਈ ਹੈ ਕਿ ਉਹ ਬੁੱਤ ਹਟਾਉਣੇ ਚਾਹੀਦੇ ਆ। ਔਰ ਸਰਟਨ ਏਰੀਆ ਇੱਕ ਐਸਾ ਹੈਗਾ ਤਰਨ ਨਿਊਜ਼ੀਲੈਂਡ ਦੇ ਵਿੱਚ ਕਿ ਜਿੱਥੇ ਪੈਟਰਨ ਬਣਾਇਆ ਗਿਆ, ਉੱਥੋਂ ਦਾ ਜਿਹੜਾ ਗ੍ਰਿਡ ਸਿਸਟਮ ਹੈ ਨਾ ਸਿਟੀ ਦਾ, ਉਹ ਬਿਲਕੁਲ ਜਿਹੜਾ ਇੰਗਲੈਂਡ ਦਾ ਝੰਡਾ ਉਹਦੇ ਬੇਸ ਦੇ ਉੱਤੇ ਬਣਿਆ ਹੈ। ਔਰ ਲੋਕਾਂ ਨੂੰ ਇਸ ਗੱਲ ਦਾ ਵੀ ਇਤਰਾਜ਼ ਹੈਗਾ ਕਿਉਂਕਿ ਹੁਣ ਹਰ ਥਾਂ ਤੇ ਤੂਰ ਫੜਨ ਲੱਗੀ ਹੈ ਔਰ ਹੋ ਸਕਦਾ ਇਹ ਗੱਲ ਛੇਤੀ ਰੁਕਣੀ ਨਹੀਂ ਹੈ। ਹੁਣ ਜਿਹੜੇ ਬੁੱਤਾਂ ਨੂੰ ਹਟਾਉਣ ਵਾਲਾ ਗੱਲ ਹੋਇਆ ਜਾਂ ਜਿਹੜੇ ਮੇਅਰ ਸਾਹਿਬ ਨੇ ਉੱਥੋਂ ਦੇ ਲੰਡਨ ਦੇ ਇੰਗਲੈਂਡ ਦੇ ਵਿੱਚ, ਉਹਨਾਂ ਨੇ ਜਿੰਨੀਆਂ ਸਟਰੀਟਸ ਦੇ ਨਾਂ ਰੱਖੇ ਗਏ ਨੇ ਜਿਹੜੇ ਕੰਟਰੋਵਰਸ਼ੀਅਲ ਨੇਮਸ ਨੇ, ਉਹਨਾਂ ਨੂੰ ਜਾਂਚ ਕਰਨ ਵਾਸਤੇ ਵੀ ਉੱਥੇ ਕਮੇਟੀ ਬਿਠਾ ਦਿੱਤੀ ਹੈ। ਔਰ ਜੇ ਕਮੇਟੀਆਂ ਬੈਠਣ ਲੱਗ ਪਈਆਂ ਨੇ ਉਹਨਾਂ ਦਾ ਅਸਰ ਜ਼ਰੂਰ ਹੋਏਗਾ ਤੇ ਹੋ ਸਕਦਾ ਐਸੇ ਬਹੁਤ ਸਾਰੇ ਨਾਂ, ਬਹੁਤ ਸਾਰੇ ਬੁੱਤ ਰਿਮੂਵ ਕੀਤੇ ਜਾਣ, ਕਈਆਂ ਸਟਰੀਟਸ ਦੇ ਨੇਮ ਵੀ ਚੇਂਜ ਹੋ ਜਾਣ। ਅਮਰੀਕਾ ਦੇ ਸਭ ਤੋਂ ਵੱਡੇ ਮਾਲਸ ਦੇ ਵਿੱਚੋਂ ਇੱਕ ਮਾਲ ਆਫ ਅਮਰੀਕਾ 3 ਮਹੀਨੇ ਬਾਅਦ ਦੁਬਾਰਾ ਖੁੱਲ ਚੁੱਕਿਆ। ਹਾਲਾਂਕਿ 21 ਸਟੇਟਸ ਤੇ ਅਸੀਂ ਹੁਣੇ ਗੱਲ ਕਰਕੇ ਹਟੇ ਹਾਂ ਕਿ 21 ਸਟੇਟਸ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਇਸ ਦੇ ਬਾਵਜੂਦ ਸਭ ਤੋਂ ਵੱਡਾ ਮਾਲ ਓਪਨ ਹੋ ਗਿਆ ਹੈ। ਰਿਸਟ੍ਰਿਕਸ਼ਨਸ ਤਾਂ ਪਤਾ ਨਹੀਂ ਕਿੰਨੀਆਂ ਫੋਲੋ ਹੋਣਗੀਆਂ, ਪਰ ਤੁਹਾਨੂੰ ਨਹੀਂ ਲੱਗਦਾ ਕਿ ਹਜੇ ਬਹੁਤ ਜਲਦੀ ਇਹ ਚੀਜ਼ਾਂ ਓਪਨ ਹੋ ਰਹੀਆਂ ਨੇ? ਇਹ ਬਹੁਤ ਵੱਡਾ ਮਾਲ ਹੈ ਜੀ। ਔਰ ਇਹਦੇ ਤੇ ਤੁਸੀਂ ਇਮੇਜਿਨ ਕਰੋ, ਪਤਾ ਕਿੰਨਾ ਇੱਥੇ ਇੱਕ ਦਿਨ ਚ ਵਿਜ਼ਟਰ ਆਉਂਦਾ ਜੀ? 1.5 ਲੱਖ। ਸਾਡਾ ਜਿਹੜਾ ਪੀਐਸਐਨ 에ਅਰਪੋਰਟ ਹੈ ਉਹਦਾ ਇਦੋਂ ਕਿਤੇ ਘੱਟ ਜਿਹੜੇ ਡੇਲੀ ਟਰੈਵਲਰਸ ਨੇ ਇਹ ਤੋਂ ਘੱਟ ਨੰਬਰ ਹੈ ਜੀ ਉਹ, ਪਰ ਇੱਥੇ 1.5 ਲੱਖ। ਇਮੇਜਿਨ ਕਰ ਲਓ ਵੀ ਇੰਨਾ ਵੱਡਾ ਮਾਲ ਹੈਗਾ ਔਰ ਇੰਨਾ ਬਿਜ਼ੀ ਮਾਲ ਹੈਗਾ। ਉਹਨੂੰ ਖੋਲਣ ਦਾ ਜਿਹੜਾ ਫੈਸਲਾ ਕੀਤਾ ਗਿਆ, ਠੀਕ ਹੈ, ਹਰ ਇੱਕ ਇਹੀ ਬਿਜ਼ਨਸ ਕਹਿੰਦਾ ਵੀ ਅਸੀਂ ਖਿਆਲ ਰੱਖਾਂਗੇ, ਪਰ ਜਦੋਂ ਮਾਲਸ ਖੁੱਲ ਗਈਆਂ ਨੇ ਹੁਣ ਆਪਾਂ ਨੂੰ ਵੀ ਦਿਸਦਾ ਸੋਸ਼ਲ ਡਿਸਟੈਂਸਿੰਗ ਉਨੀ ਨਹੀਂ ਰਹਿ ਰਹੀ ਹੈ। ਲੋਕਾਂ ਨੂੰ ਥੋੜਾ ਜਿਵੇਂ ਡਰ ਚੱਕਿਆ ਗਿਆ ਹੁੰਦਾ। ਹਾਲਾਂਕਿ ਸਾਨੂੰ ਸਭ ਨੂੰ ਪਤਾ ਕਿ ਇਹਦੀ ਦਵਾਈ ਨਹੀਂ ਅਜੇ ਆਈ, ਜਦ ਤੱਕ ਇਹਦਾ ਵੈਕਸੀਨ ਨਹੀਂ ਆਉਂਦਾ ਉਦੋਂ ਤੱਕ ਖਤਰਾ ਹੀ ਖਤਰਾ ਹੈਗਾ। ਪਰ ਇਹ ਜਿਹੜਾ ਟ੍ਰੈਂਡ ਚੱਲਿਆ ਹੋਇਆ ਵੀ ਛੇਤੀ ਕਰੋ, ਬਿਜ਼ਨਸ ਨੂੰ ਖੋਲੋ, ਇੱਕ ਗੱਲੋਂ ਹੈ ਤਾਂ ਠੀਕ ਹੈ ਕਿ ਇਕਨੋਮੀ ਨੂੰ ਕਿਕ ਸਟਾਰਟ ਕਰਨਾ ਪੈਣਾ। ਕਿੰਨੀ ਕੁ ਦੇਰ ਤੱਕ ਇਸ ਤਰ੍ਹਾਂ ਬੈਠੇ ਰਹੋਗੇ? ਪਰ ਜੇ ਇਹ ਇhtiyat ਦੇ ਨਾਲ ਕੀਤਾ ਜਾਵੇਗਾ ਤਾਂ ਠੀਕ ਰਹੇਗਾ। ਕਿਤੇ ਇਹ ਨਾ ਹੋਵੇ ਕਿ ਲੈਣੇ ਦੇ ਦੇਣੇ ਪੈ ਜਾਣ। ਜਿਹੜੇ ਹਿਸਾਬ 'ਚ ਸਭ ਕੁਝ ਖੋਲਣ ਲੱਗੇ ਹੋਏ ਆ, ਕਿਤੇ ਦੁਬਾਰੇ ਐਸਾ ਨਾ ਬੰਦ ਕਰਨਾ ਪਵੇ ਕਿ ਹੋ ਸਕਦਾ ਅਸੀਂ ਹੋਰ 6-7 ਮਹੀਨੇ 8-10 ਮਹੀਨੇ ਹੋਰ ਪਿੱਛੇ ਚਲੇ ਜਾਈਏ। ਜੀ ਬਿਲਕੁਲ, ਅਸੀਂ ਕੱਲ ਵੀ ਗੱਲ ਕਰ ਰਹੇ ਸੀ ਕਿ ਆਸਟ੍ਰੇਲੀਆ ਹੁਣ ਕਰੋਨਾ ਮੁਕਤ ਹੋ ਚੁੱਕਿਆ, ਉੱਥੇ ਕੋਈ ਵੀ ਮੈਟਰ ਸਾਹਮਣੇ ਨਹੀਂ ਆਇਆ।
ਸਿਰਫ ਆਸਟ੍ਰੇਲੀਆ, ਸਿਰਫ ਨਿਊਜ਼ੀਲੈਂਡ ਹੀ ਨਹੀਂ, ਸੌਰੀ ਨਿਊਜ਼ੀਲੈਂਡ ਹੀ ਨਹੀਂ ਸਿਰਫ, ਬਲਕਿ 25 ਹੋਰ ਮੁਲਕ ਅਜਿਹੇ ਨੇ ਜਿਹੜੇ ਕਿ ਕਰੋਨਾ ਮੁਕਤ ਹੋ ਚੁੱਕੇ ਨੇ। ਸੋ ਸ਼ਾਇਦ ਹੁਣ ਇਹਦੇ ਵਿੱਚ ਹਾਂਜੀ ਆਸਟ੍ਰੇਲੀਆ ਦਾ ਵੀ ਸਰ ਨਾਮ ਜੁੜਦਾ ਹੋਇਆ ਨਜ਼ਰ ਆ ਰਿਹਾ, ਕਿਉਂਕਿ ਕਿਹਾ ਜਾ ਰਿਹਾ, ਜੋ ਅਫੀਸ਼ੀਅਲਸ ਦੀ ਇਸ ਵਕਤ ਰਿਪੋਰਟ ਸਾਹਮਣੇ ਆਈ ਹੈ ਕਿ ਸ਼ਾਇਦ ਜੁਲਾਈ ਦੇ ਐਂਡ ਤੱਕ ਜਿਹੜਾ ਆਸਟ੍ਰੇਲੀਆ ਵੀ ਕਰੋਨਾ ਵਾਇਰਸ ਤੋਂ ਮੁਕਤੀ ਪਾ ਲਵੇ। ਬਿਲਕੁਲ ਜੀ, ਆਸਟ੍ਰੇਲੀਆ ਨੇ ਵੀ ਨਿਊਜ਼ੀਲੈਂਡ ਵਾਂਗੂ ਚੰਗਾ ਕੰਮ ਕੀਤਾ ਜੀ। ਇੱਕ ਤਾਂ ਇਹਨਾਂ ਨੇ ਆਪਸ ਵਿੱਚ ਸਭ ਕੁਝ ਬੰਦ ਕੀਤਾ ਹੋਇਆ ਸੀਗਾ, ਔਰ ਆਸਟ੍ਰੇਲੀਆ ਨੇ ਹੁਣ ਸਪੈਸ਼ਲ ਆਪਾਂ ਕੱਲ ਜਾਂ ਪਰਸੋਂ ਗੱਲ ਕੀਤੀ ਸੀਗੀ ਕਿ ਜਿੱਥੇ ਸ਼ਾਇਦ ਕੱਲ ਹੀ ਗੱਲ ਕੀਤੀ ਸੀਗੀ ਕਿ ਇੰਡੀਆ ਐਂਡ ਚਾਈਨਾ ਤੋਂ ਜਿੱਥੇ ਬਹੁਤੇ ਕੇਸਿਸ ਹੋਏ ਨੇ, ਸ਼ਾਇਦ ਉੱਥੋਂ ਦੇ ਲੋਕਾਂ ਨੂੰ ਆਸਟ੍ਰੇਲੀਆ ਵਿੱਚ ਵਿਜ਼ਿਟ ਕਰਨਾ ਮੁਸ਼ਕਲ ਹੋ ਜਾਵੇਗਾ। ਔਰ ਜੇ ਇਹੋ ਜਿਹੀਆਂ ਪਾਬੰਦੀਆਂ ਰੱਖ ਕੇ ਇਹਨਾਂ ਨੇ ਆਪਦੇ ਅੰਦਰ ਰੱਖ ਕੇ ਆਪਦੇ ਆਪ ਨੂੰ ਕੰਟੇਨ ਕਰਕੇ ਕਰੋਨਾ ਦਾ ਜਿਹੜੇ ਹਿਸਾਬ ਤੇ ਮੁਕਾਬਲਾ ਕੀਤਾ ਹੈਗਾ, ਉਸ ਹਿਸਾਬ ਚ ਆਈ ਗੈਸ ਦੇ ਵੈਲ ਡਿਜ਼ਰਵ। ਔਰ ਇਸੇ ਕਰਕੇ ਉਹਨਾਂ ਨੇ ਜੁਲਾਈ ਦੇ ਵਿੱਚ ਆਪਾਂ ਗੱਲ ਕੀਤੀ ਤਕਰੀਬਨ 6 ਹਫ਼ਤੇ ਪਿੱਛੇ ਨੇ ਜੀ ਉਹ ਤੋਂ ਆਪਣੇ ਨਿਊਜ਼ੀਲੈਂਡ ਤੋਂ, ਔਰ ਜੁਲਾਈ ਦੇ ਵਿੱਚ ਫੁੱਲ ਚਾਂਸਸ ਹੈ ਕਿ ਆਸਟ੍ਰੇਲੀਆ ਬੈਕ ਟੂ ਨਾਰਮਲ ਆ ਜਾਏਗਾ, ਬਿਲਕੁਲ ਉਵੇਂ ਜਿਵੇਂ ਕਿ ਕੋਵਿਡ-19 ਤੋਂ ਪਹਿਲਾਂ ਸੀਗਾ, ਜਿਹੜੇ ਹਿਸਾਬ ਦੇ ਵਿੱਚ ਨਿਊਜ਼ੀਲੈਂਡ ਆਇਆ ਹੋਇਆ। ਤੇ ਬਾਕੀ ਦੇਸ਼ ਹਲੇ ਕਈ ਦੇਸ਼ ਐਸੇ ਨੇ ਜੀ, ਆਪਾਂ ਅੱਗੇ ਜਾ ਕੇ ਗੱਲ ਕਰਾਂਗੇ ਕਿ ਉੱਥੇ ਤਾਂ ਹਾਲਾਤ ਅੱਗੇ ਨਾਲੋਂ ਮੰਦੇ ਹੋ ਰਹੇ ਨੇ ਜੀ। ਬਿਲਕੁਲ ਜੀ, ਤੇ ਗੱਲ ਕਰੀਏ ਹੁਣ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੇ ਵੱਲੋਂ ਵੀ ਆਪਣਾ ਕਰੋਨਾ ਵਾਇਰਸ ਟੈਸਟ ਕਰਵਾਇਆ ਗਿਆ, ਇਹਦਾ ਕੀ ਕਾਰਨ ਪੈ ਗਿਆ? ਤਰਨ ਦੇਖੋ, ਜਿਹੜੇ ਸਿਆਸਤਦਾਨ ਨੇ ਇਹਨਾਂ ਨੂੰ ਬਾਹਰ ਅੰਦਰ ਜਾਣਾ ਪੈਂਦਾ, ਪਬਲਿਕ ਜਾਣਾ ਪੈਂਦਾ, ਬਹੁਤ ਗੱਲਾਂ ਐਸੀਆਂ ਹੁੰਦੀਆਂ ਨੇ ਕਿਉਂਕਿ ਕਿਤੇ ਨਾ ਕਿਤੇ ਤਾਂ ਇਹਨਾਂ ਨੇ ਪਬਲਿਕ 'ਚ ਜਾਣਾ, ਆਪਦੇ ਆਪ ਨੂੰ ਕਨਫਾਈਨ ਨਹੀਂ ਕਰ ਸਕਦੇ। ਕਿ ਇੱਕ ਹੋਰ ਚੰਗੀ ਗੱਲ ਹੈ ਕਿ ਸਾਡਿਆਂ ਨੇ ਬੰਕਰ ਨਹੀਂ ਬਣਾਏ ਹੋਏ। ਉਹਦੇ 'ਚ ਡਗ ਫੋਰਡ ਸਾਹਿਬ ਨੇ ਤਾਂ ਆਪਦੇ ਆਪ ਨੂੰ ਆਈਸੋਲੇਟ ਕੀਤਾ ਕਿਉਂਕਿ ਜਿਹੜੇ ਸਾਡੇ ਸਟੀਵਨ ਲੈਚੇ ਨੇ ਓਨਟਾਰੀਓ ਦੇ ਮਿਨਿਸਟਰ ਆਫ ਐਜੂਕੇਸ਼ਨ, ਉਹਨਾਂ ਦੇ ਕੰਟੈਕਟ ਵਿੱਚ ਕੋਈ ਪੋਜ਼ਿਟਿਵ ਕੋਵਿਡ-19 ਦਾ ਕੇਸ ਆਇਆ, ਉਹ ਉਹਨਾਂ ਨੂੰ ਮਿਲੇ ਨੇ ਤੇ ਉਹਦੇ ਕਰਕੇ ਡਗ ਫੋਰਡ ਸਾਹਿਬ ਸਟੀਵਨ ਲੈਚੇ ਨੂੰ ਮਿਲੇ ਨੇ। ਕਿਉਂਕਿ ਪ੍ਰੈਸ ਕਾਨਫਰੰਸਿਸ ਹੁੰਦੀਆਂ ਨੇ, ਕੋਈ ਨਾ ਕੋਈ ਦੋ ਮਿਨਿਸਟਰਸ ਮੋਸਟ ਆਫ ਦ ਟਾਈਮ ਜਦੋਂ ਫੋਰਡ ਸਾਹਿਬ ਬੋਲਦੇ ਨੇ, ਦੋ ਮਿਨਿਸਟਰ ਜਿਹੜੇ ਉਹ ਰਿਲੇਟਡ ਉਸ ਮਹਿਕਮੇ ਨਾਲ ਹੁੰਦੇ ਆ ਜਿਹਦੇ ਬਾਰੇ ਗੱਲ ਕਰਨੀ ਹੁੰਦੀ ਆ, ਨਾਲ ਮਿਨਿਸਟਰਸ ਦੇ ਪਿੱਛੇ ਖੜੇ ਹੁੰਦੇ ਨੇ। ਔਰ ਅਜਿਹੀ ਇੰਟਰੈਕਸ਼ਨ ਕਰਕੇ ਫੋਰਡ ਸਾਹਿਬ ਨੂੰ ਹੁਣ ਮੇਰੇ ਖਿਆਲ ਜਿਹੜੀਆਂ ਡੇਲੀ ਬਰੀਫਿੰਗਸ ਕਰਦੇ ਨੇ, ਉਹ ਕੁਝ ਦੇਰ ਵਾਸਤੇ ਉਹ ਨਹੀਂ ਕਰਿਆ ਕਰਨਗੇ ਕਿਉਂਕਿ ਉਹਨਾਂ ਨੇ ਆਪਦੇ ਆਪ ਨੂੰ ਆਈਸੋਲੇਟ ਕਰ ਲਿਆ ਜੀ। ਬਰੈਂਪਟਨ ਦੇ ਵਿੱਚ ਵੀ ਸੁਣਨ ਵਿੱਚ ਆ ਰਿਹਾ ਕਿ ਕੱਲ ਤੋਂ ਜਿਹੜੇ ਪਾਰਕ ਓਪਨ ਹੋ ਜਾਣਗੇ। ਬਿਲਕੁਲ ਜੀ, ਇਹ ਥਰਸਡੇ ਤੋਂ ਕੱਲ, ਹਾਂਜੀ, ਸਾਰੇ ਪਾਰਕਸ ਬਰੈਂਪਟਨ ਦੇ ਓਪਨ ਹੋ ਰਹੇ ਨੇ। ਪਰ ਜਿਹੜਾ ਉਹ ਪਾਰਕਸ ਦੇ ਵਿੱਚ ਖੇਲਣ ਵਾਲਾ ਏਰੀਆ ਹੈਗਾ, ਪਲੇਗਰਾਉਂਡ ਏਰੀਆ ਹੈਗਾ, ਉਹ ਨਿੱਜੀ ਅਜੇ ਹੋਏਗਾ। ਵੈਸੇ ਤੁਸੀਂ ਪਾਰਕਸ ਵਿੱਚ ਜਾ ਸਕਦੇ ਹੋ, ਉੱਠ ਬੈਠ ਸਕਦੇ ਹੋ, ਪਰ ਉਹੀ ਸੋਸ਼ਲ ਡਿਸਟੈਂਸਿੰਗ ਸਾਨੂੰ ਉਹੀ ਹੈ ਭਾਈ, 5 ਤੋਂ ਵੱਧ ਅਸੀਂ ਇਕੱਠੇ ਨਹੀਂ ਹੋ ਸਕਦੇ। ਪਾਰਕਾਂ ਦੇ ਵਿੱਚ ਜਾ ਸਕਦੇ ਹੋ, ਉੱਥੇ ਜਾ ਕੇ ਤੁਸੀਂ ਉਹਨਾਂ ਨੂੰ ਮਾਣ ਸਕਦੇ ਹੋ, ਪਰ ਜਿਹੜੀਆਂ ਪਲੇਗਰਾਉਂਡ ਏਰੀਆ ਹੈਗਾ ਉੱਥੇ ਤੁਸੀਂ ਪਲੇ ਨਹੀਂ ਕਰ ਸਕਦੇ। ਹੌਲੀ ਹੌਲੀ ਫਰਕ ਪੈ ਰਿਹਾ ਕਿਉਂਕਿ ਬਰੈਂਪਟਨ ਪਿੱਛੇ ਹੈ ਜੀ ਜਿਹੜੇ ਇਸ ਮਾਮਲੇ ਦੇ ਵਿੱਚ, ਕਿਉਂਕਿ ਬਰੈਂਪਟਨ ਦੇ ਵਿੱਚ ਕੇਸਿਸ ਬਹੁਤ ਹੋਏ ਨੇ। ਆਪਾਂ ਇਹਦੇ ਬਾਰੇ ਵੀ ਅੱਗੇ ਚੱਲ ਕੇ ਗੱਲ ਕਰਾਂਗੇ। ਬਿਲਕੁਲ ਜੀ, ਇਹਦੇ ਬਾਰੇ ਅਸੀਂ ਗੱਲ ਹੁਣੇ ਕਰ ਲੈਂਦੇ ਹਾਂ। ਸਰ, ਬਰੈਂਪਟਨ ਦੀ ਗੱਲ ਤੁਰ ਰਹੀ ਹੈ ਤਾਂ ਇਸ ਵਕਤ ਬਰੈਂਪਟਨ ਗਾਰਡੀਅਨ ਦੇ ਵਿੱਚ ਇੱਕ ਅਜਿਹੀ ਖਬਰ ਛਪੀ ਆ ਜਿਹਨੇ ਕਿ ਸਭ ਦੇ ਜਿਹੜੇ ਆ ਹੋਸ਼ ਉਡਾ ਦਿੱਤੇ ਨੇ। ਕਹਿੰਦੇ ਨੇ ਕਿ ਬਰੈਂਪਟਨ ਦੇ ਵਿੱਚ ਲਗਾਤਾਰ ਅਪੀਲ ਰੀਜਨ ਦੀ ਜੇ ਗੱਲ ਕਰ ਰਹੇ ਹਾਂ ਤਾਂ ਬਰੈਂਪਟਨ ਵਿੱਚ ਬਹੁਤ ਜ਼ਿਆਦਾ ਕੇਸਿਸ ਲਗਾਤਾਰ ਸਾਹਮਣੇ ਆ ਰਹੇ ਨੇ। ਬਰੈਂਪਟਨ ਗਾਰਡੀਅਨ ਨੇ ਜੋ ਖਬਰ ਛਾਪੀ ਉਹਦੇ ਵਿੱਚ ਇਹ ਹੈ ਕਿ ਕਰੋਨਾ ਵਾਇਰਸ ਸਪਰੈਡਿੰਗ ਇਨ ਬਰੈਂਪਟਨਸ ਓਵਰ ਕਰਾਊਡਡ ਹਾਊਸਿੰਗ ਅ ਗਰੋਇੰਗ ਕੰਸਰਨ, ਜਿਹਨੂੰ ਲੈ ਕੇ ਜੀ ਵਾਰਡ ਨੰਬਰ 2 ਤੇ 3 ਦੇ ਜਿਹੜੇ ਕਾਉਂਸਲਰ ਨੇ ਮਿਸਟਰ ਜੈਫ ਬੋਮਨ, ਉਹਨਾਂ ਦੀ ਵੀ ਸਟੇਟਮੈਂਟ ਸਾਹਮਣੇ ਆਈ ਹੈ। ਸਰ, ਕਿਹਾ ਜਾ ਰਿਹਾ ਕਿ ਘਰਾਂ ਦੇ ਵਿੱਚ ਭੀੜ ਜ਼ਿਆਦਾ ਹੋਣ ਦੇ ਕਰਕੇ ਤਾਂ ਹੀ ਉਹ ਕਰੋਨਾ ਵਾਇਰਸ ਦੇ ਮਾਮਲੇ ਬਰੈਂਪਟਨ ਵਿੱਚ ਜ਼ਿਆਦਾ ਵੱਧ ਰਹੇ ਨੇ। ਤਰਨ, ਇਹ ਬੜਾ ਇੱਕ ਔਡ ਨੰਬਰ ਹੈ, ਤੁਸੀਂ ਸੋਚਣ ਵਾਲੀ ਗੱਲ ਹੈ, ਇਹ ਸਾਨੂੰ ਵੈਰੀ ਸੀਰੀਅਸਲੀ ਸੋਚਣੀ ਪਏਗੀ। ਜਿਹੜੇ ਬਰੈਂਪਟਨ ਦੇ ਕੇਸਿਸ ਨੇ ਉਹਨਾਂ 'ਚ ਬਹੁਤ ਵੱਡਾ ਨੰਬਰ 20 ਸਾਲ ਤੋਂ ਲੈ ਕੇ 29 ਸਾਲ ਤੱਕ ਦਾ। ਆਮ ਸੋਚੋ ਇਸ ਉਮਰ ਦੇ ਵਿੱਚ ਘੱਟ ਬਾਕੀ ਥਾਵਾਂ ਤੇ ਹੈਗੇ ਨੇ, ਪਰ ਸਾਡੇ ਬਰੈਂਪਟਨ ਦੇ ਵਿੱਚ ਇਸ ਏਜ ਗਰੁੱਪ ਦੇ ਵਿੱਚ ਜ਼ਿਆਦਾ ਕੇਸਿਸ ਨੇ। ਕਿਉਂ ਹੈ? ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਸ਼ੈਰਡਨ ਕਾਲਜ ਦਾ ਏਰੀਆ, ਉਸ ਏਰੀਏ ਦੇ ਅਰਾਊਂਡ ਇਹ ਜਿਹੇ ਕੇਸਿਸ ਬਹੁਤ ਜ਼ਿਆਦਾ ਨੇ। ਕੁਝ ਘਰਾਂ ਦੇ ਵਿੱਚ 20-25 ਲੋਕ ਰਹਿ ਰਹੇ ਨੇ ਜਿਨ੍ਹਾਂ ਦੇ ਨਾਲ ਉਹਨਾਂ 'ਚ ਸੋਸ਼ਲ ਡਿਸਟੈਂਸਿੰਗ ਹੈ ਨਹੀਂ ਕਿ ਕੋਈ ਨਾ ਕੋਈ ਬਾਹਰ ਅੰਦਰ ਜਾਂਦਾ ਰਹਿੰਦਾ। ਉਹਨਾਂ 'ਚ ਬਹੁਤੇ ਬਾਹਰ ਅੰਦਰ ਜਾਂਦੇ ਨੇ, ਆਪਾਂ ਨਾ ਕਿਉਂ ਕਿਸੇ ਦਾ ਲੈਣਾ, ਪਰ ਇਸ ਕਰਕੇ ਉਸ ਏਰੀਏ ਦੇ ਵਿੱਚ ਜਿਹੜੇ ਕੇਸਿਸ ਹੈਗੇ ਆ ਕਰੋਨਾ ਦੇ ਔਰ ਬਹੁਤ ਵੱਧ ਰਹੇ ਨੇ। ਔਰ ਇੱਥੇ ਹਲੇ ਠੱਲ ਨਹੀਂ ਪੈ ਰਹੀ ਹੈ, ਲੋਕ ਸੀਰੀਅਸ ਹੀ ਹੈ ਨਹੀਂ ਗੇ, ਕਈ ਲੋਕ ਸੀਰੀਅਸਲੀ ਅਜੇ ਵੀ ਨਹੀਂ ਇਸ ਚੀਜ਼ ਨੂੰ ਲੈ ਰਹੇ। ਤੇ ਔਰ ਜਿਹੜੀ ਸਾਡੀ ਸਿਟੀ ਆਫ ਬਰੈਂਪਟਨ ਹੈ ਜੀ, ਆਈ ਗੈਸ ਦੇ ਵਿਲ ਸਟਾਰਟ ਥਿੰਕਿੰਗ ਵੈਰੀ ਸੀਰੀਅਸਲੀ ਕਿ ਇੱਕ ਘਰ ਦੇ ਵਿੱਚ ਜਿਹੜੇ ਇੰਨੇ ਬੰਦੇ ਰਹਿ ਰਹੇ ਨੇ, ਇੱਕ ਤਾਂ ਉਹ ਇਲੀਗਲ ਹੈ ਕਿਉਂਕਿ ਹਰ ਘਰ ਦੀ ਤਰਨ ਉਹਦਾ ਸਰਟਨ ਕੈਪੈਸਿਟੀ ਤੱਕ ਬੰਦੇ ਰਹਿ ਸਕਦੇ, ਸਿੰਗਲ ਫੈਮਿਲੀ ਹੋਮਸ ਨੇ। ਇਹਨੂੰ ਲੈ ਕੇ ਕਾਉਂਸਲਰ ਗੁਰਪ੍ਰੀਤ ਢਿੱਲੋਂ, ਰੀਜਨਲ ਕਾਉਂਸਲਰ ਗੁਰਪ੍ਰੀਤ ਢਿੱਲੋਂ ਦੀ ਕੁਝ ਮਹੀਨੇ ਪਹਿਲਾਂ ਵੀ ਸਟੇਟਮੈਂਟ ਸਾਹਮਣੇ ਆਈ ਸੀ ਤੇ ਉਹ ਸਟੇਟਮੈਂਟ ਅੱਜ ਵੀ ਰਿਪੀਟ ਹੋਈ ਹੈ ਇਸੇ ਨਿਊਜ਼ ਦੇ ਵਿੱਚ
ਉਹਨਾਂ ਨੇ ਖੁਦ ਕਿਹਾ ਸੀ ਕਿ ਜਦੋਂ ਉਹ ਕੈਂਪੇਨਿੰਗ ਦੇ ਦੌਰਾਨ ਉੱਥੇ ਜਾ ਕੇ ਡੋਰ ਨੌਕਿੰਗ ਕੀਤੀਆਂ ਉਹਨਾਂ ਨੇ, ਤਾਂ ਉਸ ਟਾਈਮ ਦੇ ਵਿੱਚ ਉਹਨਾਂ ਨੇ ਖੁਦ ਦੇਖਿਆ ਇੱਕ ਘਰ ਦੇ ਵਿੱਚ 20-20 25-25 ਲੋਕਾਂ ਨੂੰ। ਜੇ ਲੋਕੀ ਕਹਿ ਰਹੇ ਆ ਕਿ ਇੰਨੀ ਕੈਪੈਸਿਟੀ ਵਿੱਚ ਲੋਕੀ ਰਹਿ ਨਹੀਂ ਸਕਦੇ, ਤਾਂ ਇਹ ਖੁਦ ਰੀਜਨਲ ਕੌਂਸਲਰ ਦੀ ਸਟੇਟਮੈਂਟ ਹੈ ਕਿ ਉਹਨਾਂ ਨੇ ਆਪਣੇ ਅੱਖੀਂ ਦੇਖੇ ਨੇ। ਬਿਲਕੁਲ ਤਰਨ, ਅਸਲ ਗੱਲ ਆ ਵੀ ਜਿਹੜੇ ਉਹ ਜਿਹੜੀ ਮੈਂ ਗੱਲ ਕਰਨ ਲੱਗਿਆ ਸੀਗਾ, ਜਿਹੜੇ ਘਰ ਹੈਗੇ ਨੇ ਦੇ ਆਰ ਸਿੰਗਲ ਫੈਮਿਲੀ ਹੋਮਸ ਜੀ, ਇੱਕ ਪਰਿਵਾਰ ਵਾਸਤੇ ਘਰ ਹੈਗਾ। ਹਾਂ, ਉਹਦੇ ਚ ਤੁਸੀਂ ਲੀਗਲੀ ਬੇਸਮੈਂਟ ਆ ਜਿਹੜੀ ਅਪਾਰਟਮੈਂਟ ਅਪਰੂਵ ਕਰਾ ਲੈਣਾ, ਉਹਦੇ ਵਿੱਚ ਹੀ ਇੱਕ ਫੈਮਿਲੀ ਹੀ ਰਹੇਗੀ, ਇਸ ਤੋਂ ਵੱਧ ਨਹੀਂ ਰਹੇਗੀ। ਹੁਣ ਇੱਕ ਫੈਮਿਲੀ ਦੇ ਕਿੰਨੇ ਮੈਂਬਰ ਹੋ ਸਕਦੇ ਆ? ਮਤਲਬ 5 ਹੋ ਜਾਣਗੇ। ਅੱਜ ਜਿਹੜੇ ਹਿਸਾਬ ਚ ਇੱਥੇ ਫੈਮਿਲੀਜ਼ ਹੈਗੀਆਂ ਨੇ ਉਹਦੇ ਹਿਸਾਬ ਚ 5 ਨੰਬਰ ਕਿਤੇ ਹੀ ਆ ਜੀ, ਆਮ 4 ਹੈਗਾ। ਜੇ ਕਿਤੇ ਗ੍ਰੈਂਡ ਪੇਰੈਂਟਸ ਰਹਿੰਦੇ ਆ ਦੈਨ ਇਟਸ ਅ ਡਿਫਰੈਂਟ ਸਟੋਰੀ, ਪਰ ਐਵਰੇਜ ਇੰਨੀ ਹੋਈ ਆ। ਔਰ ਤੁਸੀਂ ਇੱਕ ਘਰ ਦੇ ਵਿੱਚ 5 ਦੀ ਥਾਂ ਤੇ ਚਲੋ ਅਪਾਰਟਮੈਂਟ ਥੱਲੇ ਹੈਗਾ, ਉਹਦੇ 3 ਹੋਰ 8 ਹੋ ਗਏ, 9 ਹੋ ਗਏ, ਰਹਿ ਰਹੇ ਨੇ 22 25 ਤੱਕ। ਇਹ ਨੰਬਰ ਆ ਢਿੱਲੋਂ ਸਾਹਿਬ ਨੇ ਜਿਹੜੇ ਹਿਸਾਬ ਚ ਕਿਹਾ ਹੋਇਆ। ਔਰ ਇਹਨੂੰ ਜਿਹੜੀ ਹੁਣ ਸਾਡੀ ਸਿਟੀ ਹੈ ਜੀ, ਇਹਦੇ ਇੰਨੀ ਜਿਹੜੇ ਅੱਜ ਸਟੇਟਮੈਂਟ ਆ ਗਈ ਹੈ ਤਰਨ, ਇਹਦਾ ਅਸਰ ਹਲੇ ਹੋਣਾ। ਤੁਸੀਂ ਨੋਟ ਕਰਿਓ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਇਹ ਤੇ ਸ਼ਿਕੰਜਾ ਹੋਰ ਕਸਾ ਜਾਏਗਾ, ਜਿਹੜੀ ਅੱਜ ਇਹ ਗੱਲ ਨਿਕਲ ਆਈ ਹੈ। ਔਰ ਔਨ ਟਾਪ ਆਫ ਦੈਟ ਇਟਸ ਰਿਲੇਟਡ ਟੂ ਕੋਵਿਡ ਤੇ ਕੰਟਰੋਲ ਕਰਨ ਵਾਸਤੇ। ਔਰ ਇਹ ਜਿਹੜੀਆਂ ਲੀਗਲ ਹੁਣ ਅਪਾਰਟਮੈਂਟਸ ਹੈਗੇ ਨੇ ਜਾਂ ਅਪਸਟੇਅਰਸ ਵੀ, ਇੱਕ ਕੱਲਾ ਰੂਮ ਕਈਆਂ ਬੱਚਿਆਂ ਨੂੰ, ਕਈਆਂ ਲੋਕਾਂ ਨੂੰ ਜਿਹੜਾ ਰੈਂਟ ਕੀਤਾ ਹੋਇਆ, ਇਹਦੇ ਉੱਤੇ ਜ਼ਰੂਰ ਸ਼ਿਕੰਜਾ ਕਸਿਆ ਜਾਵੇਗਾ। ਔਰ ਸਿੰਪਲ ਜੀ ਗੱਲ ਹੈ ਕਿ ਇੱਕ ਸਰਟਨ ਏਰੀਆ ਦਾ ਨਾਂ ਆ ਗਿਆ ਖਬਰਾਂ ਦੇ ਵਿੱਚ, ਸ਼ੈਰਡਨ ਕਾਲਜ ਦਾ ਨਾਂ ਆਪਾਂ ਤਾਂ ਲੈ ਲਿਆ ਕਿ ਬਰੈਂਪਟਨ ਗਾਰਡੀਅਨ ਨੇ ਇਹ ਗੱਲ ਕਹੀ ਹੈ ਕਿ ਸ਼ੈਰਡਨ ਕਾਲਜ ਦੇ ਅਰਾਊਂਡ ਏਰੀਆ ਜਿਹੜਾ ਹੈਗਾ, ਉੱਥੇ ਬਹੁਤ ਜ਼ਿਆਦਾ ਕੰਸੈਂਟ੍ਰੇਸ਼ਨ ਹੈ ਲੋਕਾਂ ਦੇ ਰਹਿਣ ਦੀ। ਔਰ ਏਜ ਗਰੁੱਪ ਤੁਸੀਂ ਦੇਖ ਲਓ 20 ਤੋਂ ਲੈ ਕੇ 29 ਤੱਕ। ਔਰ ਇਸ ਏਰੀਆ ਦੇ ਉੱਤੇ, ਠੀਕ ਹੈ ਨਾ, ਔਰ 29 ਜਿਹੜਾ ਇਸ ਏਰੀਆ ਦੇ ਵਿੱਚ ਹੈਗਾ ਲੋਕਾਂ ਦਾ, ਸਾਡੀ ਜਿਹੜੀ ਸਿਟੀ ਸਰਕਾਰ ਹੈ ਜੀ, ਉਹ ਇਹਦੇ ਉੱਤੇ ਜ਼ਰੂਰ ਜ਼ਿਆਦਾ ਨਿਗਰਾਨੀ ਕਰਨ ਲੱਗੇਗੀ ਜੀ। ਔਰ ਇਹਦੇ ਉੱਤੇ ਕੁਛ ਨਾ ਕੁਛ ਸ਼ਿਕੰਜਾ ਜ਼ਰੂਰ ਕੱਸਣਾ ਵੀ ਜ਼ਰੂਰੀ ਹੈ ਸਰ, ਕਿਉਂਕਿ ਬਰੈਂਪਟਨ ਦੀਆਂ ਬੱਸਿਸ ਦੀ ਗੱਲ ਕਰੀਏ ਆਲਰੇਡੀ ਓਵਰ ਕਰਾਊਡਡ ਹੁੰਦੀਆਂ ਨੇ। ਜਦੋਂ ਪੀਕ ਆਵਰਸ ਕੀ ਨਾਰਮਲ ਆਵਰਸ ਦੇ ਵਿੱਚ ਵੀ ਓਵਰ ਕਰਾਊਡਡ ਬੱਸਾਂ ਹੁੰਦੀਆਂ ਬਰੈਂਪਟਨ ਦੀਆਂ। ਹੁਣ ਜਿਸ ਪ੍ਰਕਾਰ ਨਾਲ ਕਿ ਬੈਕ ਡੋਰ ਤੋਂ ਤੁਸੀਂ ਐਂਟਰੀ ਕਰਨੀ ਆ, 50% ਤੋਂ ਵੱਧ ਕਪੈਸਿਟੀ ਨਹੀਂ ਹੋਣੀ ਚਾਹੀਦੀ ਹੈਗੀ, ਇੱਕ ਸੀਟ ਛੱਡ ਕੇ ਬੈਠਣਾ ਆ। ਸੋ ਐਵੇਂ ਦਾ ਸਿਸਟਮ ਜਦੋਂ ਤੱਕ ਚੱਲ ਰਿਹਾ, ਪਹਿਲਾਂ ਹੀ ਬੱਸਾਂ ਓਵਰ ਕਰਾਊਡਡ ਨਾਰਮਲ ਟਾਈਮ 'ਚ ਚੱਲਦੀਆਂ ਹੁੰਦੀਆਂ ਸੀ। ਹੁਣ ਤੁਸੀਂ ਕਹਿ ਰਹੇ ਹੋ ਕਿ 50 ਤੋਂ ਵੱਧ ਦੀ ਕਪੈਸਿਟੀ ਨਹੀਂ ਹੋਣੀ ਚਾਹੀਦੀ। ਕਦੋਂ ਤੱਕ ਜਾ ਕੇ ਨਾਰਮਲ ਹੋਊਗਾ? ਕਿਉਂਕਿ ਬੱਸਾਂ ਤਾਂ ਪਹਿਲਾਂ ਤੋਂ ਕਿਸੇ ਦੇਖਦੇ ਪਏ ਆ ਕਿ ਸ਼ਾਰਟੇਜ ਚੱਲਦੀ ਪਈ ਆ। ਸੋ ਆਵਾਜਾਈ ਦੇ ਸਾਧਨਾਂ ਵਿੱਚ ਵੀ ਇੱਕ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਲੋਕਾਂ ਨੂੰ ਵੀ, ਜਿਨ੍ਹਾਂ ਨੇ ਕੰਮਾਂ ਕਾਰਾਂ ਤੇ ਪਹੁੰਚਣਾ ਆ। ਸੋ ਪਤਾ ਨਹੀਂ ਇਹ ਕਦੋਂ ਤੱਕ ਜਾ ਕੇ ਠੱਲ ਪਊਗੀ। ਤਾਂ ਜਿੰਨਾ ਕੁ ਆਪਣੇ ਸੋਰਸਸ ਤੋਂ ਆਪਾਂ ਨੂੰ ਪਤਾ ਲੱਗਿਆ, ਜਿਹੜੀਆਂ ਇਸ ਵੇਲੇ ਸਿਟੀ ਸਰਕਾਰਾਂ ਨੇ, ਇਕੱਲੀ ਬਰੈਂਪਟਨ ਦੀ ਗੱਲ ਨਹੀਂ ਕਰਦਾ, ਮਿਸਿਸਾਗਾ, ਟੋਰਾਂਟੋ, ਸਾਰੀਆਂ ਸਰਕਾਰਾਂ ਹੁਣ ਇਸ ਗੱਲ ਨੂੰ ਬੜੀ ਸੀਰੀਅਸਲੀ ਸੋਚ ਰਹੀਆਂ ਕਿ ਅਸੀਂ ਫ੍ਰੀ ਫੇਅਰ ਕਿਉਂ ਕੀਤਾ। ਉਹਦਾ ਉਸ ਵੇਲੇ ਤਾਂ ਠੀਕ ਹੈ, ਇਮੋਸ਼ਨਲ ਸੀਗੇ, ਲੋਕਾਂ ਨੂੰ ਜ਼ਰੂਰਤ ਸੀਗੀ, ਪਰ ਉਹ ਤਾਂ ਹੁਣ ਇਹ ਸੋਚ ਰਹੇ ਨੇ ਵੀ ਜੇ ਫ੍ਰੀ ਕਰਨਾ ਸੀਗਾ ਤਾਂ ਅਸੀਂ ਜਿਹੜੇ ਫਰੰਟ ਲਾਈਨ ਵਰਕਰ ਸੀਗੇ ਉਹਨਾਂ ਨੂੰ ਫ੍ਰੀ ਕਰਨਾ ਸੀ। ਜਿਹੜੇ ਬਾਕੀ ਦੇ ਲੋਕ ਟਰੈਵਲ ਕਰ ਰਹੇ ਨੇ ਧਰਨ, ਉਹ ਲੋਕ ਕੰਮਾਂ ਤੇ ਜਾ ਰਹੇ ਨੇ, ਫਿਰ ਉਹ ਕਹਿੰਦੇ ਜਿਹੜਾ ਬੰਦਾ ਕੰਮ ਤੇ ਜਾ ਰਿਹਾ ਤੇ ਉਹਨੂੰ ਪੈਸੇ ਵੀ ਦੇਣੇ ਚਾਹੀਦੇ ਆ। ਔਰ ਪਹਿਲੀ ਜਾਂ 2 ਜੁਲਾਈ ਤੋਂ, ਕਿਉਂਕਿ ਪਹਿਲੀ ਜਿਹੜੀ ਛੁੱਟੀ ਹੁੰਦੀ ਹੈ ਆਪਣੇ ਜੁਲਾਈ 2 ਤੋਂ, ਆਪਾਂ ਪਹਿਲਾਂ ਕਾਲ ਲੈ ਲਈਏ ਜੀ। ਬਿਲਕੁਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਡਮ ਮੈਂ ਜਸਵੀਰ ਸਿੰਘ ਬੋਲਦਾ ਬਰੈਂਪਟਨ ਤੋਂ। ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਸਰ? ਧੰਨਵਾਦ ਜੀ। ਅੱਛਾ, ਮੈਂ ਨਾ ਟਿਕਟਾਂ ਬੁੱਕ ਕਰਾਈਆਂ ਸੀ ਇੰਡੀਆ 에ਅਰਲਾਈਨ ਦੀਆਂ। ਮੈਡਮ ਸੀ ਤੁਹਾਡੇ ਚੈਨਲ ਤੇ ਸ਼੍ਰੀ ਵਾਸਤਵਾ ਜੀ, ਉਹਨਾਂ ਨੇ ਦੱਸਿਆ ਸੀ ਵੀ ਕੋਈ ਮੈਡੀਕਲ ਗਰਾਊਂਡ ਦੇ ਵੀ ਤੁਸੀਂ ਸੀਟਾਂ ਲੈ ਸਕਦੇ ਹੋ। ਉਹਦੇ ਵੇਸਟ ਮੈਂ ਆਪਣੀ ਵਾਈਫ ਦੀ ਪ੍ਰੋਬਲਮ ਸੀ, ਮੇਜਰ ਪ੍ਰੋਬਲਮ ਸੀ ਜੀ, ਸੀਟਾਂ ਬੁੱਕ ਕਰਵਾਤੀਆਂ ਸੀ। ਉਹਨਾਂ ਨੇ ਮੈਨੂੰ PNR ਨੰਬਰ ਦੇਤਾ ਸੀ ਜੀ, HE7J, ਤੇ ਉਹ ਤੋਂ ਬਾਅਦ ਮੈਨੂੰ ਉਹਨਾਂ ਵੱਲੋਂ ਟਿਕਟ ਨਹੀਂ ਇਸ਼ੂ ਹੋਈ ਜੀ। ਇਨਕੁਆਰੀ ਤੇ ਜਦੋਂ ਮਤਲਬ ਫੋਨ ਕਰਦੇ ਸੀ, ਕੋਈ ਫੋਨ ਨਹੀਂ ਚੱਕ ਰਿਹਾ। ਉਹ ਤੋਂ ਬਾਅਦ ਉਹਨਾਂ ਨੇ ਮੈਨੂੰ ਮੇਲ ਕਰੀ ਵੀ ਤੁਹਾਡੀ ਜਿਹੜੀ ਟਿਕਟ ਆ ਉਹ ਨਹੀਂ ਤੁਹਾਨੂੰ ਮਿਲ ਸਕਦੀ, ਵੀ ਤੁਹਾਡੀ ਇਹ ਫੰਡ ਰਿਟਰਨ ਹੋ ਸਕਦਾ ਆਮ ਸਮੇਂ ਨਾਲੋਂ ਜ਼ਿਆਦਾ ਟਾਈਮ 'ਚ, ਨਵੰਬਰ ਤੱਕ। ਜੀ, ਮਤਲਬ ਮੇਰੀ ਟਿਕਟ ਨਹੀਂ ਕਨਫਰਮ ਹੋਈ, ਨਾ ਮੈਨੂੰ ਉਹਨਾਂ ਨੇ ਮੇਲ ਕਰੀ ਟਿਕਟ। ਇਹ ਜਵਾਬ ਦੇਦਾ ਵੀ ਮੈਂ ਹੁਣ ਇੱਥੇ ਕਰ ਸਕਦਾ ਜੀ, ਮੇਰੀ ਪ੍ਰੋਬਲਮ ਮੇਜਰ ਆ। ਮੈਂ ਪਹਿਲਾਂ ਦੂਸਰੀ ਸੀ ਇੱਕ ਸੀਟ ਬ੍ਰਿਟਿਸ਼ 에ਅਰਲਾਈਨ ਦੀ, ਮੇਰੀ ਉਹਦੀ ਸੀ ਵਾਪਸੀ ਦੀ ਟਿਕਟ, ਉਹ ਵੀ ਨਹੀਂ ਮੈਨੂੰ ਰਿਫੰਡ ਹੋਇਆ ਅਜੇ। ਇਹ ਮੇਰਾ $5000 ਫਸ ਗਿਆ। ਮੇਰੇ ਲਈ ਵੱਡੀ ਪ੍ਰੋਬਲਮ ਹੈ ਜੀ ਇਹ। ਬਿਲਕੁਲ ਸਰ, ਟਿਕਟਸ ਨੂੰ ਲੈ ਕੇ ਕਾਫੀ ਕੰਪਲੇਂਟਸ ਸਾਹਮਣੇ ਆ ਰਹੀਆਂ ਨੇ ਤੇ ਤੁਸੀਂ ਸਾਡੇ ਪ੍ਰੋਗਰਾਮ ਨਾਲ ਬਣੇ ਰਹੋ। ਅਸੀਂ ਸ਼ਾਇਦ ਫਰਾਈਡੇ ਨੂੰ ਇਸ ਗੱਲ ਉੱਤੇ ਡਿਸਕਸ਼ਨ ਕਰਾਂਗੇ। ਅਸੀਂ ਆਪਣੇ ਨਾਲ ਬਿਠਾਵਾਂਗੇ ਕਿਸੇ ਨੂੰ ਜਿਹੜੇ ਕਿ ਤੁਹਾਨੂੰ ਦੱਸਣ ਕਿ ਟਿਕਟਸ ਕਿਵੇਂ ਬੁੱਕ ਕਰ ਸਕਦੇ ਹੋ, ਜੇ ਰਿਫੰਡ ਕਰਵਾਉਣਾ ਕਿਵੇਂ ਕਰਵਾ ਸਕਦੇ ਹੋ।
ਹਾਂ, ਮੈਂ ਤੁਹਾਡੀ ਗੱਲ ਇੱਕ ਮਿੰਟ, ਬਿਲਕੁਲ। ਜਿਹੜੇ ਤੁਹਾਡੇ ਮੈਡਮ ਉਸ ਦਿਨ ਬੈਠੇ ਸੀ ਉਹ ਕਹਿੰਦੇ ਜੀ ਅਸੀਂ ਫੋਨ ਨਹੀਂ ਚੱਕਦੇ ਆ, ਕੋਈ ਫੋਨ ਨਹੀਂ ਚੱਕਦਾ, ਉਹ ਚੈਨਲ ਤੇ ਆ ਕੇ ਝੂਠ ਬੋਲਦੇ ਨੇ। ਜੀ ਸਰ, ਹੋ ਇਹ ਸਕਦਾ ਕੋਈ ਫੋਨ ਨਹੀਂ ਸਰ, ਚੱਕਦਾ। ਐਕਚੁਅਲ ਚ ਹੋ ਸਕਦਾ ਕਿਉਂਕਿ ਹਰ ਰੋਜ਼ ਉਹਨਾਂ ਕੋਲ ਅਨੇਕਾਂ ਕਾਲਸ ਜਾ ਰਹੀਆਂ ਨੇ, ਸੋ ਹੋ ਸਕਦਾ ਕਿ ਸ਼ਾਇਦ ਜਿਵੇਂ ਤੁਹਾਡੇ ਨਾਲ ਸੰਪਰਕ ਸਾਧਿਆ ਗਿਆ, ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ 에ਅਰ ਟਿਕਟ ਸਪੈਸ਼ਲਿਸਟ ਨੂੰ ਨਾਲ ਬਿਠਾਈਏ ਤੇ ਉਹ ਤੁਹਾਨੂੰ ਦੱਸਣਗੇ ਕਿਵੇਂ ਤੁਸੀਂ ਬੁੱਕ ਕਰਵਾ ਸਕਦੇ ਹੋ, ਕਿਵੇਂ ਰਿਫੰਡ ਕਰਵਾ ਸਕਦੇ ਹੋ। ਸੋ ਬਾਕੀ ਤੁਸੀਂ ਆਪਣੀ ਸਾਨੂੰ ਕੰਪਲੇਂਟ ਲਿਖਾ ਦਿੱਤੀ ਹੈ, ਅਸੀਂ ਸੰਬੰਧਿਤ ਅਧਿਕਾਰੀਆਂ ਨਾਲ ਫੋਨ ਕਰਕੇ ਖੁਦ ਪਰਸਨਲੀ ਇਸ ਗੱਲ ਦੇ ਉੱਤੇ ਅਸੀਂ ਚਾਨਣਾ ਪਾਵਾਂਗੇ ਕਿ ਹੈਲਥ ਇਸ਼ੂਜ਼ ਵਾਲਿਆਂ ਨੂੰ ਕਿਉਂ ਨਹੀਂ ਪ੍ਰੈਫਰੈਂਸ ਦਿੱਤੀ ਜਾ ਰਹੀ। ਤੁਸੀਂ ਕਾਲ ਕੀਤੀ ਹੈ ਜੀ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ। ਸ਼ੁਕਰੀਆ ਜੀ ਜੀ ਨਾ ਜੀ। ਤਰਨ ਇਹ ਬੜੀ ਵੱਡੀ ਗੱਲ ਹੈਗੀ ਹੈ, ਕਿਉਂਕਿ ਪ੍ਰੋਬਲਮ ਇੱਕ ਤਾਂ ਪ੍ਰੋਬਲਮਸ ਕਈ ਨੇ। ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਓਵਰ ਬੁਕਿੰਗ ਹੋ ਰਹੀ ਹੈ, ਸੀਟਾਂ ਘੱਟ ਨੇ। ਉਹ ਮੇਰੇ ਖਿਆਲ ਹੈ ਇਸੇ ਮਾਮਲੇ ਦੀ ਪਹਿਲੇ 2 ਘੰਟੇ ਦੇ ਵਿੱਚ ਸਾਰੀ ਇੰਨੀ ਬਿਜ਼ੀ ਹੋ ਗਿਆ ਸੀ ਕਿ ਅਖੀਰ 에ਅਰ ਇੰਡੀਆ ਦੀ ਜਿਹੜੀ ਵੈਬਸਾਈਟ ਉਹ ਕ੍ਰੈਸ਼ ਕਰ ਗਈ ਸੀ। ਇੰਨੇ ਲੋਕਾਂ ਨੇ ਆਉਣਾ, ਇਮੈਜਿਨ ਕਰੋ। ਔਰ ਉਹ ਹੁਣ ਕਿਉਂ ਆਉਣਾ? ਪਹਿਲਾਂ ਤਾਂ ਉਹਨਾਂ ਲੋਕਾਂ ਨੇ ਸੋਚਿਆ ਵੀ ਚਲੋ ਕੋਈ ਗੱਲ ਨਹੀਂ, ਸਰ ਜਾਏਗਾ। ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਹਾਲਾਤ ਉੱਥੇ ਜਿਹੜੇ ਹਿਸਾਬ 'ਚ ਹੋ ਰਹੇ ਨੇ, COVID-19 ਜਿਹੜੇ ਹਿਸਾਬ 'ਚ ਫੈਲ ਰਿਹਾ, ਹੁਣ ਐਵਰੀਬਾਡੀ ਵਾਂਟਸ ਟੂ ਕਮ ਆਊਟ ਐਂਡ ਦ ਸੀਟਸ ਆਰ ਲਿਮਿਟਡ। ਔਰ ਜਿਹੜੀ ਇਹ ਚਾਹੇ 에ਅਰ ਇੰਡੀਆ ਕੁਛ ਵੀ ਹੈ, 에ਅਰ ਇੰਡੀਆ ਇੱਕ ਬਿਜ਼ਨਸ ਹੈ। ਉਹ ਇਹ ਠੀਕ ਆ, ਇਟਸ ਅੰਡਰ ਦ ਗਵਰਨਮੈਂਟ ਆਫ ਇੰਡੀਆ, ਆਪਰੇਟਸ ਅੰਡਰ ਗਵਰਨਮੈਂਟ ਆਫ ਇੰਡੀਆ, ਪਰ ਇੰਡੀਆ ਇਜ਼ ਅ ਬਿਜ਼ਨਸ। ਔਰ ਉਹ ਬਿਜ਼ਨਸ ਫਾਰਮੈਟ ਤੇ ਚੱਲਦੇ ਨੇ। ਉਹਨਾਂ ਨੇ ਪੈਸੇ ਕੈਸ਼ ਕਰਵਾ ਲਿਆ। ਹਾਂ, ਹੁਣ ਇਹਨਾਂ ਨੂੰ ਮੋੜੇ ਜਾਣਗੇ, ਜ਼ਰੂਰ ਮੋੜਨਗੇ, ਐਸੀ ਗੱਲ ਨਹੀਂ ਹੈ। ਪਰ ਵੀ ਕੈਨ ਨਾਟ ਸੇ ਐਨੀਥਿੰਗ ਔਨ ਬਿਹਾਫ ਆਫ 에ਅਰ ਇੰਡੀਆ। ਆਪਾਂ ਉਹ ਗੱਲਾਂ ਕਰਦੇ ਨੇ ਜਿਹੜੀ ਸਾਡੇ ਕੋਲੇ ਇਨਫੋਰਮੇਸ਼ਨ ਆਉਂਦੀ ਹੈ, ਔਰ ਅਸੀਂ ਬਿਲਕੁਲ ਉਸ ਬੇਸ ਤੇ ਗੱਲ ਕਰਦੇ ਹਾਂ ਕਿ ਜਿਹੜੀ ਸਾਡੇ ਕੋਲੇ ਇਨਫੋਰਮੇਸ਼ਨ ਸਹੀ ਆਉਂਦੀ ਸੀ, ਸਹੀ ਹੋਈ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕਰਦੇ ਆ। ਹਾਂ, ਜਿਹੜੇ ਅੱਗੇ ਜਿਹੜੀ ਡੀਲਿੰਗ ਹੈਗੀ ਆ, ਜਿਹੜੀਆਂ ਪਾਰਟੀਆਂ ਹੈਗੀਆਂ ਨੇ, ਉਹਨਾਂ ਦੇ ਵਿੱਚ ਜਿਹੜੀ ਆਉਂਦੀ ਆ, ਹਾਂ ਅਸੀਂ ਸੁਨੇਹਾ ਅੱਗੇ ਪਹੁੰਚਾ ਸਕਦੇ ਆ। ਆਪਣਾ ਕੁਝ ਇੰਨਾ ਕੁ ਫਰਕ ਹੈਗਾ ਕਿ ਆਪਣਾ ਕਈ ਵਾਰੀ ਆਪਣੇ ਕੁਝ ਲਿੰਕ ਜਿਹੜੇ ਅਸੀਂ ਵਰਤਦੇ ਆ, ਉਹਨਾਂ ਰਾਹੀਂ ਅਸੀਂ ਸੁਨੇਹਾ ਪਹੁੰਚਾ ਸਕਦੇ ਹਾਂ। ਕਈ ਵਾਰੀ ਕਈਆਂ ਦੇ ਜਿਹੜਾ ਆਮ ਨੋਰਮਲ ਬੰਦਾ ਉਹਦਾ ਲਿੰਕ ਨਹੀਂ ਉੱਥੇ ਤੱਕ ਪਹੁੰਚ ਹੁੰਦਾ, ਸੋ ਸਾਡੀ ਗੱਲ ਥੋੜੀ ਬਹੁਤੀ ਸੁਣ ਲੈਂਦੇ ਨੇ। ਸੋ ਅਸੀਂ ਜਿਹੜੀ ਇਹ ਗੱਲ ਹੈਗੀ ਜੀ, ਆਪਾਂ ਜਿਵੇਂ ਤੁਸੀਂ ਗੱਲ ਕੀਤੀ ਕਿ ਫਰਾਈਡੇ ਤੱਕ ਸ਼ਾਇਦ ਕੋਈ ਗੱਲ ਕਰੀਏ। ਜਿਹੜਾ ਇਹ ਸੁਨੇਹਾ ਜੀ, ਇਹ ਇਕੱਲਾ ਇਹਨਾਂ ਦਾ ਸੁਨੇਹਾ ਨੇ ਜੀ, ਆਪਾਂ ਨੂੰ ਬਾਅਦ ਚ ਕਾਲਾਂ ਵੀ ਆਉਂਦੀਆਂ ਨੇ, ਬਹੁਤ ਐਸੇ ਸੁਨੇਹੇ ਨੇ ਜੀ। ਹੋਪਫੁਲੀ ਵੀ ਵਿਲ ਟਰਾਈ ਟੂ, ਅਸੀਂ ਸੁਨੇਹਾ ਤੁਹਾਡਾ ਜ਼ਰੂਰ ਪਹੁੰਚਾਵਾਂਗੇ ਜੀ। ਅੱਗੇ ਜਿਹੜਾ ਜਵਾਬ ਆਏਗਾ ਅਸੀਂ ਤੁਹਾਨੂੰ ਉਹ ਵੀ ਦੱਸਾਂਗੇ। ਬਿਲਕੁਲ ਜੀ। ਇੱਕ ਕਾਲਰ ਹੋਰ ਜੁੜ ਗਏ ਨੇ ਸਾਡੇ ਨਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ ਸਰ? ਮੈਂ ਬ੍ਰਹਮਪੁਰ ਤੋਂ ਬੋਲ ਰਿਹਾ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ, ਦੱਸੋ ਕੀ ਕਹਿਣਾ ਤੁਸੀਂ? ਮੈਂ ਪੁੱਛਣਾ ਸੀਗਾ ਜੀ, ਜਿੱਦਾਂ ਮੇਰੇ ਰਿਲੇਟਿਵ ਇੰਡੀਆ ਹੈਗੇ, ਉਹਨਾਂ ਨੇ ਕੈਨੇਡਾ ਆਉਣਾ ਹੈਗਾ, ਉਹ ਜਿਹੜੀ 에ਅਰ ਇੰਡੀਆ ਦੀ ਟਿਕਟ ਉਹ ਆਪਾਂ ਕੈਨੇਡਾ ਤੋਂ ਵੀ ਬੁੱਕ ਕਰਵਾ ਦੇ ਜਾਂ ਇੰਡੀਆ ਤੋਂ ਹੀ ਲਾਉਣੀ? ਨਹੀਂ ਜੀ, ਇੱਥੋਂ ਸਿਰਫ ਉਹੀ ਬੁੱਕ ਕਰਵਾ ਸਕਦੇ ਆ ਜਿਨ੍ਹਾਂ ਨੇ ਇੱਥੋਂ ਜਾਣਾ ਆ। ਜਿਨ੍ਹਾਂ ਨੇ ਇੱਥੋਂ ਇੰਡੀਆ ਨੂੰ ਜਾਣਾ, ਸਿਰਫ ਉਹੀ ਬੁੱਕ ਕਰਵਾ ਸਕਦੇ ਆ। ਉੱਥੋਂ ਆਉਣ ਲਈ ਇੰਡੀਆ ਦੇ 에ਅਰ ਇੰਡੀਆ ਆਫਿਸ ਨਾਲ ਉੱਥੋਂ ਦੀ ਸੰਪਰਕ ਸਾਧਨਾ ਪੈਣਾ ਹੈ ਜੀ। ਬਹੁਤ ਬਹੁਤ ਧੰਨਵਾਦ। ਕੋਈ ਹੋਰ ਫਲਾਈਟਾਂ ਵੀ ਚੱਲੀਆਂ ਜੀ? ਸਰ, 3rd ਫੇਜ਼ ਦੀ ਅਨਾਉਂਸਮੈਂਟ ਹੋ ਚੁੱਕੀ ਹੈ, ਜਿਹਦੇ ਵਿੱਚ 10 ਫਲਾਈਟਾਂ ਹੋਰ ਐਡ ਕੀਤੀਆਂ ਗਈਆਂ ਨੇ US ਤੇ ਕੈਨੇਡਾ ਦੇ ਲਈ। ਸੋ ਉਹਦੇ ਬਾਰੇ ਵਿੱਚ ਅਸੀਂ ਤੁਹਾਨੂੰ ਡਿਟੇਲ ਦੇ ਵਿੱਚ ਕੱਲ ਨੂੰ ਜਾਣਕਾਰੀ ਦੇਵਾਂਗੇ ਕਿ 3rd ਫੇਜ਼ ਦੇ ਵਿੱਚ ਕਿੱਥੇ ਕਿੱਥੇ ਹੋਰ ਨਵੀਆਂ ਫਲਾਈਟਸ ਸ਼ੁਰੂ ਹੋ ਰਹੀਆਂ ਨੇ। ਕੈਨੇਡਾ ਤੇ US ਦੇ ਲਈ 10 ਹੋਰ ਨਵੀਆਂ ਫਲਾਈਟਸ ਚੱਲ ਰਹੀਆਂ ਨੇ। ਸੋ ਥੈਂਕ ਯੂ ਸੋ ਮਚ ਜੀ, ਤੁਸੀਂ ਕਾਲ ਕੀਤੀ ਹੈ ਫਿਲਹਾਲ ਪ੍ਰੋਗਰਾਮ 'ਚ। ਥੈਂਕ ਯੂ ਜੀ ਸਰ। ਤਰਨ, ਮੈਂ ਇੱਕ ਗੱਲ ਜ਼ਰੂਰ ਕਲੀਅਰ ਕਰ ਦੇਣੀ ਚਾਹੁੰਦਾ, ਜਿਵੇਂ ਤੁਸੀਂ ਗੱਲ ਕਹੀ ਹੈ, ਮੈਂ ਉਹਨੂੰ ਥੋੜਾ ਜਿਹਾ ਐਡ ਕਰਨ ਲੱਗਿਆ। ਜਿਹੜਾ 에ਅਰ ਇੰਡੀਆ ਦਾ ਆਫਿਸ ਦਿੱਲੀ ਵਿੱਚ ਹੈ ਤੇ 에ਅਰ ਇੰਡੀਆ ਦਾ ਆਫਿਸ ਟੋਰਾਂਟੋ ਦੇ ਵਿੱਚ ਹੈ, ਦੋਨੇ ਆਪਦੇ ਸੈਪਰੇਟ ਐਂਟੀਟੀਜ਼ ਨੇ, ਦੋਨੇ ਵੱਖਰੇ ਵੱਖਰੇ ਤੌਰ ਤੇ ਕੰਮ ਕਰਦੇ ਨੇ। ਇਹ ਉਹ ਨਾ ਸਮਝਿਆ ਜਾਵੇ ਕਿ ਜੇ ਤੁਸੀਂ 에ਅਰ ਇੰਡੀਆ ਤੇ ਇੰਡੀਆ ਚ ਆਉਣਾ ਤੇ ਇੱਥੇ ਬੁੱਕ ਕਰਾ ਸਕਦੇ, ਨਹੀਂ। ਤੁਹਾਨੂੰ 에ਅਰ ਇੰਡੀਆ ਦੇ ਆਫਿਸ ਦਿੱਲੀ ਚ ਕੰਟੈਕਟ ਕਰਨਾ ਪਵੇਗਾ। ਜੇ ਤੁਸੀਂ ਟੋਰਾਂਟੋ ਤੋਂ ਜਾਣਾ ਤਾਂ ਤੁਹਾਨੂੰ 에ਅਰ ਇੰਡੀਆ ਦੇ ਆਫਿਸ ਟੋਰਾਂਟੋ ਦੇ ਵਿੱਚ ਕੰਟੈਕਟ ਕਰਨਾ ਪਵੇਗਾ। ਜੇ ਤੁਸੀਂ ਵਾਈਸ ਵਰਸਾ ਕਰਦੇ ਹੋ, ਦੂਜੀ ਥਾਂ ਤੇ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੇ ਹੋ, ਤੁਸੀਂ ਬੇਸ਼ੱਕ ਕੁਛ ਕਰੀ ਚੱਲੋ, ਜਿਹੜੀਆਂ ਉਹਨਾਂ ਦੀਆਂ ਵੈਬਸਾਈਟਸ ਹੈਗਾ, ਜੋ ਮਰਜ਼ੀ ਕਰੀ ਚੱਲੋ, ਤੁਹਾਨੂੰ ਉਹਦੇ ਤੇ ਛੇਤੀ ਕਿਸੇ ਸਿਰੇ ਨਹੀਂ ਲੱਗੋਗੇ, ਕਿਉਂਕਿ ਤੁਸੀਂ ਗਲਤ ਪਾਸੇ ਜਾ ਰਹੇ ਹੋ। ਤੁਹਾਨੂੰ ਜਿੱਥੋਂ ਤੁਰਨਾ ਤੁਹਾਨੂੰ ਉੱਥੇ ਦੇ ਆਫਿਸ ਦੇ ਨਾਲ ਕੰਟੈਕਟ ਕਰਨਾ ਪਵੇਗਾ, ਨਾ ਕਿ ਜਿੱਥੇ ਪਹੁੰਚਣਾ ਉੱਥੇ ਦੇ ਆਫਿਸ ਨੂੰ ਤੁਸੀਂ ਕੰਟੈਕਟ ਕਰੋ। ਬਿਲਕੁਲ ਜੀ। ਤੇ ਸਰ, ਅਸੀਂ ਗੱਲ ਕਰ ਰਹੇ ਸੀ ਓਵਰ ਕਰਾਊਡਡ ਸ਼ਹਿਰ ਦੀ ਤੇ ਬੱਸਾਂ ਦੀ ਗੱਲ ਹੋ ਰਹੀ ਸੀ। ਜਿੱਥੇ ਤੱਕ ਮੈਨੂੰ ਅੱਜ ਜਾਣਕਾਰੀ ਮਿਲੀ ਹੈ, ਮੇਰੀ ਕਿਸੇ ਨਾਲ ਸੰਬੰਧਿਤ ਅਧਿਕਾਰੀ ਨਾਲ ਗੱਲਬਾਤ ਹੋ ਰਹੀ ਸੀ, ਹੁਣ ਸ਼ਾਇਦ ਨੈਕਸਟ ਵੀਕ ਤੋਂ ਬਰੈਂਪਟਨ ਦੇ ਵਿੱਚ ਬੱਸਿਸ ਦੇ ਵਿੱਚ ਫੇਅਰ ਸਿਸਟਮ ਫਿਰ ਤੋਂ ਸ਼ੁਰੂ ਹੋ ਜਾਊਗਾ, ਕਿਰਾਇਆ ਫਿਰ ਤੋਂ ਲੈਣਾ ਸ਼ੁਰੂ ਹੋ ਜਾਊ, ਫਰੰਟ ਡੋਰ ਓਪਨ ਕਰਨ ਜਾ ਰਹੇ ਨੇ। ਸੋ ਇਹ ਵੀ ਜ਼ਰੂਰੀ ਕਰ ਦਿੱਤਾ ਕਿ ਬੱਸ ਵਿੱਚ ਜਿਹਨੇ ਵੀ ਟਰੈਵਲ ਕਰਨਾ, ਜਿਹਨੇ ਵੀ ਸਫ਼ਰ ਕਰਨਾ ਹੈ, ਉਹਨਾਂ ਲਈ ਮਾਸਕ ਲਾਜ਼ਮੀ ਹੋਊਗਾ। ਤੇ ਬੱਸ ਸਟਾਪਸ ਦੇ ਉੱਤੇ ਜਿਹੜੇ ਮੇਨ ਉੱਥੇ ਬੱਸ ਸਟਾਪਸ ਹੋਣਗੇ, ਉਹਨਾਂ ਦੇ ਉੱਤੇ ਜਿਹੜੇ ਮਾਸਕ ਵੀ ਪ੍ਰੋਵਾਈਡ ਕਰਵਾਏ ਜਾਣਗੇ। ਬਿਲਕੁਲ ਤਰਨ, ਆਪਾਂ ਤੁਸੀਂ ਉਹੀ ਗੱਲ ਮੇਰੀ ਹੁਣ ਅੱਗੇ ਸ਼ੁਰੂ ਕਰ ਲਈ ਹੈ, ਵਧੀਆ ਕੀਤਾ। ਜਿਹੜੇ
ਪਹਿਲਾਂ ਜਿਹੜੀਆਂ ਸਿਟੀ ਗਵਰਨਮੈਂਟਸ ਨੇ ਇਹ ਸੋਚਿਆ ਸੀ ਕਿ ਅਸੀਂ ਫ੍ਰੀ ਤੇ ਕਿਉਂ ਕੀਤਾ, ਵੀ ਜਿਨ੍ਹਾਂ ਨੂੰ ਜ਼ਰੂਰਤ ਸੀਗੀ ਉਹਨਾਂ ਨੂੰ ਕਰਨਾ ਚਾਹੀਦਾ, ਜਿਹੜੇ ਲੋਕ ਕੰਮਾਂ ਤੇ ਜਾਂਦੇ ਆ ਉਹ ਤਾਂ ਪੇ ਕਰ ਸਕਦੇ ਆ, ਉਹਨਾਂ ਨੂੰ ਵੀ ਫ੍ਰੀ ਸਰਵਿਸ ਦਿੱਤੀ ਗਈ ਹੈ। ਪਰ ਸੀਰੀਅਸਲੀ ਨਾਓ ਦੇ ਆਰ ਥਿੰਕਿੰਗ 2 ਜੁਲਾਈ ਤੋਂ ਕੱਲਾ ਜੀ ਬਰੈਂਪਟਨ ਦੇ ਵਿੱਚ ਨਹੀਂ, ਮੈਂ ਮਿਸਿਸਾਗਾ ਦੀ ਗੱਲ ਕਰ ਰਿਹਾ, ਮਿਸਿਸਾਗਾ ਦੇ ਵਿੱਚ ਵੀ ਜਿਹੜਾ ਫੇਅਰ ਸਿਸਟਮ ਹੈ ਉਹ ਸ਼ੁਰੂ ਹੋ ਰਿਹਾ। ਕੰਡੀਸ਼ਨਸ ਹੈਗੀਆਂ ਨੇ ਕਿ ਜਿਹੜੇ ਵੀ ਤੁਸੀਂ ਗੱਲ ਕੀਤੀ ਕਿ ਮਾਸਕ ਪਾਉਣਾ ਪਵੇਗਾ, ਨਾਲ ਦੀ ਸੀਟ ਖਾਲੀ ਹੋਵੇਗੀ ਜੀ, ਪਰ ਉਹ 'ਚ ਹੁਣ ਪ੍ਰੋਬਲਮ ਆਏਗੀ ਓਵਰ ਕਰਾਊਡਿੰਗ ਦੀ ਤਰ੍ਹਾਂ, ਜਿਹੜੀ ਹੁਣ ਅੱਧੀਆਂ ਸੀਟਾਂ ਤਾਂ ਪਹਿਲਾਂ ਹੀ ਚਲੀਆਂ ਗਈਆਂ ਨੇ ਤੇ ਲੋਕਾਂ ਨੇ ਹੁਣ ਕੰਮਾਂ ਤੇ ਜਾਣਾ ਸ਼ੁਰੂ ਹੋ ਗਿਆ। ਉਹਨਾਂ ਦਾ ਇਲਾਜ ਕੀ ਹੋਏਗਾ? ਸਰਵਿਸ ਡਬਲ ਨਹੀਂ ਹੋਏਗੀ। ਇਹ ਨਾ ਸਮਝੋ ਕਿ ਸੀਟਾਂ ਅੱਧੀਆਂ ਹੋ ਗਈਆਂ ਤੇ ਉਹਦੀ ਪਿੱਛੇ ਇੱਕ ਹੋਰ ਉਸੇ 19 ਸੀਟਾਂ ਵਾਲੀ ਬੱਸ ਆ ਰਹੀ ਹੈ, ਨੋ, ਸਰਵਿਸ ਉਨੀ ਹੀ ਰਹੇਗੀ। ਸੋ ਆਈ ਡੋਨਟ ਨੋ ਹਾਊ ਪੀਪਲ ਵਿਲ ਬੀ ਐਡਜਸਟਿੰਗ ਦਿਸ, ਪਰ ਇਹ ਗੱਲ ਇਹੀ ਹੈ ਕਿ ਮਾਸਕ ਹੁਣ ਹਰੇਕ ਨੂੰ ਪਾਉਣਾ ਪਿਆ ਕਰਿਆ। ਇਕੱਲੇ ਮੈਂ ਬਰੈਂਪਟਨ ਦੀ ਨਹੀਂ, ਮਿਸਾਗਾ ਦੀ ਨਹੀਂ, ਟੋਰਾਂਟੋ ਟ੍ਰਾਂਜ਼ਿਟ ਦੇ ਵਿੱਚ ਵੀ ਇਹੀ ਹਾਲ ਹੋ ਰਿਹਾ। ਕਿਉਂਕਿ ਮੈਂ ਜੀ ਅੱਜ ਪਲੇਨ ਤੇ ਆਇਆ, ਸਾਰੇ ਰਾਹ ਦੇ ਵਿੱਚ ਮਾਸਕ ਪਾਉਣਾ ਪਿਆ ਜੀ, ਈਵਨ ਡਿਊਰਿੰਗ ਦਾ ਫਲਾਈਟ। ਕੁਦਰਤੀ ਮੇਰੇ ਨਾਲ ਇੱਕ ਹੋਰ ਸ਼ਖਸ ਬੈਠੇ ਸੀਗੇ ਇੱਕ ਸੀਟ ਛੱਡ ਕੇ, ਉਹ ਸੁੱਤੇ ਪਏ ਸੀਗੇ ਤੇ ਉਹਨਾਂ ਦੇ ਮੂੰਹ ਦੇ ਉੱਤੇ ਮਾਸਕ ਲੈ ਗਿਆ। ਸੋ ਜਦੇ ਹੀ ਜਿਹੜੇ ਉਹਦੇ ਵਿੱਚ ਲੇਡੀਜ਼ ਕੰਮ ਕਰਦੀਆਂ ਨੇ ਉਹਨਾਂ ਨੇ ਆ ਕੇ ਉਹਨੂੰ ਜਗਾਇਆ, ਉਹਨੂੰ ਕਿਹਾ ਵੀ ਮਾਸਕ ਆਪਦਾ ਸਹੀ ਨੱਕ ਦੇ ਉੱਤੋਂ ਦੀ ਪਾਓ। ਸੋ ਇੰਨੀ ਸਖਤੀ ਹੋ ਰਹੀ ਆ, ਔਰ ਇਹਦੇ ਕਰਕੇ, ਕਿਉਂਕਿ ਗੱਲ ਉਹ ਹੈ ਵੀ ਸਾਨੂੰ ਵੀ ਹੈਵ ਟੂ ਲਰਨ ਟੂ ਲਿਵ ਵਿਦ COVID-19, ਨਾਟ ਇਹਦੀ ਜਦ ਤੱਕ ਦਵਾਈ ਨਹੀਂ ਆਉਂਦੀ। ਸੋ ਉਹਦਾ ਹਾਊ ਵੀ ਕੈਨ ਲਿਵ ਦੈਟ, ਸਾਨੂੰ ਆਪਦਾ ਪਰਹੇਜ਼ ਰੱਖਣਾ ਪਏਗਾ। ਪਰਹੇਜ਼ ਕਿਵੇਂ ਰੱਖੋਗੇ? ਸਾਨੂੰ ਮਾਸਕ ਪਾਉਣੇ ਪੈਣਗੇ, ਸਾਨੂੰ ਸੈਨੀਟਾਈਜ਼ਰ ਵਰਤਣੇ ਪੈਣਗੇ, ਸਾਨੂੰ ਕੋਸ਼ਿਸ਼ ਕਰਨੀ ਹੈ ਕਿ ਅਸੀਂ ਆਪਣੇ ਮੂੰਹ, ਨੱਕ, ਅੱਖਾਂ ਨੂੰ ਹੱਥ ਨਾ ਲਾਈਏ ਜੀ। ਬਿਲਕੁਲ ਸਰ। ਤੇ ਜਦੋਂ ਵੀ ਆਪਾਂ ਕਦੇ ਸੜਕ ਤੇ ਜਾਂਦੇ ਆ, ਰੋਡ ਤੇ ਜਾਂਦੇ ਆ, ਆਪਾਂ ਖੜੇ ਹੁੰਦੇ ਆ ਜਾਂ ਕੁਝ ਵੀ ਡਰਾਈਵ ਕਰਦੇ ਹੁੰਦੇ ਆ, ਸਿਗਨਲ ਤੇ ਵੀ ਖੜੀ ਹੋਈਏ, ਕੋਈ ਵਹੀਕਲ ਇਹੋ ਜਿਹਾ ਲੰਘਦਾ ਜਿਹਦੀ ਨੋਇਸ ਇਹੋ ਜਿਹੀ ਹੁੰਦੀ ਹੈ ਕਿ ਸਾਨੂੰ ਇੱਕਦਮ ਸਾਡਾ ਧਿਆਨ ਉਹਦੇ ਵੱਲ ਚੱਲ ਜਾਂਦਾ, ਕੋਈ ਬਾਈਕ ਹੋਵੇ ਜਾਂ ਕਾਰ ਹੋਵੇ, ਉਹਨਾਂ ਦੀ ਆਪਸ ਦੇ ਵਿੱਚ ਕੋਈ ਇੰਨਾ ਆਕਰਸ਼ਣ ਹੁੰਦਾ ਕਿ ਨਹੀਂ ਹੁੰਦਾ, ਪਰ ਉਹਨਾਂ ਦੀ ਆਵਾਜ਼ ਇੱਕ ਅਜਿਹੀ ਹੁੰਦੀ ਆ, ਇਹੋ ਜਿਹੀ ਨੋਇਸ ਉਹ ਕ੍ਰੀਏਟ ਕਰਦੇ ਆ ਕਿ ਮੁੱਲੋ-ਮੁੱਲੀ ਸਭ ਦਾ ਧਿਆਨ ਉਸ ਚੀਜ਼ ਵੱਲ ਚੱਲ ਜਾਂਦਾ। ਪਰ ਜੋ ਹੁਣ ਹਾਲਟਨ ਤੋਂ ਖਬਰ ਆ ਰਹੀ ਹੈ, ਇਹ ਸੁਣਨ ਵਿੱਚ ਆ ਰਿਹਾ ਕਿ ਜਿਹੜੀ ਹਾਲਟਨ ਦੀ ਪੁਲਿਸ ਆ ਉਹ ਬਾਈਕਸ ਤੇ ਕਾਰਾਂ ਦੀ ਅਜਿਹੀ ਨੋਇਸ ਦੇ ਉੱਤੇ ਹੁਣ ਸ਼ਿਕੰਜਾ ਕਸਣ ਜਾ ਰਹੀ ਹੈ। ਬਿਲਕੁਲ ਤਰਨ, ਜਿਹੜੇ ਨਾ ਨੋਇਜ਼ ਹੈ ਦੇ ਕਾਊਂਟ ਇਨ ਸਰਟਨ ਡੈਸੀਬਲਸ ਦੇ ਵਿੱਚ ਅਲਾਉ ਹੈਗਾ। ਉਹ ਦੂਜੇ ਵੱਧ ਡੈਸੀਬਲਸ ਦੀ ਨੋਇਜ਼ ਆਉਂਦੀ ਹੈ ਤਾਂ ਉਹਨੂੰ ਹਾਲਟਨ ਨੇ ਕਹਿ ਦਿੱਤਾ ਕਿ ਅਸੀਂ ਸਖਤੀ ਕਰਾਂਗੇ, ਜਿਹਨੂੰ ਵੱਧ ਨੋਇਜ਼ ਹੋਊਗੀ, ਨੋਇਜ਼ ਪੋਲੂਸ਼ਨ ਹੈ ਇਹ, ਅਸੀਂ ਉਹਨੂੰ ਚਾਰਜ ਕਰਿਆ ਕਰਾਂਗੇ। ਕਈ ਐਸੇ ਨੇ ਮੋਟਰ ਬਾਈਕਸ ਅਲਾਉਡ ਨੇ ਤਰਨ। ਉਹਦਾ ਰੀਜ਼ਨ ਇਹ ਹੈ ਕਿ ਮੋਟਰ ਬਾਈਕ ਦਿਸਦਾ ਨਹੀਂ ਹੈਗਾ, ਛੋਟੀ ਚੀਜ਼ ਆ, ਸਮਟਾਈਮ ਬਲਾਈਂਡ ਸਪੌਟ ਦੇ ਵਿੱਚ ਮਿਸ ਕਰ ਦਿੰਦਾ। ਸੋ ਉਹ ਥੋੜੇ ਜਿਹੇ, ਉਹ ਵੀ ਸਰਟਨ ਨਹੀਂ ਹੋਣੀ ਜਿਹਨੂੰ ਆਪਾਂ ਸਾਇਲੈਂਸਰ ਕਹਿੰਦੇ ਆ, ਉਹ ਲਾ ਕੇ ਤੁਸੀਂ ਚਲਾਓ ਫਿਰੋ, ਜਾਂ ਉਹਦੇ ਪਿੱਛੇ ਵੱਖਰੀ ਹੋਰ ਚੀਜ਼ ਲਾ ਲਓ ਜਿਹਨਾਂ ਹੋਰ ਖੜਕਾ ਹੁੰਦਾ, ਉਹ ਅਲਾਉਡ ਨਹੀਂ ਹੈ। ਪਰ ਫਿਰ ਵੀ ਜਿਹੜੇ ਮੋਟਰਸਾਈਕਲਸ ਨੇ ਉਹਨਾਂ ਨੂੰ ਇਹ ਅਲਾਉਡ ਹੈਗਾ ਕਿ ਉਹਦੀ ਆਵਾਜ਼ ਬਾਕੀ ਨਾਲੋਂ ਵੱਧ ਹੋ ਸਕਦੀ ਹੈ। ਪਰ ਪ੍ਰੋਬਲਮ ਇਹ ਆ ਰਹੀ ਹੈ ਕਈ ਲੋਕ ਕਾਰਾਂ ਦਾ ਇਹ ਕੰਮ ਕਰਦੇ ਆ, ਮੋਸਟਲੀ ਯੰਗ ਜਨਰੇਸ਼ਨ ਇਹੋ ਕੁਝ ਕਰਦੀ। ਉਹ ਉਮਰ ਹੁੰਦੀ ਆ ਉਸ ਵੇਲੇ ਇਹੋ ਜਿਹੀਆਂ ਚੀਜ਼ਾਂ ਕਰਨ ਨੂੰ ਜੀ ਕਰਦਾ, ਉਲਟ ਕਰਨ ਨੂੰ ਵੀ ਜੀ ਕਰਦਾ, ਔਰ ਉਹ ਕਾਰਾਂ ਨੂੰ ਮੋਡੀਫਾਈ ਕਰਦੇ ਨੇ ਉਹ ਸਰਟਨ ਟਾਈਪ ਤੇ ਜਾ ਕੇ। ਜਿਵੇਂ ਆਪਣੇ ਤਰਨ ਇੰਡੀਆ 'ਚ ਪਟਾਕੇ ਬੁਲਟ ਦਾ ਪਾਉਂਦੇ ਸੀਗੇ, ਇੱਥੇ ਹਾਂ ਗਾਣਾ ਵੀ ਆਇਆ ਸੀਗਾ ਇਹਦੇ ਉੱਤੇ, ਔਰ ਉਹ ਇਸੇ ਤਰ੍ਹਾਂ ਹੀ ਇੱਥੇ ਵੀ ਕਈ ਯੰਗ ਜਨਰੇਸ਼ਨ ਹੈਗੀ ਆ, ਉਹ ਪਤਾ ਨਹੀਂ ਕਰਦੇ ਕੀ ਆ, ਉਹ ਕਾਰ ਦਾ ਪਟਾਕਾ ਪਾਉਂਦੇ ਆ ਜੀ, ਐਂਡ ਸੱਚੀ ਸੁਣਦਾ ਪਟਾਕਾ ਬਿਲਕੁਲ ਇਸ ਹਿਸਾਬ ਦੇ ਵਿੱਚ ਆ। ਸੋ ਜਿਹੜੇ ਅਜਿਹਾ ਕੁਝ ਕਰਦੇ ਹੋ ਭਾਈ, ਥੋੜਾ ਖਿਆਲ ਰੱਖਿਓ। ਪੁਲਿਸ ਹੁਣ ਲੱਭਦੀ ਫਿਰਦੀ ਆ ਤੁਹਾਨੂੰ, ਕਿਉਂਕਿ ਖੜਕਾ ਤਾਂ ਸੁਣਦਾ ਬਹੁਤ ਦੂਰੋਂ ਹੈਗਾ। ਫੜੇ ਜਾਓਗੇ ਤਾਂ ਪਲੀਜ਼ ਆਪਦੀ ਜਿਹੜੀ ਕਾਰਾਂ ਜਿਹੜੀਆਂ ਇੰਨੀ ਜ਼ਿਆਦਾ ਮੋਡੀਫਿਕੇਸ਼ਨ ਕੀਤੀ ਆ, ਬ੍ਰਿੰਗ ਸਮਥਿੰਗ, ਉਹਨਾਂ ਦਾ ਜਿਹੜਾ ਨੋਇਜ਼ ਲੈਵਲ ਆ ਪਲੀਜ਼ ਥੱਲੇ ਲੈ ਆਓ, ਨਹੀਂ ਤਾਂ ਤੁਹਾਨੂੰ ਉਹਦਾ ਜੁਰਮਾਨਾ ਭਰਨਾ ਪਵੇਗਾ, ਨਾਲੇ ਤੁਸੀਂ ਚਲਾਉਣ ਨਹੀਂ ਜਾਓਗੇ, ਫਾਇਦਾ ਕੋਈ ਹੈ ਨਹੀਂ ਗਾ। ਪਟਾਕੇ ਜਿਹੜੇ ਪਾਉਣੇ ਸੀ ਪਾ ਲਏ, ਹੁਣ ਅੱਗੇ ਕੇਅਰਫੁਲ ਹੋ ਜਾਓ। ਬਿਲਕੁਲ। ਜਿਵੇਂ ਟਿਮ ਹਾਰਟਨਸ ਦੇ ਲੋਕੀ ਬਹੁਤ ਜ਼ਿਆਦਾ ਸ਼ੌਕੀਨ ਹੁੰਦੇ ਆ ਉੱਥੋਂ ਦੀਆਂ ਕਾਫੀਜ਼ ਵਗੈਰਾ ਦੇ, ਤੇ ਉਵੇਂ ਸਟਾਰਬਕਸ ਵੀ ਅਜਿਹਾ ਹੈ ਜਿੱਥੋਂ ਦੀ ਕਾਫੀ ਬਹੁਤ ਜ਼ਿਆਦਾ ਫੇਮਸ ਹੁੰਦੀ ਹੈ। ਸੁਣਿਆ ਕਿ ਸਟਾਰਬਕਸ ਕੈਨੇਡਾ ਵਿੱਚ ਕੁਝ ਆਪਣੇ ਸਟੋਰਸ ਬੰਦ ਕਰਨ ਜਾ ਰਿਹਾ, ਦੇ ਬਾਰੇ ਗੱਲ ਕਰਾਂਗੇ ਕਿ ਦਰਸ਼ਕ ਪਹਿਲਾਂ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਸੀਂ ਨਾਈਟ ਬਾਰੇ ਹੁਣੇ ਗੱਲ ਕਰ ਰਹੇ ਸੀ ਜੀ। ਮੈਂ ਕਹਿੰਦਾ ਇਹਨਾਂ ਤੇ ਜ਼ਰੂਰ ਕੋਈ ਨਾ ਪਾਬੰਦੀ ਲੱਗਣੀ ਚਾਹੀਦੀ ਹੈ। ਮਫਰਲ ਗੱਡੀਆਂ ਦੇ ਲਾ ਲੈਂਦੇ ਨੇ ਕੁਝ ਫੁਕਰੇ ਨੇ, ਤੇ ਉਹ ਇੰਨਾ ਰੌਲਾ ਪਾਉਂਦੇ ਆ, ਰਾੜ ਪਾਉਂਦੇ ਆ ਦੂਰ ਸੜਕ ਦੇ ਉੱਤੇ। ਮੈਂ ਕਈ ਕਹਿੰਦਾ ਇੱਕਦਮ ਸ਼ੇਕ ਹੋ ਜਾਂਦਾ ਬੰਦਾ ਸੜਕ ਦੇ ਕੰਢੇ ਤੇ ਖਲੋਤਾ, ਤੇ ਬਹੁਤ ਪ੍ਰੋਬਲਮ ਹੈ ਇਹਨਾਂ ਦੀ ਜ਼ਰੂਰ ਪਾਬੰਦੀ ਲੱਗਣੀ ਚਾਹੀਦੀ ਹੈ ਜੀ। ਸਿਟੀ ਮੇਅਰ ਨੂੰ ਵੀ ਮੈਂ ਕਈ ਵਾਰੀ ਕਾਲ ਕੀਤੀ, ਕੋਈ ਬੰਦਾ ਆਨਸਰ ਨਹੀਂ ਕਰਦਾ। ਇਹਨਾਂ ਦਾ ਜ਼ਰੂਰ ਕੁਛ ਨਾ ਕੁਛ ਹੋਵੇ ਵੀ ਇਹਦੇ ਨਾਲ ਜਿਹੜੀ ਕੰਟਰੋਲ ਹੋਵੇ। ਹਜੇ ਤਾਂ ਜੀ ਸ਼ੁਰੂਆਤ ਹਾਲਟਨ 'ਚ ਹੋਈ ਹੈ, ਤੁਹਾਨੂੰ ਲੱਗਦਾ ਕਿ ਬਾਕੀ ਥਾਵਾਂ ਤੇ ਵੀ ਹੋਣੀ ਚਾਹੀਦੀ ਆ? ਹੋਣੀ ਚਾਹੀਦੀ ਜੀ, ਬਰੰਪਟਨ 'ਚ ਹੋਣੀ ਚਾਹੀਦੀ ਹੈ। ਫੁਕਰੇ ਜ਼ਿਆਦਾ ਬਰੰਪਟਨ 'ਚ ਨੇ, ਮਫਰਲ ਲਾ ਦਿੰਦੇ ਨੇ ਗੱਡੀਆਂ ਦੇ, ਤੇ ਜਿਸ ਤਰ੍ਹਾਂ ਜਹਾਜ਼ ਉੱਡਦਾ ਨਾ ਇਸ ਤਰ੍ਹਾਂ ਦੀ ਆਵਾਜ਼ ਕਰਦੇ ਨੇ, ਵੱਖਰੀਆਂ ਆਵਾਜ਼ਾਂ ਕਰਦੇ ਨੇ ਜੀ। ਬਹੁਤ ਸ਼ੁਕਰੀਆ ਜੀ, ਤੁਸੀਂ ਆਪਣੀ ਜਿਹੜੀ ਰਾਏ ਸਾਡੇ ਨਾਲ ਰੱਖੀ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਪਤਾ ਇਹ ਕਿਉਂਕਿ ਲੱਗਦਾ ਹੈ ਬਰੰਪਟਨ 'ਚ ਰਹਿੰਦੇ ਨੇ, ਆਸੇ ਪਾਸੇ ਲੱਗਦਾ ਇੱਥੇ ਆਵਾਜ਼ ਨਹੀਂ, ਬਾਕੀ ਥਾਵਾਂ ਤੇ ਵੀ ਹੈ ਜੀ। ਜਿਹੜੀ ਇਹ ਯੰਗ ਜਨਰੇਸ਼ਨ ਹੈਗਾ ਉਹਦਾ ਉਸ ਵੇਲੇ
ਕੁਝ ਕਰਨ ਨੂੰ ਜੀ ਕਰਦਾ ਜੀ, ਫਿਰ ਇਹੋ ਜਿਹੀ ਕੋਈ ਗੱਲ ਕਰਦੇ। ਬਾਕੀ ਕਈ ਕਮਿਊਨਿਟੀਆਂ ਦੇ ਵਿੱਚ ਵੀ ਕੱਲੀ ਸਾਡੀ ਕਮਿਊਨਿਟੀ ਨਹੀਂ, ਜਦੋਂ ਬਰੈਂਪਟਨ ਅਸੀਂ ਕਹਿੰਦੇ ਕਿ ਮੇਰੇ ਕੋਲ ਸਾਡੀ ਕਮਿਊਨਿਟੀ ਹੋਵੇਗੀ, ਨਹੀਂ, ਇਹ ਦੂਸਰੀ ਕਮਿਊਨਿਟੀਜ਼ ਵੀ ਇਹੋ ਜਿਹਾ ਕੁਝ ਕਰਦੀਆਂ ਨੇ। ਕੋਈ ਸਮਾਂ ਸੀਗਾ ਵੁੱਡਬ੍ਰਿਜ ਦੇ ਏਰੀਆ 'ਚ ਇਹੋ ਜਿਹਾ ਕੁਝ ਬਹੁਤ ਕੁਝ ਹੁੰਦਾ ਸੀਗਾ, ਤੇ ਹੁਣ ਬਰੈਂਪਟਨ ਦੇ ਵਿੱਚ ਜਾਂ ਹਾਲਟਨ ਦਾ ਏਰੀਆ, ਜਿਹੜਾ ਓਕਵਿਲ ਦਾ ਏਰੀਆ ਜੀ, ਉਸ ਏਰੀਆ ਦੇ ਵਿੱਚ ਜਿਹੜਾ ਪੁਲਿਸ ਨੇ ਇਹ ਨੋਟੀਫਿਕੇਸ਼ਨ ਦਿੱਤਾ ਜੀ, ਵਾਰਨਿੰਗ ਦਿੱਤੀ ਹੈ। ਵਾਰਨਿੰਗ ਤੁਸੀਂ ਇਉਂ ਸਮਝ ਲਓ ਕਦੀ ਉੱਥੇ ਨਹੀਂ ਹੈ, ਬਾਕੀ ਥਾਵਾਂ ਤੇ ਵੀ ਹੈ। ਬੀ ਕੇਅਰਫੁਲ। ਐਂਡ ਮੈਂ ਇਹਨਾਂ ਨਾਲ ਐਗਰੀ ਕਰਦਾ ਜੀ ਕਿ ਨੋਇਜ਼ ਇੰਨੀ ਜ਼ਿਆਦਾ, ਕਈ ਵਾਰੀ ਤਰਨ ਇਉਂ ਲੱਗਦਾ ਜਿਵੇਂ ਤੁਹਾਡੇ ਹਾਰਟ ਦੇ ਵਿੱਚ ਠੱਕ ਠੱਕ ਵੱਜਦਾ ਹੁੰਦਾ, ਇੰਨੀ ਜ਼ੋਰ ਦੀ ਕਈਆਂ ਦਾ ਖੜਕਾ ਹੁੰਦਾ। ਸੋ ਸਭ ਨੂੰ ਰਿਕੁਐਸਟ ਹੈ ਜੀ, ਬੀ ਕੇਅਰਫੁਲ, ਫੋਲੋ ਆਲ ਦਾ ਜਿਹੜੇ ਸਾਡਾ ਕਾਨੂੰਨ ਹੈਗਾ ਉਹਦੇ ਮੁਤਾਬਕ ਤੁਹਾਨੂੰ ਨੋਇਜ਼ ਲੈਵਲ ਰੱਖਣਾ ਪਏਗਾ। ਬਿਲਕੁਲ ਜੀ। ਉਹ ਕਹਿੰਦੇ ਬਰੈਂਪਟਨ ਦੇ ਵੀ ਦੋ ਨਾਮ ਜਿਹੜੇ ਅੱਜ ਕੱਲ ਆਪਣੀ ਕਮਿਊਨਿਟੀ 'ਚ ਬਹੁਤ ਜ਼ਿਆਦਾ ਫੇਮਸ ਨੇ। ਕਹਿੰਦੇ ਬਰੈਂਪਟਨ ਅੱਜ ਕੱਲ ਬਰੈਂਪਟਨ ਨਹੀਂ, ਬਰੈਂਪਟਨਪੁਰ ਬਣ ਗਿਆ, ਜਾਂ ਫਿਰ ਇਹਨੂੰ ਬੀ ਟਾਊਨ ਜ਼ਿਆਦਾ ਕਹਿੰਦੇ ਆ। ਕਮਿੰਗ ਬੈਕ ਟੂ ਦਾ ਟਾਪਿਕ, ਸਟਾਰਬਕਸ ਦੀ ਗੱਲ ਕਰੀਏ। ਸਟਾਰਬਕਸ, ਹਾਂਜੀ, ਜਿਹੜਾ ਸਟਾਰਬਕਸ, ਹਾਂਜੀ, ਸੌਰੀ ਆਈ ਵਾਸ ਟਾਕਿੰਗ ਓਵਰ ਯੂ। ਸਟਾਰਬਕਸ ਤਰਨ ਇਹਦੇ 200 ਜਿਹੜੇ ਸਟੋਰਸ ਨੇ ਬੰਦ ਹੋਣ ਜਾ ਰਹੇ ਨੇ ਇਹ ਵਿੱਚ ਆਪਣੇ। ਮੈਂ ਆਮ ਟਾਕਿੰਗ ਅਬਾਊਟ ਕੈਨੇਡਾ ਵਾਈਡ, ਵਿੱਚ ਆਮ ਐਵਰੇਜ ਇਹਨਾਂ ਦੇ 100 ਸਟੋਰਸ ਦੀ ਲੋਕੇਸ਼ਨ ਵਗੈਰਾ ਚੇਂਜ ਵਗੈਰਾ ਹੁੰਦੀ ਰਹਿੰਦੀ ਹੈ। ਇਦੋਂ ਵੱਧ ਨਹੀਂ ਸੀ ਕਦੇ ਵੀ ਹੋਈ, ਕਿਉਂਕਿ ਕਿਸੇ ਦੇ ਲੀਜ਼ ਐਕਸਪਾਇਰ ਹੋ ਗਈ ਹੈ, ਫਿਰ ਲੋਕੇਸ਼ਨ ਚੇਂਜ ਕਰਕੇ ਦੂਜੀ ਥਾਂ ਚਲੇ ਜਾਂਦੇ ਆ। ਔਰ ਪਰ ਪਿਛਲੇ ਕੁਝ ਸਾਲਾਂ 'ਚ ਇਹਨਾਂ ਦੇ ਸਟੋਰ ਬੰਦ ਹੋਣ ਲੱਗੇ ਹੋਏ। ਸੇਲਸ ਦਾ ਫਰਕ ਹੈ ਜੀ, ਕੋਵਿਡ-19 ਨੇ ਰਹਿੰਦ ਖੂੰਹਦ ਕਰਤੀ ਆ। ਕਦੇ ਵੀ 100 ਤੋਂ ਉੱਪਰ ਕਦੇ ਸਟੋਰ ਇਹਨਾਂ ਬੰਦ ਨਹੀਂ ਹੋਇਆ, ਪਰ ਇਸ ਸਾਲ 200 ਸਟੋਰ ਬੰਦ ਹੋਣ ਜਾ ਰਹੇ ਜੀ। ਜਿਹੜੇ ਸਟਾਰਬਕਸ ਵਾਲੇ ਜੀ, ਉਹਨਾਂ ਨੂੰ ਫਿਰ ਆਪਦਾ ਉਹਦੇ ਸ਼ੌਕੀਨ ਨੇ ਤਰਨ, ਉਹ ਫਿਰ ਕੋਈ ਮੇਰੇ ਵਰਗਾ ਜੇ ਕਿਤੇ ਕਿਤੇ ਸਟਾਰਬਕਸ ਹੀ ਲੈ ਦਿੰਦਾ, ਤਾਂ ਫਿਰ ਮੈਂ ਤਾਂ ਖਾਲੀ ਕੱਪ ਹੀ ਨਾਲ ਹੀ ਦੇਈ ਫਿਰਦਾ ਵੀ ਲੋਕਾਂ ਨੂੰ ਪਤਾ ਲੱਗੇ ਮੈਂ ਸਟਾਰਬਕਸ ਪੀਤੀ ਹੈ। ਐਸੇ ਵੀ ਹੈਗੇ ਨੇ, ਤਾਂ ਕਈ ਵਾਰੀ ਜੀ ਕਰਦਾ ਵੀ ਚਲੋ ਪਤਾ ਲੱਗੇ ਵੀ ਮੈਂ ਅਮਰਗਨ ਸਿੰਘ ਵੀ ਸਟਾਰਬਕਸ ਅਫੋਰਡ ਕਰ ਸਕਦਾ ਕਿਤੇ ਕਿਤੇ। ਸੋ ਸਟਾਰਬਕਸ ਇਸ ਕਰਕੇ ਬੰਦ ਹੋ ਰਿਹਾ ਜੀ। 200 ਲੋਕੇਸ਼ਨਸ ਨੇ। ਉਹਦੇ ਪਿੱਛੇ ਹੁਣ ਦੇਖੋ, ਐਕਚੁਅਲੀ ਜਿਹੜੇ ਇਹਦਾ ਕਾਰਨ ਇਹੀ ਹੈ ਜੀ ਕਿ ਫਾਈਨੈਂਸ਼ਲੀ ਸਟਾਰਬਕਸ ਇਨ ਟਰਬਲ ਇਨ ਕੈਨੇਡਾ, that's why they are closing down their stores। ਬਿਲਕੁਲ ਜੀ। ਕਿਚਲਰ ਵਾਟਰਲੂ ਦੀ ਗੱਲ ਕਰ ਲਈ, ਉੱਥੋਂ ਦੇ ਐਮਪੀ ਨੂੰ ਜਿਹੜਾ ਆ ਲਿਬਰਲ ਕਾਕਸ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਬਿਲਕੁਲ। ਆਪਾਂ ਤਰਨ ਪਿਛਲੇ ਹਫਤੇ ਗੱਲ ਕੀਤੀ ਸੀ, ਮੈਂ ਕੱਲ ਫਰਾਈਡੇ ਨੂੰ ਗੱਲ ਕੀਤੀ ਸੀ ਕਿ ਇਹਦਾ ਮੰਡੇ ਤੱਕ ਕੁਛ ਨਾ ਕੁਛ ਹੋ ਜਾਣਾ ਚਾਹੀਦਾ। ਇਹ ਗੱਲ ਆ ਗਈ ਹੈ ਜੀ, ਔਰ ਉਹਦੇ ਵਿੱਚ ਜਸਟਿਨ ਟਰੂਡੋ ਸਾਹਿਬ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਨੇ, ਉਹਨਾਂ ਨੂੰ ਸਵਾਲ ਕੀਤਾ ਗਿਆ ਸੀਗਾ। ਉਹ ਕਹਿੰਦੇ ਮੈਨੂੰ ਤਾਂ ਫਰਾਈਡੇ ਪਤਾ ਲੱਗਿਆ, ਔਰ ਇਹ ਮੈਨੂੰ ਲੱਗਦਾ ਹੈ ਕਿ ਇਹ ਗੱਲ ਸਹੀ ਹੈ। ਰੀਜ਼ਨ ਹੈ ਉਹ ਕਹਿੰਦਾ ਕਿ ਜੇ ਉਹਨਾਂ ਨੂੰ ਪਹਿਲਾਂ ਪਤਾ ਹੁੰਦਾ ਤਾਂ ਆਪੋਜੀਸ਼ਨ ਨੂੰ ਵੀ ਪਤਾ ਲੱਗ ਜਾਣਾ ਸੀਗਾ, ਔਰ ਇਸ ਗੱਲ ਦਾ ਬਹੁਤ ਹੋ ਹੱਲਾ ਹੋਣਾ ਸੀਗਾ, ਇਹਦਾ ਰੌਲਾ ਜ਼ਰੂਰ ਪੈਣਾ ਸੀਗਾ। ਔਰ ਇਹ ਕਿਉਂ ਹੈ, ਇਹ ਗੱਲ ਦਬੀ ਰਹਿ ਗਈ। ਉਹਨਾਂ ਨੂੰ ਚਾਰਜ ਵੀ ਕੀਤਾ ਗਿਆ ਤੇ ਪਤਾ ਵੀ ਨਹੀਂ ਲੱਗਿਆ। ਇਹ ਬੜੀ ਵੱਡੀ ਗੱਲ ਆ, ਪਰ ਹੁਣ ਇਹ ਗੱਲ ਨਿਕਲ ਆਈ ਹੈ। ਤੇ ਉਹਨਾਂ ਦਾ ਨਾਮ ਹੈਗਾ ਜੀ ਤਬਾਰਾ ਸਾਹਿਬ, ਮਾਰਵਨ ਤਬਾਰਾ। ਇਹ ਲੈਬਨਾਨ ਤੋਂ ਨੇ ਜੀ। ਉਹਨਾਂ ਦੇ ਉੱਤੇ ਜਿਹੜੇ ਚਾਰਜਸ ਲੱਗੇ ਨੇ, 2 ਚਾਰਜਸ ਲੱਗੇ ਹੋਏ ਨੇ ਜੀ, ਤੇ ਉਹ ਇਸ ਵੇਲੇ ਉਹ ਕਾਕਸ ਤੋਂ ਬਾਹਰ ਹੋ ਗਏ ਨੇ ਜਾਂ ਕਰ ਦਿੱਤਾ ਗਿਆ, ਕੁਛ ਵੀ ਹੈ ਜੀ ਅਜਿਹੀ ਗੱਲ ਨੂੰ। ਕਿਉਂਕਿ ਜਿਹੜੀਆਂ ਪਾਰਟੀਆਂ ਨੇ ਉਹ ਇਹ ਨਹੀਂ ਚਾਹੁੰਦੀਆਂ ਕਿ ਸਾਡੇ ਉੱਤੇ ਹੋਰ ਦੋਸ਼ ਲੱਗੇ। ਜਿਹੜੇ ਬੰਦੇ ਨੇ ਗਲਤੀ ਕੀਤੀ ਹੈ, ਪਾਰਟੀਆਂ ਦੇ ਡੋਂਟ ਡਿਫੈਂਡ ਦਮ। ਇਹ ਇੱਥੇ ਫਰਕ ਹੈਗਾ ਜੀ। ਆਪਣੇ ਕੈਨੇਡਾ ਦੇ ਵਿੱਚ ਜੇ ਆਪਾਂ ਕਿਤੇ ਇੰਡੀਆ ਨਾਲ ਕੰਪੈਰੀਜ਼ਨ ਕਰਦੇ ਹਾਂ, ਉੱਥੇ ਅਜਿਹੀਆਂ ਗੱਲਾਂ ਆਮ ਦੋਸ਼ ਲੱਗਦੇ ਰਹਿੰਦੇ ਹੈਗੇ ਆ। ਉਹ ਫਰਕ ਕੋਈ ਨਹੀਂ ਪੈਂਦਾ, ਕਈ ਵਾਰੀ ਤਾਂ ਦੀ ਰੇਟਿੰਗ ਵੱਧ ਜਾਂਦੀ ਹੈ। ਪਰ ਇਸ ਜਗ੍ਹਾ ਦੇ ਉੱਤੇ ਜੀ ਇਹ ਤਬਾਰਾ ਸਾਹਿਬ ਨੂੰ ਜਦ ਤੱਕ ਇਹਨਾਂ ਦਾ ਕੇਸ ਸੋਲਵ ਨਹੀਂ ਹੋ ਜਾਂਦਾ ਜੀ, ਜਾਂ ਇਹਨਾਂ ਦੇ ਹੱਕ 'ਚ ਫੈਸਲਾ ਨਹੀਂ ਹੋ ਜਾਂਦਾ, ਉਦੋਂ ਤੱਕ ਇਹ ਕਾਕਸ ਤੋਂ ਬਾਹਰ ਰਹਿਣਗੇ। ਹਾਂ, ਮਾਈਨੋਰਿਟੀ ਗਵਰਨਮੈਂਟ ਹੈਗੀ ਆ, ਉਹਦੇ 'ਚ ਇਹਨਾਂ ਦਾ ਇੱਕ ਹੋਰ ਮੈਂਬਰ ਪਾਰਲੀਮੈਂਟ ਦਾ ਚਲਾ ਜਾਣਾ, ਪਰ ਬਹੁਤਾ ਫਰਕ ਨਹੀਂ ਪਏਗਾ, ਕਿਉਂਕਿ ਜਿਹੜੀ ਮੈਜੋਰਿਟੀ ਤੇ ਮਿਨੋਰਿਟੀ ਵਿੱਚ ਫਰਕ ਥੋੜਾ ਹੀ ਆ। ਇੱਕ ਦਾ ਕਾਕਸ ਮੈਂਬਰ ਚਲਾ ਗਿਆ ਤਾਂ ਕੋਈ ਏਡੀ ਗੱਲ ਨਹੀਂ ਜੀ। ਕਾਲ ਲੈ ਲਈ ਬਿਲਕੁਲ। ਹੈਲੋ ਹਾਂਜੀ ਤਰਨ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ। ਹਾਂਜੀ, ਐਡਮਿੰਟਨ ਤੋਂ ਬੋਲ ਰਹੇ ਸੀ। ਸੋ ਭਾਜੀ ਨੱਤ ਭਾਜੀਆਂ ਦਾ ਵੈਲਕਮ ਕਰਨਾ ਸੀਗਾ, ਮੋਸਟ ਵੈਲਕਮ। ਐਡਮਿੰਟਨ ਮੇਰੀ ਸਿਟੀ ਆਏ ਹੋਏ ਨੇ, ਬਹੁਤ ਮਿਲਣ ਨੂੰ ਵੀ ਜੀ ਕਰਦਾ ਸੀ ਉਹਨਾਂ ਨੂੰ ਜੀ। ਬਿਲਕੁਲ, ਥੈਂਕ ਯੂ ਜੀ, ਸੋ ਨਾਈਸ ਆਫ ਯੂ। ਥੈਂਕਸ ਕਰ ਰਹੇ ਨੇ ਜੀ ਤੁਹਾਡਾ ਉਹ ਜੀ। ਦੱਸੋ ਮੈਮ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਬਸ ਇਹ ਕਹਿਣਾ ਚਾਹੂੰਗੀ, ਥੈਂਕ ਯੂ ਸੋ ਮਚ ਉਹਨਾਂ ਦਾ, ਮੋਸਟ ਵੈਲਕਮ ਟੂ ਐਡਮਿੰਟਨ। ਐਡਮਿੰਟਨ ਦੇ ਕੀ ਹਾਲ ਚਾਲ ਨੇ ਜੀ? ਬਰਗਿਨ ਜੀ ਤੋਂ ਤਾਂ ਅਸੀਂ ਪੁੱਛ ਲਿਆ, ਉਹ ਤਾਂ ਹਜੇ ਅੱਜ ਟਰੈਵਲ ਕਰਕੇ ਉੱਥੇ ਪਹੁੰਚੇ ਨੇ। ਤੁਸੀਂ ਦੱਸੋ ਐਡਮਿੰਟਨ ਦਾ ਕੀ ਹਾਲ ਚਾਲ ਹੈ? ਕਰੋਨਾ ਵਾਇਰਸ ਦੇ ਕਿਵੇਂ ਦੇ ਮਾਮਲੇ ਉੱਥੇ ਸਾਹਮਣੇ ਆ ਰਹੇ ਨੇ? ਖੁੱਲ ਗਿਆ ਸਭ ਕੁਝ? ਨਹੀਂ ਜੀ, ਜ਼ਿਆਦਾ ਨਹੀਂ ਖੁੱਲਿਆ ਹਲੇ, ਥੋੜਾ ਥੋੜਾ ਕਰਕੇ ਖੁੱਲ ਰਹੇ ਹੈਗੇ ਆ, ਪਰ
ਠੀਕ ਹੈਗਾ, ਜਾਨੀ ਕਿ ਰੋਜ਼ 1-2 ਕੇਸ ਐਡਮਿਟਡ ਹੋ ਰਹੇ ਨੇ। ਓਕੇ Not ਜੀ, very bad. ਬਿਲਕੁਲ ਜੀ, ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤੀ ਆ। ਖਿਆਲ ਰੱਖੋ ਜੀ ਆਪਣਾ ਤੇ ਆਪਣੇ ਪਰਿਵਾਰ ਦਾ। ਥੈਂਕ ਯੂ ਸੋ ਮਚ ਜੀ। ਸਰ, ਅਸੀਂ ਗੱਲਬਾਤ ਕਰ ਰਹੇ ਸੀ। ਥੈਂਕ ਯੂ ਸੋ ਨਾਈਸ ਆਫ them। ਮੈਂ ਜੀ ਅੱਜ ਰਾਤ ਨੂੰ ਕੱਲ अर्ਲੀ ਮਾਰਨਿੰਗ ਮੈਂ ਵਾਪਸ ਚਲਾ ਜਾਣਾ ਜੀ। ਕੁਦਰਤੀ ਮੈਂ ਵਾਪਸ ਡਰਾਈਵ ਕਰਕੇ ਜਾਣਾ ਜੀ। ਇੱਥੇ ਮੇਰਾ ਬੇਟਾ ਰਹਿੰਦਾ ਜੀ, ਉਹਨੇ ਵਾਪਸ ਜਾਣਾ ਤੇ ਉਹਦੇ ਕੋਲੇ ਕਾਰਾਂ 2 ਸੀਗੀਆਂ ਤੇ ਅਸੀਂ ਕੱਲ ਤੋਂ ਡਰਾਈਵ ਕਰਨਾ ਤੇ ਜਿਹੜਾ ਕੱਲ ਨੂੰ ਫਿਰ ਦੇਖਾਂਗੇ, ਪਤਾ ਨਹੀਂ ਮੈਂ ਕਿਹੜੀ ਜਗ੍ਹਾ ਤੋਂ ਪ੍ਰੋਗਰਾਮ ਕਰਾਂਗਾ ਜੀ, ਪਰ ਪ੍ਰੋਗਰਾਮ ਕਰਾਂਗੇ ਜ਼ਰੂਰ। ਅਸੀਂ ਅਗਲੀ ਗੱਲ ਕਰੀਏ ਜੀ, ਤੁਹਾਨੂੰ ਮਿਲ ਸਕਦਾ ਜੀ। ਅਗਲੀ ਗੱਲ ਦੇ ਵਿੱਚ ਨਾਰਥ ਕੋਰੀਆ ਤੇ ਸਾਊਥ ਕੋਰੀਆ ਜਿਹੜੇ ਮੈਟਰਸ ਨੇ ਉਹਨਾਂ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਸੋ ਜਿਵੇਂ ਕਹਿੰਦੇ ਆ ਕਿ ਇੰਡੀਆ ਤੇ ਪਾਕਿਸਤਾਨ ਦੇ ਰਿਲੇਸ਼ਨਸ਼ਿਪ ਨੇ, ਉਵੇਂ ਨਾਰਥ ਕੋਰੀਆ ਤੇ ਸਾਊਥ ਕੋਰੀਆ ਦੇ ਅੱਜਕੱਲ ਰਿਲੇਸ਼ਨਸ਼ਿਪ ਬਣਦੇ ਜਾ ਰਹੇ ਨੇ। ਸੋ ਸਰ, ਇਹਨਾਂ ਦੀ ਆਪਸ ਦੇ ਵਿੱਚ ਬੋਲਚਾਲ ਜਮਾਂ ਹੀ ਬੰਦ ਹੁੰਦੀ ਜਾ ਰਹੀ ਹੈ, ਕੀ ਕਾਰਨ ਅਜਿਹਾ ਹੋ ਗਿਆ? ਤਰਨ ਬੋਲਚਾਲ ਬੰਦ ਹੋ ਗਈ ਆ। ਆਪਾਂ ਆਮ ਗੱਲਾਂ ਕਰਦੇ ਹੁੰਦੇ ਆ ਵੀ ਜੇ ਚਾਹੇ 2 ਦੇਸ਼ ਆਪਸ ਵਿੱਚ ਕਿੰਨਾ ਉਹਨਾਂ ਦਾ ਰੌਲਾ ਝਗੜਾ ਹੋ ਜਾਵੇ, ਸਰਟਨ ਜਿਹੜੀਆਂ ਹੌਟਲਾਈਨਸ ਹੁੰਦੀਆਂ ਨੇ ਉਹ ਓਪਨ ਰਹਿੰਦੀਆਂ ਨੇ। ਈਵਨ ਹੁਣ ਹਾਲਾਤ ਇਹ ਹੋਏ ਨੇ ਕਿ ਜਿਹੜੀ ਹੌਟਲਾਈਨ ਬਿਟਵੀਨ ਜਿਹੜੇ ਨਾਰਥ ਕੋਰੀਆ ਦੇ ਲੀਡਰ ਨੇ ਤੇ ਜਿਹੜੇ ਸਾਊਥ ਕੋਰੀਆ ਦੇ ਲੀਡਰ ਨੇ, ਇਹਨਾਂ ਦੇ ਵਿੱਚ ਜਿਹੜੀ ਹੌਟਲਾਈਨ ਸੀ ਉਹ ਵੀ ਬੰਦ ਹੋ ਗਈ ਹੈ। ਰੀਜ਼ਨ, ਇਹਨਾਂ ਨੇ ਨਾਰਥ ਕੋਰੀਆ ਨੇ ਇਸ ਚੀਜ਼ ਦਾ ਇਤਰਾਜ਼ ਕੀਤਾ ਕਿ ਕਈ ਡਿਫੈਕਟਰਸ ਨੇ ਜਿਹੜੇ ਨਾਰਥ ਕੋਰੀਆ ਵਿੱਚੋਂ ਸਾਊਥ ਕੋਰੀਆ ਚਲੇ ਜਾਂਦੇ ਨੇ, ਸਾਊਥ ਕੋਰੀਆ ਉਹਨਾਂ ਨੂੰ ਸਾਂਭਦਾ, ਔਰ ਡਿਫੈਕਟਰਸ ਆ ਕੇ ਉਹਨਾਂ ਨੇ ਜਿਹੜੇ ਦੋਨਾਂ ਦੇਸ਼ਾਂ ਦਾ ਬਾਰਡਰ ਹੈ ਉਹਦੇ ਉੱਤੇ ਬੈਲੂਨਸ ਛੱਡੇ ਨੇ, ਜਿਹੜੇ ਆਪਣੀ ਲਾਈਟ ਏਅਰ ਵਾਲੇ ਹੀਲੀਅਮ ਵਗੈਰਾ ਦੇ ਬੈਲੂਨਸ ਹੁੰਦੇ ਨੇ, ਉਹ ਬੈਲੂਨਸ ਛੱਡੇ ਆ। ਉਹਦੇ ਨਾਲ ਲੀਫਲੈਟਸ ਪਾਏ ਨੇ ਜਿਸ ਚ ਕਿ ਜਿਹੜੀ ਨਾਰਥ ਕੋਰੀਅਨ ਗਵਰਨਮੈਂਟ ਆ ਉਹਦੇ ਅਗੇਂਸਟ ਗੱਲਾਂ ਕਹੀਆਂ ਹੋਈਆਂ ਨੇ। ਉਹ ਹੀਲੀਅਮ ਦਾ ਬੈਲੂਨ ਹੈ ਜੀ, ਸਰਟਨ ਹਾਈਟ ਤੱਕ ਜਾਂਦਾ, ਉੱਥੇ ਜਾ ਕੇ ਫਟ ਜਾਂਦਾ ਤੇ ਜਾ ਕੇ ਡਿੱਗਦਾ। ਉਹ ਫਿਰ ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ, ਉਹਨਾਂ ਨੇ ਇਸ ਕਰਕੇ ਆਪਦੇ ਸਾਰੇ ਰਿਲੇਸ਼ਨ ਬੰਦ ਕਰਤੇ। ਇਹਦੇ ਪਿੱਛੇ ਕਾਰਨ ਕੀ ਹੈ? ਇੱਕ ਹੋਰ ਆ, ਜਿਹੜਾ ਉਮਜੰਗ ਆ ਉਹਦੀ ਸਿਸਟਰ ਹੈ ਜੀ, ਉਹ ਬਹੁਤ ਅੱਗੇ ਵੱਧ ਕੇ ਆ ਰਹੀ ਹੈ। ਅੱਗੇ ਤਾਂ ਸਿਰਫ ਉਹਦੀ ਸਿਸਟਰ ਕਰਕੇ ਹੋਈ ਜਾਣੀ ਜਾਂਦੀ ਸੀ, ਪਰ ਨਾਓ ਸ਼ੀ ਇਜ਼ ਬਿਕਮਿੰਗ ਅ ਮੇਜਰ ਪਾਲਿਸੀ ਮੇਕਰ। ਉਹਨੇ ਜਿੰਨੀ ਵੀ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪਿਛਲੀ ਓਲੰਪਿਕ ਸੀਗੀ ਸੋਲ ਦੇ ਵਿੱਚ, ਤਾਂ ਉਹ ਡੈਲੀਗੇਸ਼ਨ ਸੀਗੀ। ਸੋ ਉਸ ਵੇਲੇ ਉਹਨੂੰ ਉਹਦਾ ਐਕਚੁਅਲ ਐਕਸਪੋਜ਼ਰ ਇੰਟਰਨੈਸ਼ਨਲ ਤੌਰ ਤੇ ਹੋਇਆ ਸੀ। ਐਂਡ ਦ ਵੇ ਦੇ ਆਰ ਟਾਕਿੰਗ ਅਬਾਊਟ ਇਟ, ਆਮ ਨਾਟ ਟਾਕਿੰਗ ਅਬਾਊਟ ਨਾਰਥ ਕੋਰੀਅਨਸ ਦੇ ਬਾਰੇ ਜਿਵੇਂ ਗੱਲ ਕਰਦੇ ਨੇ, ਦ ਰੈਸਟ ਆਫ ਦ ਕੰਟਰੀਜ਼ ਜਿਵੇਂ ਗੱਲ ਕਰ ਰਹੇ ਨੇ, ਕਹਿੰਦੇ ਸ਼ੀ ਇਜ਼ ਅ ਵੈਰੀ ਸਮਾਰਟ, ਸ਼ੀ ਇਜ਼ ਵੈਰੀ ਵਿਟੀ। ਜਦੋਂ ਗੱਲ ਆਉਂਦੀ ਆ ਉਹਨੂੰ ਕਈ ਹੁੰਦਾ ਨਾ ਲਾ ਕੇ ਕਰਨੀ ਹੈ, ਕਹਿੰਦੇ ਉਹਦਾ ਅੰਦਾਜ਼ ਐਸਾ ਹੈਗਾ ਕਿ ਉਹ ਗੱਲ ਲਾ ਕੇ ਵੀ ਕਰ ਸਕਦੀ ਹੈ, ਔਰ ਚਿਹਰੇ ਤੋਂ ਉਹਦੇ ਜਿਹੜੀ ਮੁਸਕਰਾਹਟ ਆ ਉਹ ਜਾਂਦੀ ਨਹੀਂ ਹੈਗੀ ਆ। ਔਰ ਇਸ ਵੇਲੇ ਜਿਹੜੇ ਮੇਜਰ ਪਾਲਿਸੀ ਮੇਕਰ ਆ ਰਹੀ ਆ, ਤਾਂ ਉਹ ਲੱਗ ਰਿਹਾ ਜਿਹੜੇ ਹਿਸਾਬ 'ਚ ਜਿਹੜੇ ਉਮਜੰਗ ਦੀ ਹਾਲਾਤ ਕਿਆ ਸਵਾਈਆਂ ਹੋ ਰਹੀਆਂ ਸੀਗੀਆਂ, ਇੰਨਾ ਕੁਛ ਉਹਦੇ ਬਾਰੇ ਜਾਣਿਆ ਜਾ ਰਿਹਾ ਸੀਗਾ। ਲੋਕਾਂ ਨੂੰ ਬੜੀਆਂ ਫਿਕਰਮੰਦ ਸੀਗੇ। ਕਈ ਤਾਂ ਐਸੀਆਂ ਆ ਗਈਆਂ ਸੀ ਕਿ ਸ਼ਾਇਦ ਉਹਨਾਂ ਦੀ ਡੈਥ ਹੋ ਚੁੱਕੀ ਹੈ, ਐਸੀਆਂ ਵੀ ਅਫਵਾਹਾਂ ਆ ਗਈਆਂ ਸੀਗੀਆਂ। ਪਰ ਇਹ ਮੈਨੂੰ ਇਉਂ ਲੱਗਦਾ ਕਿ ਕਿਮ ਜੰਗ ਉਨ ਦਾ ਜਿਹੜਾ ਉੱਤਰਾਧਿਕਾਰੀ ਹੈ, ਹਾਲਾਂਕਿ ਉੱਥੇ ਲੇਡੀਜ਼ ਨੂੰ ਇੰਨੀ ਮਹੱਤਤਾ ਨਹੀਂ ਦਿੱਤੀ ਜਾਂਦੀ, ਉਹਦਾ ਐਕਚੁਅਲੀ ਉੱਤਰਾਧਿਕਾਰੀ ਇਸ ਵੇਲੇ ਪੈਦਾ ਹੋ ਗਿਆ ਪੋਲੀਟੀਕਲੀ, ਔਰ ਉਹ ਬਹੁਤ ਵੱਧ ਚੜ ਕੇ ਇਸ ਵੇਲੇ ਪੋਲਿਟਿਕਸ ਵਿੱਚ ਹਿੱਸਾ ਲੈ ਰਹੀ ਆ। ਔਰ ਜਿਹੜੀ ਇਹ ਪਾਲਿਸੀ ਉਹਨਾਂ ਨਾਲ ਸਾਰਾ ਕੁਝ ਬੰਦ ਕਰਨ ਦੀ ਹੋਈ ਹੈ, ਇਟਸ ਬਿਕੋਜ਼ ਆਫ ਹਰ। ਸਰ, ਥੋੜੀ ਜਿਹੀ ਭਾਰਤ ਦੀ ਵੀ ਗੱਲ ਕਰ ਲਈਏ ਤੇ ਥੋੜੀ ਜਿਹੀ ਭਾਰਤ ਵੱਲੋਂ ਜਿਹੜੀ ਪੋਜ਼ਿਟਿਵ ਖਬਰ ਸਾਹਮਣੇ ਆ ਰਹੀ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ 5ਵੇਂ ਨੰਬਰ ਤੇ ਕਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਭਾਰਤ ਪਹੁੰਚ ਚੁੱਕਿਆ ਹੈ। ਸੋ ਇਸ ਵਕਤ ਜੋ ਖਬਰ ਆ ਰਹੀ ਹੈ ਕਿ ਭਾਰਤ ਦੇ ਵਿੱਚ ਕਰੋਨਾ ਵਾਇਰਸ ਦੇ ਜਿੰਨੇ ਮਾਮਲੇ ਸਾਹਮਣੇ ਆਏ ਨੇ, ਰਿਕਵਰੀ ਦੇ ਮਾਮਲੇ ਉਸ ਤੋਂ ਵੱਧ ਚੁੱਕੇ ਨੇ, ਮਤਲਬ ਕਿ ਜ਼ਿਆਦਾ ਜਿਹੜੇ ਪੇਸ਼ੈਂਟ ਸੀ ਹੁਣ ਠੀਕ ਹੋ ਚੁੱਕੇ ਨੇ ਐਜ਼ ਕੰਪੇਅਰ ਟੂ ਜਿੰਨੇ ਪੇਸ਼ੈਂਟ ਇਸ ਵਕਤ ਸਾਹਮਣੇ ਆ ਰਹੇ ਨੇ। ਤਰਨ, ਇਟਸ ਇਹਨੂੰ ਕਹਿੰਦਾ ਡਬਲ ਐਜ ਸਵੋਰਡ, ਦੋ ਧਾਰੀ ਤਲਵਾਰ ਹੈ ਇਹ। ਜੇ ਉਧਰੋਂ ਨੰਬਰ ਘਟਿਆ ਤਾਂ ਦੂਸਰੇ ਪਾਸੇ ਕੋਵਿਡ ਕੇਸਿਸ ਦਾ ਨੰਬਰ ਵੱਧ ਵੀ ਬਹੁਤ ਗਿਆ। ਆਪਾਂ ਕੁਝ ਦਿਨ ਪਹਿਲਾਂ ਗੱਲ ਕੀਤੀ ਸੀ ਕਿ ਵਾਸ਼ਿੰਗਟਨ ਪੋਸਟ ਦੀ ਗੱਲ ਸੀ ਕਿ ਸਰਟਨ ਏਰੀਆ, ਮੁੰਬਈ ਦਾ ਹਾਲ ਇਸ ਵੇਲੇ ਕੋਈ ਬਹੁਤਾ ਵਧੀਆ ਨਹੀਂ ਹੈ। ਮੁੰਬਈ ਦੇ ਵਿੱਚ 10,000 ਤੋਂ ਉੱਪਰ ਕੇਸ ਤੇ ਮੂਹਰੇ ਆ ਗਏ ਨੇ ਹੈਗੇ। ਠੀਕ ਆ, ਜਿਹੜੇ ਸੋਲਵ ਹੋ ਰਹੇ ਨੇ ਦੈਟਸ ਫਾਈਨ, ਪਰ ਜਿਹੜੇ ਇੰਨੇ ਕੇਸ ਵੱਧ ਜਾਣੇ ਇਕੱਲੇ ਮੁੰਬਈ ਦਾ ਹੀ ਆ ਰਿਹਾ, ਤੇ ਜਿਹੜੇ ਬਾਕੀ ਮੈਟਰੋਪੋਲੀਟਨ ਸਿਟੀਜ਼ ਨੇ ਜੀ ਉਹਨਾਂ ਦਾ ਹਾਲ ਵੀ ਕੋਈ ਬਹੁਤਾ ਚੰਗਾ ਨਹੀਂ ਹੈ। ਠੀਕ ਆ, ਪੰਜਾਬ ਦੇ ਵਿੱਚ ਜਿਹੜੀਆਂ ਖਬਰਾਂ ਆ ਰਹੀਆਂ, ਪੰਜਾਬ ਦਾ ਹਲੇ ਹਾਲ looks like it's under control the way the government is talking about, ਪਰ ਜਿਹੜੇ ਦੂਜੇ ਮੈਟਰੋਪੋਲੀਟਨ ਸਿਟੀਜ਼ ਨੇ ਉਹਨਾਂ ਦੇ ਵਿੱਚ ਹਾਲਤ ਮਾੜੀ ਹੈ ਜੀ, ਔਰ ਦਵਾਈ ਹੈ ਨਹੀਂ ਗੀ। ਮੈਨੂੰ ਨਹੀਂ ਪਤਾ ਇਹ ਗੱਲ ਕਿੱਥੇ ਜਾ ਕੇ ਖੜੀ। ਦੇਰ ਇਜ਼ ਅ ਰੀਜ਼ਨ। ਆਪਾਂ ਕੱਲ ਗੱਲ ਕੀਤੀ ਸੀਗੀ, ਜਿਹੜਾ ਆਸਟ੍ਰੇਲੀਆ ਨੇ ਬੈਨ ਕੀਤਾ, ਬੈਨ ਕਰਨ ਵਾਸਤੇ ਸੋਚ ਰਿਹਾ ਵੀ ਇੰਡੀਆ ਤੋਂ ਜਿਹੜੇ ਲੋਕ ਆਉਣਗੇ ਅਸੀਂ ਉਹਨਾਂ ਨੂੰ ਛੇਤੀ ਕਿਤੇ ਲੈਣਾ ਨਹੀਂ ਹੈ। ਉਹਦਾ ਰੀਜ਼ਨ ਹੈ ਇਹ ਹਾਲਾਤ ਲੱਗਦਾ ਕਿ ਬਹੁਤੇ ਸਾਜ਼ਗਾਰ ਨਹੀਂ ਹੈ, ਨਾਸਾਜ਼ ਨੇ ਉੱਥੇ, ਔਰ ਇਟਸ ਅ ਵੈਰੀ ਸੀਰੀਅਸ ਪ੍ਰੋਬਲਮ। ਉੱਥੋਂ ਦੀ ਗਵਰਨਮੈਂਟ ਨੂੰ ਇਸ ਮਾਮਲੇ ਬਾਰੇ ਬਹੁਤ ਜ਼ਰੂਰ ਸੋਚਣਾ ਪਏਗਾ ਜੀ। ਠੀਕ ਹੈ, ਉਹਨਾਂ ਨੇ, ਤੁਸੀਂ ਕੱਲ ਹੋਰ ਦੇਖੋ ਤਰਨ,
ਸਿਰਫ ਦੋ ਸੂਬਿਆਂ ਦੇ ਬਾਰੇ ਬਹੁਤੀ ਗੱਲ ਆ ਰਹੀ ਹੈ, ਜਾਂ ਦਿੱਲੀ ਦੀ ਪ੍ਰੋਬਲਮ ਆ ਰਹੀ ਹੈ ਜਾਂ ਮਹਾਰਾਸ਼ਟਰ ਦੀ ਆ ਰਹੀ ਹੈ। ਦੋ ਥਾਵਾਂ ਦੀ ਆ ਰਹੀ, ਹੋਰ ਕਿਤੇ ਦੀ ਨਹੀਂ ਆ ਰਹੀ। ਉਹਦਾ ਇੱਕ ਰੀਜ਼ਨ ਹੈ, ਵਨ ਆਫ ਦਾ ਰੀਜ਼ਨ, ਮੇ ਬੀ ਹੋਰ ਰੀਜ਼ਨ ਵੀ ਹੋਣਗੇ। ਇੱਕ ਰੀਜ਼ਨ ਮੈਂ ਜ਼ਰੂਰ ਡਿਸਕਸ ਕਰਨਾ ਚਾਹਾਂਗਾ, ਉਹ ਰੀਜ਼ਨ ਇਹ ਹੈ ਕਿ ਦੋਨਾਂ ਥਾਵਾਂ ਤੇ ਆਪੋਜੀਸ਼ਨ ਦੀ ਸਰਕਾਰ ਹੈ। ਮੈਂ ਵੀ ਇਹੀ ਕਹਿਣਾ, ਦੋਨਾਂ ਥਾਵਾਂ ਤੇ ਦੋਨਾਂ ਥਾਵਾਂ ਤੇ ਬੀਜੇਪੀ ਦੀ ਸਰਕਾਰ ਨਹੀਂ ਹੈ। ਠੀਕ ਹੈ, ਪੰਜਾਬ ਵਿੱਚ ਵੀ ਨਹੀਂ ਹੈ, ਪਰ ਉਹਨਾਂ ਦੋ ਥਾਵਾਂ ਦੇ ਉੱਤੇ ਉਹ ਦੋਨੇ ਸਰਕਾਰਾਂ ਕਾਮਯਾਬ ਨੇ। ਉਹ ਦੋਨਾਂ ਥਾਵਾਂ ਦੇ ਉੱਤੇ ਸਾਰੇ ਕੇਸਿਸ ਆ ਰਹੇ ਨੇ। ਬਾਕੀ ਇੰਡੀਆ ਕਿੱਥੇ ਹੈ? ਬਾਕੀ ਥਾਵਾਂ ਤੇ ਵੀ ਹੈਗਾ। ਜੇ ਕਿਤੇ ਉਹ ਨੰਬਰ ਵੀ ਬਾਹਰ ਆਉਣ ਲੱਗ ਪਏ ਤਾਂ ਮੈਨੂੰ ਪਰਮਾਤਮਾ ਮਿਹਰ ਕਰੇ, ਇੰਡੀਆ ਛੇਤੀ ਇਸ ਉਲਝਣ ਦੇ ਵਿੱਚੋਂ ਨਿਕਲੇ। ਬਿਲਕੁਲ ਜੀ, ਜਿਵੇਂ ਪੰਜਾਬ ਦੀ ਤੁਸੀਂ ਗੱਲ ਕੀਤੀ, ਇਸ ਵਕਤ 97 98 ਨੰਬਰ ਤੇ ਪੰਜਾਬ ਚੱਲ ਰਿਹਾ। 2805 ਕੇਸ ਇਸ ਵਕਤ ਪੰਜਾਬ ਵਿੱਚ ਸਾਹਮਣੇ ਆ ਚੁੱਕੇ ਨੇ। ਮਹਾਰਾਸ਼ਟਰ ਦੀ ਤੁਸੀਂ ਗੱਲ ਕੀਤੀ ਹੈ, ਹਰ ਰੋਜ਼ ਇੰਨੇ ਵੱਡੀ ਮਾਮਲੇ ਸਾਹਮਣੇ ਆ ਰਹੇ ਨੇ ਗਿਣਤੀ ਵਿੱਚ। ਇਹ ਵੀ ਕਿਹਾ ਜਾ ਰਿਹਾ ਕਿ ਮਹਾਰਾਸ਼ਟਰ ਵਿੱਚ ਜਿੰਨੀ ਟੈਸਟਿੰਗ ਹੋਣੀ ਚਾਹੀਦੀ ਹੈ ਉਸ ਅਕੋਰਡਿੰਗ ਟੈਸਟਿੰਗ ਹੀ ਨਹੀਂ ਹੋ ਰਹੀ। ਹਰ ਰੋਜ਼ 5 ਤੋਂ 6 ਹਜ਼ਾਰ ਦੀ ਟੈਸਟਿੰਗ ਹੋ ਰਹੀ ਹੈ, ਜਦਕਿ ਇਸ ਤੋਂ ਵੱਧ ਦੀ ਹੋਣੀ ਚਾਹੀਦੀ ਹੈ ਜਿਸ ਅਕੋਰਡਿੰਗ ਉੱਥੇ ਆਬਾਦੀ ਹੈਗੀ ਹੈ। ਗੱਲ ਉਹੀ ਆ ਜਾਂਦੀ ਹੈ ਜੀ, ਕੱਲੀ ਉੱਥੋਂ ਦੀ ਗੱਲ ਕਿਉਂ ਹੋ ਰਹੀ ਹੈ, ਬਾਕੀ ਦੇ ਦੇਸ਼ ਦੀ ਕਿਉਂ ਨਹੀਂ ਹੋ ਰਹੀ? ਅੱਛਾ, ਬਹੁਤੇ ਥਾਵਾਂ ਤੇ ਇਹ ਸਾਡੇ ਕੈਨੇਡਾ 'ਚ ਫ੍ਰੀ ਹੈ ਜੀ ਦੀ ਟੈਸਟਿੰਗ। ਜਿੰਨਾ ਕਿ ਮੈਨੂੰ ਉੱਥੋਂ ਪਤਾ ਲੱਗਿਆ ਜੀ, ਅਪ ਟੂ 4500 ਰੁਪੀਜ਼ ਚਾਰਜ ਕੀਤੇ ਜਾਂਦੇ ਨੇ ਇਹਦੇ ਟੈਸਟ ਕਰਨ। ਹਰ ਕੋਈ ਤਾਂ ਅਫੋਰਡ ਨਹੀਂ ਕਰ ਸਕਦਾ। ਔਰ ਪ੍ਰੋਬਲਮ ਇਹ ਹੈ ਤਰਨ, ਬਹੁਤੇ ਜਿਹੜੇ ਗਰੀਬ ਹੈਗਾ ਤਬਕਾ, ਉਹਦੇ ਵਿੱਚ ਕੇਸਿਸ ਜ਼ਿਆਦੇ ਨੇ। ਉਹ ਬੰਦੇ ਨੂੰ ਤਾਂ ਰੋਟੀ ਦੀ ਫਿਕਰ ਪਈ ਆ, ਉਹ ਆਪਦਾ 4500 ਰੁਪਇਆ ਦੇ ਕੇ ਟੈਸਟ ਕਿੱਥੋਂ ਕਰਵਾਏ? ਪਰਿਵਾਰ ਦੇ ਵਿੱਚ 4 ਜੀ ਨੇ, 18000 ਰੁਪਇਆ ਹੋ ਗਿਆ। ਇਹਨਾਂ ਤਾਂ ਬੰਦਾ ਕਮਾਉਂਦਾ ਵੀ ਹੈ ਨਹੀਂ, ਕਿੱਥੋਂ ਇਹਨਾਂ ਕਰੇਗਾ? ਸਰਕਾਰ ਨੂੰ ਜੇ ਇਸ ਨੂੰ ਕੰਟਰੋਲ ਕਰਨਾ, ਜਾਂ ਤਾਂ ਇਹਦੀ ਫ੍ਰੀ ਕਰਨਾ ਪਏਗਾ, ਤੇ ਜਾਂ ਇਹਨੂੰ ਕੁਝ ਕੰਟਰੋਲ ਕਰਨਾ ਪਏਗਾ ਕਿ ਜਿਹੜੇ ਬੰਦਾ ਹੈਗਾ ਉਹਦੇ ਅਫੋਰਡੇਬਿਲਿਟੀ ਚ ਲੈ ਕੇ ਆਉਣਾ। ਜੇ ਬਾਕੀ ਦੇ ਕੰਟਰੀ ਫ੍ਰੀ ਕਰ ਸਕਦੇ ਆ, ਤਾਂ ਇੰਡੀਆ ਤਾਂ ਆਪਦੇ ਆਪ ਨੂੰ ਬਹੁਤ ਵੱਡੀ ਨਿਊਕਲੀਅਰ ਪਾਵਰ ਬਣਾਈ ਬੈਠਾ, ਆਪਦੇ ਆਪ ਨੂੰ ਬਹੁਤ ਵੱਡਾ ਦੇਸ਼ ਕਹਾਉਂਦਾ ਵਰਲਡ ਲੈਵਲ ਦੇ ਉੱਤੇ। ਅਸੀਂ ਪਾਕਿਸਤਾਨ ਦੇ ਮੁਕਾਬਲੇ ਅਸੀਂ ਬਹੁਤ ਅੱਗੇ ਫਿਰਦੇ ਹਾਂ, ਇਕੱਠੇ ਆਜ਼ਾਦ ਹੋਏ ਹਾਂ, ਤਾਂ ਅਸੀਂ ਇਹ ਕੰਮ ਕਿਉਂ ਨਹੀਂ ਕਰ ਸਕਦੇ? ਜੇ ਅਸੀਂ ਕੰਮ ਨਹੀਂ ਕਰਾਂਗੇ ਤਰਨ, ਜੇ ਇਹ ਫੈਲ ਗਿਆ ਹੋਰ ਵੀ, ਕੰਟਰੋਲ ਕਰਨਾ ਮੁਸ਼ਕਲ ਹੋ ਜਾਏਗਾ, ਮੌਤ ਬੜੀ ਹੋ ਜਾਏਗੀ। ਸਾਡੀ ਸਰਕਾਰਾਂ ਨੂੰ ਪਲੀਜ਼, ਸਾਡੀ ਅਪੀਲ ਹੀ ਹੈ ਜੀ, ਪਲੀਜ਼ ਇਸ ਮਾਮਲੇ ਬਾਰੇ ਬਹੁਤ ਸੀਰੀਅਸਲੀ ਸੋਚਣਾ। ਸਰ, ਜਿਵੇਂ ਆਪਣੇ ਉਰੇ ਆ ਕਿ ਜੇਕਰ ਤੁਹਾਨੂੰ ਫੀਲ ਹੋ ਰਿਹਾ, ਆਪਣੇ ਤਾਂ ਹੁਣ ਬਾਰ-ਬਾਰ ਕਹਿ ਰਿਹਾ ਕਿ ਜੇ ਤੁਹਾਨੂੰ ਥੋੜੇ ਬਹੁਤ ਸਿੰਪਟਮਸ ਦਿਖਦੇ ਆ, ਤੁਸੀਂ ਜਾ ਕੇ ਟੈਸਟ ਕਰਵਾ ਕੇ ਆਓ, ਦੈਟ ਇਜ਼ ਫ੍ਰੀ ਆਫ ਕਾਸਟ। ਬਟ ਇੰਡੀਆ ਵਿੱਚ ਇਹ ਆ ਕਿ ਜੇਕਰ ਤੁਹਾਨੂੰ ਸਿੰਪਟਮ ਦਿਖ ਰਿਹਾ, ਬਿਨਾਂ ਡਾਕਟਰ ਦੀ ਸਲਾਹ ਦੇ ਜੇ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ 4500 ਰੁਪਇਆ ਖਰਚਣਾ ਪਊਗਾ, ਆਪਣੀ ਮਰਜ਼ੀ ਨਾਲ, ਬਿਨਾਂ ਡਾਕਟਰ ਦੀ ਸਲਾਹ ਦੇ ਜੇ ਤੁਸੀਂ ਖਰਚ ਕਰਦੇ ਹੋ। ਸੋ ਹਰ ਕਿਸੇ ਲਈ ਕੋਈ ਡਰਦਾ ਵੀ ਹੋਏਗਾ ਨਾ, ਤਾਂ ਡਰਦਾ ਆਪਣੀ ਮਰਜ਼ੀ ਨਾਲ ਨਹੀਂ ਜਾਏਗਾ। ਜਦ ਤੱਕ ਡਾਕਟਰ ਰਿਕਮੈਂਡ ਨਹੀਂ ਕਰਦਾ ਤਾਂ ਥੋੜੀ ਬਹੁਤ ਉਹਨਾਂ ਨੂੰ ਸਹੂਲਤ ਜ਼ਰੂਰ ਆ ਕਿ ਜੇ ਡਾਕਟਰ ਰਿਕਮੈਂਡ ਕਰਦੇ ਤਾਂ ਖਰਚਾ ਨਹੀਂ ਹੋਏਗਾ। ਪਰ ਜੇ ਤੁਸੀਂ ਆਪਦੀ ਮਰਜ਼ੀ ਨਾਲ ਵਿਦਆਊਟ ਡਾਕਟਰ ਰਿਕਮੈਂਡੇਸ਼ਨ ਜਾਂਦੇ ਹੋ ਤਾਂ ਤੁਹਾਨੂੰ 4500 ਰੁਪਏ ਖਰਚਣੇ ਪੈਣੇ ਆ। ਤੇ ਇੱਕ ਘਰ ਦੇ ਵਿੱਚ ਅਗਰ 5-6 ਜੀ ਹੋ ਗਏ ਤਾਂ ਫਿਰ ਸਿੱਧਾ ਸਾਰੀ ਤਨਖਾਹ ਹੀ ਮੈਨੂੰ ਲੱਗਦਾ ਉਹਨਾਂ ਦੀ ਵਿਚਾਰਿਆਂ ਦੀ ਟੈਸਟ ਵਿੱਚ ਹੀ ਚਲ ਜਾਣੀ ਆ। ਤਰਨ, ਇਮੈਜਿਨ ਕਰੋ ਵੀ ਜੇ ਸਰਕਾਰ ਨੇ ਇਹ ਫ੍ਰੀ ਕੀਤਾ ਹੁੰਦਾ ਕਿਸੇ ਹਿਸਾਬ ਦੇ ਵਿੱਚ, ਤਾਂ ਕੋਵਿਡ ਦਾ ਇੰਨਾ ਜ਼ਿਆਦਾ ਵਧਣਾ ਨਹੀਂ ਸੀਗਾ। ਰੀਜ਼ਨ, ਹਰੇਕ ਨੇ ਟੈਸਟ ਕਰਾਉਣਾ ਸੀਗਾ, ਹਰੇਕ ਪਰਿਵਾਰ ਦੇ ਵਿੱਚ 1 ਜਾਂ 2 ਜੀ, ਕਈ 1 ਜੀ ਨੂੰ ਹੋ ਸਕਦਾ, ਤਾਂ ਬਾਕੀ ਦੇ ਜੀਆਂ ਦੇ ਨਾਲੋਂ ਉਹ ਆਈਸੋਲੇਟ ਕੀਤਾ ਜਾ ਸਕਦਾ ਸੀ। ਪਰ ਉਹਨੂੰ ਆਲਰੇਡੀ ਹੈਗਾ, ਉਹਦੇ ਕੋਲ ਪੈਸੇ ਹੈ ਨਹੀਂ ਕਿ ਉਹ ਇਹ ਉਡੀਕਦਾ ਕਿ ਡਾਕਟਰ ਰਿਕਮੈਂਡ ਕਰੇ, ਇਨ ਦਾ ਮੀਨ ਟਾਈਮ ਬਾਕੀ ਪਰਿਵਾਰ ਨੂੰ ਵੀ ਹੋ ਜਾਏਗਾ। ਸੋ ਇਹਦੇ ਨਾਲ ਚੀਜ਼ ਵੱਧ ਰਹੀ ਹੈ। ਅਖੀਰ ਇਟਸ ਇਨਕਰੀਜ਼ਿੰਗ ਇਨ ਨੰਬਰਸ। ਦੈਟਸ ਵਾਈ ਸਰਕਾਰ ਨੂੰ ਇਹਦੇ ਬਾਰੇ ਬਹੁਤ ਛੇਤੀ ਸੋਚਣ ਦੀ ਲੋੜ ਆ। ਇਹ ਨਹੀਂ ਹੈ ਵੀ 2 ਹਫ਼ਤੇ ਅਸੀਂ ਬੰਦ ਕਰਤਾ, ਤਾਲੀ ਵਜਾਓ ਤੇ ਥਾਲੀ ਵਜਾਓ ਕਰਤਾ, ਮੋਮਬੱਤੀਆਂ ਜਗਾਓ, ਇਹੋ ਜਿਹਾ ਕੋਈ ਕਰਤਾ, ਥਾਂ ਤੇ ਲੋਕਾਂ ਨੇ ਪਟਾਕੇ ਚਲਾਤੇ। ਅਜਿਹਾ ਕੁਛ ਕਰਨ ਦੀ ਥਾਂ ਤੇ ਸਰਕਾਰ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ। ਇਮੈਜਿਨ ਕਰੋ ਕਿੰਨਾ ਪੈਸਾ ਉਹ ਤੇ ਵੇਸਟ ਕੀਤਾ ਹੋਏਗਾ, ਜਿਹੜਾ ਤਾਲੀ ਥਾਲੀ ਵਜੇ ਕੀਤਾ ਹੈਗਾ। ਤੁਸੀਂ ਉਹ ਪੈਸਾ ਕਿਉਂ ਨਹੀਂ ਦਵਾਈਆਂ ਤੇ ਲਾਉਂਦੇ, ਕਿਉਂ ਨਹੀਂ ਲੋਕਾਂ ਦੇ ਟੈਸਟ ਦੇ ਉੱਤੇ ਲਾਉਂਦੇ? ਅਜਿਹਾ ਤੁਸੀਂ ਕਰਦੇ ਹੋ, ਅਵੇਅਰਨੈਸ ਕਰਨੀ ਹੈ, ਤੁਸੀਂ ਲੋਕਾਂ ਨੂੰ ਦਵਾਈ ਦੇ ਵਿੱਚ ਫਾਇਦਾ ਦਿਓ, ਨਾ ਕਿ ਖੜਕਾ ਦੜਕਾ ਕਰਕੇ ਉਹਦੇ ਵਿੱਚ ਕੁਝ ਕਰੋ। ਬਿਲਕੁਲ ਜੀ, ਮਨ ਕੀ ਬਾਤ ਦੇ ਵਿੱਚ ਉਹਨਾਂ ਨੂੰ ਸਗੋਂ ਹੁਣ ਹਰ ਰੋਜ਼ ਆ ਕੇ ਆਪਣੇ ਨਾਗਰਿਕਾਂ ਦੇ ਰੂਬਰੂ ਹੋਣਾ ਚਾਹੀਦਾ। ਸਰਕਾਰ ਕੀ ਕਦਮ ਚੁੱਕ ਰਹੀ ਹੈ, ਥੋੜੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਆ। ਮਹੀਨੇ ਬਾਅਦ ਆਉਂਦੇ ਹੋ, 10 ਦਿਨਾਂ ਬਾਅਦ ਤੁਸੀਂ ਆਉਂਦੇ ਹੋ, ਥੋੜੀ ਬਹੁਤ 2-4 ਗੱਲਾਂ ਇੱਧਰ ਉੱਧਰ ਦੀਆਂ ਕੀਤੀਆਂ ਤੇ ਚਲ ਜਾਂਦੇ ਹੋ। ਹੁਣ ਯੋਗਾ ਦਿਵਸ ਆ ਰਿਹਾ ਤਾਂ ਯੋਗ ਡੇ ਮਨਾਉਣਾ ਸ਼ੁਰੂ ਕਰ ਦੇਣਾ ਆ। ਸੋ ਜਿਹੜੀਆਂ ਮੇਨ ਗੱਲਾਂ ਨੇ ਉਹਦੇ ਬਾਰੇ ਵਿੱਚ ਜਨਤਾ ਨੂੰ ਕੋਈ ਨਹੀਂ ਗੱਲ ਕਰ ਰਹੇ ਵੀ ਇੰਨੇ ਪੈਸੇ ਸਰਕਾਰ ਦੇ ਖਾਤੇ ਵਿੱਚ ਹੁਣ ਤੱਕ ਆ ਚੁੱਕੇ ਆ, ਇੰਨੇ ਵੰਡੇ ਜਾ ਚੁੱਕੇ ਆ, ਇੱਥੇ ਪੈਸੇ ਲਗਾਏ ਗਏ ਆ, ਇਹਦੇ ਬਾਰੇ ਕੋਈ ਗੱਲ ਨਹੀਂ ਹੁੰਦੀ। ਸਰ, ਹੁਣ ਗੁਆਂਢੀ ਮੁਲਕ ਪਾਕਿਸਤਾਨ ਦੀ ਗੱਲ ਕਰ ਲਈਏ, ਭਾਰਤ ਦੇ ਗੁਆਂਢੀ ਮੁਲਕ ਦੀ, ਜਿਸ ਵੇਲੇ ਇਮਰਾਨ ਖਾਨ ਉੱਥੋਂ ਦੇ ਪ੍ਰਧਾਨ ਮੰਤਰੀ ਬਣੇ ਸੀ ਤਾਂ ਬਹੁਤ ਉਮੀਦਾਂ ਕੀਤੀਆਂ ਜਾ ਰਹੀਆਂ ਸੀ। ਕਰਤਾਰਪੁਰ ਕੋਰੀਡੋਰ ਖੁੱਲਿਆ, ਪਾਕਿਸਤਾਨ ਦੀ ਇੱਕ ਨੁਹਾਰ ਬਦਲਣ ਦੀ ਗੱਲ ਹੋ ਰਹੀ ਸੀ। ਪਰ ਹੁਣ ਦੇਖਿਆ ਜਾ ਰਿਹਾ ਕਿ ਜਿਸ ਪ੍ਰਕਾਰ ਨਾਲ ਕਰੋਨਾ ਵਾਇਰਸ ਵਿੱਚ ਪਾਕਿਸਤਾਨ ਦੀ ਵੀ ਜਿਹੜੀ ਪਕੜ ਢਿੱਲੀ ਰਹੀ ਹੈ ਤੇ ਉੱਥੇ ਲਗਾਤਾਰ ਕੇਸ ਵਧ ਰਹੇ ਨੇ, ਇਕਨੋਮੀ ਬਿਲਕੁਲ ਡਾਊਨ ਜਾ ਚੁੱਕੀ ਹੈ। ਇਮਰਾਨ ਖਾਨ ਦੇ ਇਸ ਵਕਤ ਸੱਤਾ ਸੰਭਾਲਣ ਦੇ ਉੱਤੇ ਕੁਐਸਚਨ ਮਾਰਕ ਬਣਦਾ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਆਰਮੀ ਨੇ ਆਪਣੀ ਪਕੜ ਹੁਣ ਉੱਥੇ ਮਜ਼ਬੂਤ ਕਰ ਲਈ ਹੈ। ਤਰਨ, ਜਿਹੜਾ ਪਾਕਿਸਤਾਨ ਦਾ ਸਿਸਟਮ ਹੈ, ਜਿਹੜੇ ਸਾਡੇ ਪਾਕਿਸਤਾਨੀ ਭਰਾ ਆਪਣਾ ਪ੍ਰੋਗਰਾਮ ਦੇਖਦੇ ਨੇ, ਜਿਹੜਾ ਪਾਕਿਸਤਾਨ ਆ ਉਹਦੇ ਵਿੱਚ ਹੁਣ ਤੱਕ ਜਦੋਂ ਦੇ ਆਜ਼ਾਦ ਹੋਇਆ, ਬਹੁਤਾ ਸਮਾਂ ਉੱਥੇ
ਜਿਹੜੀ ਮਿਲਟਰੀ ਗਵਰਨਮੈਂਟ ਰਹੀ ਹੈ, ਮਿਲਟਰੀ ਦੇ ਕੰਟਰੋਲ ਰਿਹਾ, ਔਰ ਜੇ ਕਿਤੇ ਸਿਵਲਿਅਨ ਗਵਰਨਮੈਂਟ ਵੀ ਹੈਗੀ ਹੈ ਤਾਂ ਵੀ ਉਹਦੇ ਉੱਤੇ ਉਸ ਸਿਵਲਿਅਨ ਗਵਰਨਮੈਂਟ ਨੂੰ ਮਿਲਟਰੀ ਦੇ ਨਾਲ ਰਲ ਕੇ ਚੱਲਣਾ ਪੈਂਦਾ, ਕਿਉਂਕਿ ਮਿਲਟਰੀ ਉੱਥੇ ਸਟਰੋਂਗ ਹੀ ਨਹੀਂ ਜਾਂਦੀ ਹੈ। ਸੈਕੰਡ, ਇਮਰਾਨ ਖਾਨ ਸਾਹਿਬ ਕਾਈਂਡ ਆਫ ਫੇਲ ਹੋਏ ਨੇ। ਕਿਉਂ ਹੋ ਰਹੇ ਨੇ? ਦ ਸਿਸਟਮ ਇਜ਼ देयर। ਜਿਹੜਾ ਸਿਸਟਮ ਹੈ, ਸਾਰੇ ਸਿਸਟਮ ਨੂੰ ਦੁਬਾਰੇ ਓਵਰਹਾਲ ਕਰਨਾ, ਇਮਾਨਦਾਰੀ ਲੈ ਕੇ ਆਉਣਾ, ਜਿੱਥੇ ਕਿ ਬੇਈਮਾਨੀ ਇੰਨੀ ਜ਼ਿਆਦਾ ਵਧੀ ਹੋਈ ਹੈਗੀ ਆ, ਉਹ ਇਟਸ ਨਾਟ ਈਜ਼ੀ ਟੂ ਡੂ ਦੈਟ। ਇਮਰਾਨ ਸਾਹਿਬ ਨੇ ਆਪ ਹੋ ਸਕਦਾ ਇਹ ਇਮਾਨਦਾਰ ਹੋਣਗੇ, ਹੋ ਸਕਦਾ ਇਹਨਾਂ ਦੇ ਨੇੜੇ ਤੇੜੇ ਦੇ ਇਮਾਨਦਾਰ ਹੋਣਗੇ, ਪਰ ਸਾਰੀ ਜਿਹੜੀ ਇਮਾਨਦਾਰੀ ਹੈ ਉੱਪਰੋਂ ਤੋਂ ਲੈ ਕੇ ਥੱਲੇ ਤੱਕ ਨਹੀਂ ਹੈਗੀ ਆ। ਸੋ ਇਹ ਫੇਲਿਅਰ ਹੋਣ ਦਾ ਇੱਕ ਬਹੁਤ ਵੱਡਾ ਕਾਰਨ ਹੈ। ਅਜਿਹੀਆਂ ਥਾਵਾਂ ਤੇ ਇਹ ਤਾਂ ਸਾਡੇ ਦਿਲ ਚੋਂ ਜਿਹੜਾ ਸਾਡਾ ਸਿਟੀਜ਼ਨ ਹੈਗਾ ਉਹਦੇ ਮਨ ਚ ਜਦੋਂ ਇਹ ਸ਼ੁਰੂ ਹੋਏਗੀ, ਹਾਲਾਂਕਿ ਜਿਹੜੇ ਸਾਡੇ ਲੀਡਰ ਹੈ, ਇਮਰਾਨ ਸਾਹਿਬ ਨੇ, ਇਹਨਾਂ ਨੇ ਜਿਹੜੀ ਲੀਡਰਸ਼ਿਪ ਸ਼ੋਅ ਕੀਤੀ ਆ, ਇਮਾਨਦਾਰੀ ਸ਼ੋਅ ਕੀਤੀ ਆ, ਉਹਦੇ ਨਾਲ ਥੱਲੇ ਬਾਕੀ ਦੀ ਜਨਤਾ ਤੇ ਅਸਰ ਪੈਣਾ ਚਾਹੀਦਾ ਸੀ। ਪਰ ਜਿਹੜੇ ਥੱਲੇ ਲੋਕ ਕੰਟਰੋਲ ਕਰਦੇ ਆ ਨਾ, ਜਿਹੜੇ ਅਫਸਰਸ ਨੇ, ਜਿਹੜੀ ਇਹ ਅਫਸਰਸ ਐਸੀ ਸਰਕਾਰ ਹੈ ਜਿਹੜੀ ਕਦੇ ਬਦਲਦੀ ਨਹੀਂ ਹੈ, ਜਿਹੜੀ ਹੈਗੀ ਹੈ ਨਾ, ਜਿੰਨੇ ਵੀ ਡਿਪਲੋਮੈਟਸ ਨੇ ਥੱਲੇ ਜਿਹੜੇ ਲੋਕ ਹੈਗੇ ਨੇ, ਉਹ ਬਦਲਦੇ ਨਹੀਂ ਆ, ਉੱਪਰਲੀਆਂ ਬਦਲਦੇ ਰਹਿੰਦੇ ਨੇ। ਉਹ ਸਰਕਾਰਾਂ ਆਪਦੇ ਪਾਲਿਸੀ ਚੇਂਜ ਕਰਨ ਬਥੇਰੀਆਂ ਫਿਰਦੀਆਂ ਨੇ, ਪਰ ਜਿਹੜੇ ਥੱਲੇ ਕੰਮ ਜਿਹੜਾ ਚੱਲ ਰਿਹਾ ਹੈਗਾ ਉਹ ਉਵੇਂ ਹੀ ਚੱਲਦਾ ਰਹਿੰਦਾ। ਉਹਨੂੰ ਚੇਂਜ ਕਰਨਾ ਬਹੁਤ ਔਖਾ, ਅਨਲੈਸ ਜੇ ਉੱਥੇ ਕੋਈ ਸਮਝਦੇ ਜੇ ਫੌਜ ਆ ਜਾਏਗੀ ਸ਼ਾਇਦ ਉਹ ਇਹਨੂੰ ਦਰੁਸਤ ਕਰ ਦੇਵੇ। ਉਹ ਥੋੜੀ ਦੇਰ ਵਾਸਤੇ ਹੁੰਦਾ, ਮੁੜ ਕੇ ਫਿਰ ਉਹ ਜਿਹਾ ਹਾਲ ਹੋਣ ਲੱਗ ਜਾਂਦਾ। ਪਰ ਫੌਜ ਦੀ ਉੱਥੇ ਦਖਲ ਅੰਦਾਜ਼ੀ ਵੀ ਹਰ ਪਾਰਟੀ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ। ਸਰ ਅਗਲੀ ਖਬਰ ਦੀ ਅਸੀਂ ਗੱਲ ਕਰੀਏ ਤਾਂ ਸਰ ਪੋਲ, ਅੱਜ ਕੱਲ੍ਹ ਪੋਲ ਟੈਸਟਿੰਗ ਬਹੁਤ ਜ਼ਿਆਦਾ ਸੁਰਖੀਆਂ ਵਿੱਚ ਆਈ ਹੋਈ ਹੈ। ਆਖਿਰ ਇਹ ਪੋਲ ਟੈਸਟਿੰਗ ਹੈ ਕੀ? ਇਹ ਜਦੋਂ ਮੈਂ ਇਹਦੇ ਬਾਰੇ ਪੜ੍ਹਿਆ ਕਰਨ, ਇਕੱਲਾ ਹੈਡਿੰਗ ਸੀਗਾ, ਉਹਦੇ ਉਹ ਲੱਗਦਾ ਵੀ ਪੂਲ ਜਿਹੜਾ, ਸ਼ਾਇਦ ਪੂਲ ਜਿਹੜਾ ਵਾਟਰ ਪੂਲ ਹੈਗਾ, ਸਵਿਮਿੰਗ ਪੂਲ ਹੈਗਾ, ਕਿਉਂਕਿ ਜਿਹੜੇ ਪਬਲਿਕ ਸਵਿਮਿੰਗ ਪੂਲਸ ਹੈਗੇ ਨੇ, ਸ਼ਾਇਦ ਉਹਨਾਂ ਦੀ ਕੋਈ ਟੈਸਟਿੰਗ ਦੀ ਗੱਲ ਹੋਏਗੀ। ਉਹ ਇਸ ਤਰ੍ਹਾਂ ਹੋਏਗਾ ਕਿ ਬਹੁਤੇ ਲੋਕ ਉਹਨੂੰ ਵਰਤਦੇ ਆ ਤੇ ਉਹਦੇ ਵਾਟਰ ਨੂੰ ਟੈਸਟ ਕਰ ਲਿਆ ਜਾਵੇਗਾ। ਨੋ, ਇਟਸ ਨਾਟ ਲਾਈਕ ਦੈਟ। ਪੂਲ ਹੈਗਾ ਲੋਕਾਂ ਦਾ ਪੂਲ, ਕੁਝ ਗਿਣਤੀ ਲੋਕਾਂ ਦੀ। ਉਹਦੇ ਚ ਇਹ ਮਿਸਟਰ ਵਿਵੇਕ ਨੇ ਜੀ, ਸ਼ਾਇਦ ਉਹਨਾਂ ਦਾ ਨਾਮ, ਆਪਣੇ ਟੋਰਾਂਟੋ ਦੇ ਵਿੱਚ ਡਾਕਟਰ ਨੇ, ਉਹਨਾਂ ਨੇ ਇਹਦੇ ਬਾਰੇ ਦੱਸਿਆ। ਉਹ ਚੀਜ਼ ਇਹ ਹੈ ਕਿ ਮੰਨ ਲਓ ਇੱਕ 15, 20, 50 ਬੰਦਿਆਂ ਦਾ ਪੂਲ ਬਣਾ ਲਿਆ, ਉਹਨਾਂ ਸਾਰਿਆਂ ਤੋਂ ਕੋਵਿਡ ਦੇ ਸੈਂਪਲਸ ਲੈ ਲਏ ਗਏ, ਔਰ ਜੇ ਕੱਲਾ ਸੈਂਪਲ ਚੈੱਕ ਕਰਨਾ ਤਰਨ, ਉਹਨੂੰ ਟਾਈਮ ਬੜਾ ਲੱਗਦਾ, ਉਹ ਕਾਸਟ ਬੜਾ ਕਰਦਾ। ਔਰ ਉਹਨਾਂ ਨੇ ਉਹ ਜਿਹੜੇ ਮੰਨ ਲਓ 20 ਬੰਦੇ ਹੈਗਾ, ਉਹਨਾਂ ਦਾ ਸਾਰੇ ਸੈਂਪਲ ਇਕੱਠੇ ਚੈੱਕ ਕਰ ਲੈਣੇ। ਜੇ ਉਹਨਾਂ ਦੇ ਵਿੱਚੋਂ ਕਿਤੇ ਇੱਕ ਸੈਂਪਲ ਪੋਜ਼ਿਟਿਵ ਆ ਗਿਆ ਤਾਂ ਉਹਨਾਂ ਨੂੰ ਦੁਬਾਰੇ ਚੈੱਕ ਕਰਨਾ। ਜੇ ਉਹਨਾਂ ਚੋਂ ਕੋਈ ਵੀ ਪੋਜ਼ਿਟਿਵ ਨਹੀਂ ਆਇਆ ਤਾਂ ਇਟ ਮੀਨਸ ਉਹ 50 ਬੰਦੇ ਠੀਕ ਨੇ ਜੀ। ਸੋ ਕੱਲੇ ਦਾ ਚੈੱਕ ਨਹੀਂ ਕਰਨਾ ਪਿਆ। ਇਹਨੂੰ ਪੂਲ, ਇਹਨੂੰ ਇਹ ਸ਼ਬਦਾਂ, ਹਾਂਜੀ, ਇਸ ਸ਼ਬਦਾਵਲੀ ਵਰਤੀ ਗਈ ਹੈ। ਔਰ ਇਸ ਕਰਕੇ ਇਹ ਜਿਹੜਾ ਪੂਲ ਫੈਕਟਰ ਹੈਗਾ ਉਹ ਇਸ ਹਿਸਾਬ ਦੇ ਵਿੱਚ ਕੰਮ ਕਰਦਾ। ਔਰ ਇਹਦੇ ਚ ਇੱਕ ਤਾਂ ਤੇਜ਼ੀ ਆਉਂਦੀ ਹੈ ਟੈਸਟ ਕਰਨ ਦੇ ਵਿੱਚ, ਦੂਸਰਾ ਇਹ ਜਿਹੜਾ ਫਾਈਨੈਂਸ਼ਲੀ ਇਹ ਸਸਤਾ ਪੈਂਦਾ ਹੈਗਾ। ਚਾਹੇ ਸਰਕਾਰਾਂ ਹੀ ਪੈਸੇ ਦੇ ਰਹੀਆਂ ਨੇ, ਪਰ ਪੈਸੇ ਕਿਸੇ ਨੇ ਤਾਂ ਲਾਉਣੇ ਹੈਗੇ ਆ ਨਾ। ਸੋ ਇਹ ਜਿਹੜੀ ਪੂਲ ਟੈਸਟਿੰਗ ਹੈਗੀ ਆ, ਇਹਦੇ ਵਿੱਚ ਇਹ ਨਵਾਂ ਸਿਸਟਮ ਚੱਲਿਆ ਇਸ ਵੇਲੇ ਆਪਣੇ ਇੰਟਰਵਿਊ ਦੇ ਵਿੱਚ ਸ਼ੁਰੂ ਹੋ ਗਿਆ ਜੀ। ਜੀ ਬਿਲਕੁਲ। ਤੇ ਸਰ ਹੁਣ ਤੁਹਾਡਾ ਇੰਟਰਸਟਿੰਗ ਫੈਕਟ ਦਾ ਵੀ ਸਮਾਂ ਆ ਗਿਆ, ਪਰ ਉਸ ਤੋਂ ਪਹਿਲਾਂ ਆਪਾਂ ਕਈ ਗੱਲ ਹਜੇ ਖਬਰਾਂ ਆਪਣੀਆਂ ਰਹਿ ਗਈਆਂ ਜਿਨ੍ਹਾਂ ਦੇ ਉੱਤੇ ਆਪਾਂ ਵਿਚਾਰ ਚਰਚਾ ਹਜੇ ਕਰਨੀ ਸੀ। ਤੇ ਜਿਹੜੇ ਹੁਣ ਇਸ ਵਕਤ ਆਪਣੇ ਫੇਸਬੁੱਕ ਤੇ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵੀ ਰੂਬਰੂ ਹੋ ਜਾਈਏ। ਬਿਲਕੁਲ ਜੀ, ਬਿਲਕੁਲ ਜੀ। ਇਸ ਵਕਤ ਸਾਡੇ ਨਾਲ ਜਿਹੜਾ ਪ੍ਰੋਗਰਾਮ ਫੇਸਬੁੱਕ ਤੇ ਦੇਖ ਰਹੇ ਨੇ ਦਰਸ਼ਕ, ਤੇ ਨਾਲ ਦੀ ਨਾਲ ਆਪਣੇ ਜਿਹੜੇ ਆ ਕਾਲ ਦੀ ਜਗ੍ਹਾ ਕਮੈਂਟਸ ਦੇ ਜ਼ਰੀਏ ਆਪਣੇ ਵਿਚਾਰ ਰੱਖਦੇ ਨੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਫੇਸਬੁੱਕ ਤੇ ਸਾਡੇ ਨਾਲ ਜੁੜੇ ਹੋਏ ਨੇ ਜੀ ਭੂਪੇਸ਼ ਗੋਇਲ, ਰਾਜੂ ਭੋਗਪੁਰੀਆ, ਬਿੱਟੂ ਨੌਰੀਆ, ਵੀਰਪਾਲ ਬਰਾੜ, ਮਧੂ ਥਾਪਰ, ਮਨਜੀਤ ਸਿੰਘ, ਗੁਰਵਿੰਦਰ ਸਿੰਘ, ਕੁਲਜਿੰਦਰ ਜੋਹਲ, ਅਮਰਜੀਤ ਕੌਰ, ਹਰਸ਼ ਸਿੰਘ, ਰਮਨ ਰਖੜਾ, ਮਿਨੀ ਕੌਰ, ਸੇਵਾ ਸਿੰਘ, ਬਲਜੀਤ ਕੌਰ, ਅਨਿਲ ਨਖਵਾਲ, ਕੁਮਾਰ ਰਮਨ, ਗੁਰਪਾਲ ਸਿੰਘ ਧਰਨੀ, ਨਿਰਮਲ ਥਾਂਦੀ, ਰੁਪਿੰਦਰ ਬਾਜਵਾ, ਵਿੰਕੀ, ਮਨਦੀਪ ਪੂਨੀਆ, ਨਿਰਮਲ ਸਿੰਘ ਰੱਤਾ, ਅਪਰਪ੍ਰੀਤ ਸਿੰਘ, ਹੈਪੀ ਸੰਧੂ, ਰੁਪਿੰਦਰ ਬਾਜਵਾ ਜੀ ਨੇ ਕੁਝ ਮੈਸੇजेस ਛੱਡੇ ਹੋਇਆ ਜੀ। ਅਸੀਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਤੁਹਾਡਾ ਜ਼ਰੂਰ ਰਿਪਲਾਈ ਕਰਾਂਗੇ। ਦਵਿੰਦਰ ਬੱਚੂ, ਜਸਵਿੰਦਰ ਗਰੇਵਾਲ, ਸੁਸ਼ਮਾ ਵਾਲੀਆ, ਸੌਰਵ ਟੰਡਨ, ਕੁਮਾਰ ਰਮਨ, ਇੰਦਰ ਸਿੰਘ ਰੰਦਾਵਾ, ਸਰਬ ਸਿੰਘ, ਗੁਰਪ੍ਰੀਤ ਕੌਰ ਸਿੱਧੂ, ਗੁਰਵਿੰਦਰ ਸਿੰਘ, ਦਮਨ ਸਿੰਘ, ਮਨਜੀਤ ਰੰਦਾਵਾ ਤੇ ਰੇਸ਼ਮ ਬਰਾੜ। ਥੈਂਕ ਯੂ ਸੋ ਮਚ ਜੀ। ਪ੍ਰੋਗਰਾਮ ਦੇਖਦੇ ਹੋ ਤੁਸੀਂ, ਪ੍ਰੋਗਰਾਮ ਦੇ ਬਾਰੇ ਵਿੱਚ ਜਾਣਕਾਰੀ ਕੋਈ ਹੋਰ ਹਾਸਲ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ। ਕੋਸ਼ਿਸ਼ ਕਰਾਂਗੇ ਕੁਝ ਸੁਧਾਰ, ਜੇਕਰ ਚਾਹੁੰਦੇ ਹੋ ਤਾਂ ਕੁਝ ਸੁਧਾਰ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਇੱਕ ਸੁਧਾਰ ਜ਼ਰੂਰ ਆਇਆ ਕਿ ਜਿਹੜੇ ਅਸੀਂ ਹੈਡਲਾਈਨਸ ਪਾਉਂਦੇ ਹਾਂ ਉਹਦੀ ਦੀ ਟਾਈਮਿੰਗ ਥੋੜੀ ਜਿਹੀ ਸਲੋ ਕੀਤੀ ਜਾਵੇ ਕਿ ਉਹ ਕੰਪਲੀਟਲੀ ਪੜ੍ਹੇ ਨਹੀਂ ਜਾਂਦੇ। ਸੋ ਨੈਕਸਟ ਟਾਈਮ ਤੋਂ ਉਹਦੇ ਉੱਤੇ ਅਸੀਂ ਜ਼ਰੂਰ ਅਮਲ ਕਰਾਂਗੇ। ਸੋ ਸਰ ਕੀ ਕਹਿਣਾ ਚਾਹੋਗੇ? ਤੇ ਟਾਈਮ ਹੈ ਤੁਹਾਡੇ ਹੁਣ ਇੰਟਰਸਟਿੰਗ ਫੈਕਟ ਜਾਣਨ ਦਾ।
ਤਰ੍ਹਾਂ ਥੈਂਕ ਯੂ ਜਿਹੜੇ ਆਪਾਂ ਨੂੰ ਸੁਝਾਅ ਦੇ ਰਹੇ ਜੀ। ਦੇਖੋ ਆਪਣੇ ਦਰਸ਼ਕਾਂ ਦਾ ਪ੍ਰੋਗਰਾਮ ਹੈ, ਜਿਵੇਂ ਆਪਾਂ ਨੂੰ ਸੁਝਾਅ ਦੇਣਗੇ ਆਪਾਂ ਵੀ ਵਿਲ ਟਰਾਈ ਟੂ ਚੇਂਜ ਇਟ, ਕੋਸ਼ਿਸ਼ ਕਰਾਂਗੇ ਅੱਗੇ ਨਾਲ ਵੀ ਵਧੀਆ ਕੀਤਾ ਜਾਵੇ। ਜਿਹੜੇ ਅੱਜ ਮੈਂ ਸ਼ਖਸੀਅਤ ਦੀ ਗੱਲ ਕਰਨ ਜਾ ਰਿਹਾ ਜੀ, ਸ਼ਖਸੀਅਤ ਕੱਲ ਵੀ ਗੱਲ ਕੀਤੀ ਸੀ, ਪੁੱਛ ਰਿਹਾ ਸੀ ਮੈਂ, ਹੌਲੀ ਹੌਲੀ ਹਿੰਟ ਦੇਵਾਂਗਾ, ਜੇ ਤਾਂ ਪੁੱਜੋਗੇ ਤਾਂ ਬਹੁਤ ਚੰਗੀ ਗੱਲ ਹੈ। ਇਹ ਸ਼ਖਸੀਅਤ ਅਡਾਪਟਡ ਕੀਤੀ ਹੈ ਜੀ, ਮੈਂ ਅਮਰੀਕਨ ਬੰਦੇ ਦੀ ਗੱਲ ਕਰ ਰਿਹਾ ਜੀ, ਅਡਾਪਟ ਕੀਤਾ ਗਿਆ ਸੀਗਾ। ਇਹਦੇ ਪੇਰੈਂਟਸ ਦੀ ਪਤਾ ਨਹੀਂ ਗੱਲ ਕੀ ਸੀਗੀ। ਸੋ ਜਿਹੜੇ ਪਰਿਵਾਰ ਦੇ ਵਿੱਚ ਗਿਆ, ਇਹਨੇ 12 ਸਾਲ ਦੀ ਉਮਰ ਵਿੱਚ ਪਹਿਲਾਂ ਇਹਨੇ ਆਪਣਾ ਪਹਿਲੀ ਜੌਬ ਸ਼ੁਰੂ ਕੀਤੀ, ਤੇ ਜਦੋਂ ਡਰਾਫਟ ਹੋਇਆ ਇਹਨੇ ਸਕੂਲਿੰਗ ਛੱਡ ਦਿੱਤੀ। ਜਦੋਂ ਮਿਲਟਰੀ ਦਾ ਡਰਾਫਟ ਹੋਇਆ ਵੀਅਤਨਾਮ ਵਾਰ ਦਾ, ਉਹਦੇ ਵਿੱਚ ਇਹਨੇ ਆਪਦੇ ਆਪ ਨੂੰ ਪੇਸ਼ ਕੀਤਾ। ਉਦੋਂ ਇਹਨੂੰ ਕਿਸੇ ਕਿਚਨ ਦੇ ਵਿੱਚ ਕੰਮ ਕਰਨਾ ਪਿਆ। ਕੰਮ ਕਰਦਾ ਕਰਦਾ ਉੱਥੇ ਕਿਚਨ ਦਾ ਕੰਮ ਸਿੱਖਿਆ ਜੀ। ਅਖੀਰ ਇਹ ਕਿਸੇ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਲੱਗ ਪਿਆ। ਜਿੱਥੇ ਰੈਸਟੋਰੈਂਟ ਕੰਮ ਕਰਦਾ ਸੀਗਾ, ਉਸ ਸ਼ਹਿਰ ਦੇ ਵਿੱਚ ਕੰਟੱਕੀ ਫਰਾਈਡ ਚਿਕਨ ਦਾ ਜਿਹੜਾ ਓਨਰ ਸੀਗਾ ਉਹ ਆਇਆ, ਤੇ ਉਹ ਆਪਦੀ ਫਰੈਂਚਾਈਜ਼ ਉਹਨਾਂ ਦਿਨਾਂ ਦੇ ਵਿੱਚ ਵੇਚਣ ਲੱਗਿਆ ਸੀਗਾ। ਇਹਨੇ ਆਪਦੇ ਰੈਸਟੋਰੈਂਟ ਵਾਲਿਆਂ ਨੂੰ ਕਿਹਾ ਕਿ ਤੁਸੀਂ ਇਉਂ ਕਰੋ, ਇਹ ਫਰੈਂਚਾਈਜ਼ ਲੈ ਲਓ। ਉਹ ਫਰੈਂਚਾਈਜ਼ ਲੈ ਲਈ। ਫਿਰ ਇਹਨੇ ਕੰਟੱਕੀ ਫਰਾਈਡ ਚਿਕਨ ਵਾਸਤੇ ਕੰਮ ਕੀਤਾ, ਬਹੁਤ ਦੇਰ ਵਾਸਤੇ ਕੰਮ ਕੀਤਾ ਜੀ। ਇਸ ਕੰਮ ਨੂੰ ਸਿੱਖਣ ਕਰਕੇ ਇਹਨੇ ਫਿਰ ਅਖੀਰ ਐਸਾ ਹਾਲਾਤ ਆਏ ਕਿ ਇਹਦਾ ਉਹਦੇ 'ਚ ਸ਼ੇਅਰ ਪਾਇਆ ਹੋਇਆ ਸੀਗਾ। ਸਮਾਂ ਐਸਾ ਆ ਕਿ ਇਹਨੇ ਉਹਨਾਂ ਦਿਨਾਂ ਦੇ ਵਿੱਚ 1.8 ਮਿਲੀਅਨ ਦੇ ਸ਼ੇਅਰਸ ਵੇਚਤੇ ਕੰਟੱਕੀ ਫਰਾਈਡ ਚਿਕਨ ਨੂੰ ਵਾਪਸ, ਤੇ ਉਹ ਸ਼ੇਅਰ ਦੇ ਨਾਲ ਉਹਨੇ ਇੱਕ ਆਪਦੀ ਰੈਸਟੋਰੈਂਟ ਦੀ ਨਵੀਂ ਚੇਨ ਸ਼ੁਰੂ ਕੀਤੀ। ਉਹ ਚੇਨ ਦੇ ਵਿੱਚ ਇਸ ਬੰਦੇ ਨੇ ਅਖੀਰ 800 ਤੋਂ ਉੱਪਰ ਇਹਦੀਆਂ ਕਮਰਸ਼ੀਅਲਸ ਆਈਆਂ ਨੇ। ਪਹਿਲੀਆਂ ਜਿਹੜੀਆਂ ਕਮਰਸ਼ੀਅਲ ਸੀਗੀਆਂ ਉਹਦੇ 'ਚ ਬੜਾ ਇਹ ਸੁਸਤ ਲੱਗਦਾ ਸੀ, ਬੜਾ ਸਖਤ ਲੱਗਦਾ ਸੀ ਰਵੱਈਆ ਦਾ ਕਿਵੇਂ ਦਾ, ਪਰ ਹੌਲੀ ਹੌਲੀ ਐਸਾ ਘਰੇਲੂ ਨਾ ਹੋ ਗਿਆ। ਇਹਨੇ 10 ਸਾਲ ਉਹ ਕਮਰਸ਼ੀਅਲ ਕੀਤੀਆਂ ਜੀ, ਔਰ ਉਹਦੇ ਵਿੱਚ ਅਖੀਰ ਇਹਨੇ ਜਿਹੜੀ ਇਹਦੀ ਚੇਨ ਸੀਗੀ ਉਹ ਬਰਗਰ ਚੇਨ ਸੀ। ਦੇਖੋ ਕੋਈ ਆਇਆ ਜੀ, ਕੋਈ ਜਵਾਬ ਨਹੀਂ ਹਜੇ ਤੱਕ ਤਾਂ ਕੋਈ ਨਹੀਂ ਆਇਆ। ਅੱਛਾ ਜੀ, ਉਹ ਬਰਗਰ ਚੇਨ ਸੀਗੀ ਜੀ। ਔਰ ਉਹ ਇਸ ਵੇਲੇ ਤੀਸਰੇ, ਜਦੋਂ ਉਹ ਰਿਟਾਇਰ ਹੋਇਆ ਜੀ, ਤੀਸਰੇ ਨੰਬਰ ਤੇ ਸੀਗੀ ਬਰਗਰ ਚੇਨ US ਦੇ ਵਿੱਚ। ਤੇ ਉਹਨੇ ਮੈਂ ਇੱਕ ਹਿੰਟ ਹੋਰ ਦੇ ਦਿੰਦਾ, ਉਹਨੇ ਉਸ ਚੇਨ ਦਾ ਨਾਮ ਆਪਣੀ ਬੇਟੀ ਦੇ ਨਾਮ ਤੇ ਰੱਖਿਆ ਸੀਗਾ। ਮੈਂ ਕੁਝ ਸੈਕਿੰਡ ਦੇ ਦਿੰਦਾ ਜੇ ਕਿਸੇ ਨੂੰ ਪੁੱਛਣਾ ਹੈ, ਨਹੀਂ ਤਾਂ ਫਿਰ ਆਪਾਂ ਦੱਸ ਦਿਆਂਗੇ। ਨਹੀਂ ਜੀ, ਫਿਲਹਾਲ ਕੋਈ ਜਵਾਬ ਨਹੀਂ ਆਇਆ। ਸੋ ਸਰ ਤੁਸੀਂ ਇਹਦਾ ਰਿਵੀਲ ਕਰੋ ਆਨਸਰ। ਉਹਦਾ ਨਾਮ ਸੀਗਾ ਜੀ ਰੈਕਸ ਡੇਵਿਡ ਥਾਮਸ। ਡੇਵ ਥਾਮਸ ਕਹਿੰਦੇ ਆ ਜੀ, ਐਕਚੁਅਲੀ ਡੇਵ ਟਾਮਸ ਕਹਿੰਦੇ ਆ ਅਸੀਂ ਤਾਂ, ਆਪਾਂ ਪੰਜਾਬੀ ਆ, ਆਪਾਂ ਥੱਥਾ ਬੋਲ ਦਿੰਦੇ ਆ। ਡੇਵ ਟਾਮਸ ਸੀਗਾ ਜੀ ਉਹਦਾ ਓਨਰ, ਤੇ ਉਹਦੀ ਡੈਥ ਹੋ ਗਈ ਹੈ ਜੀ। ਵੈਂਡੀਜ਼ ਦਾ ਓਨਰ, ਜਿਹੜੇ ਬੰਦੇ ਨੇ ਵੈਂਡੀਜ਼ ਨੂੰ 0 ਤੋਂ ਸ਼ੁਰੂ ਕਰਕੇ ਤੀਜੇ ਨੰਬਰ ਦੀ ਚੇਨ ਉਹਨੇ US ਦੇ ਵਿੱਚ ਲਿਆਂਦਾ ਸੀਗਾ ਜੀ, ਡੇਵ ਟਾਮਸ। ਉਹਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ ਜੀ। ਅਜੇ ਨਹੀਂ ਕਾਫੀ ਜੀ ਜੁੜਨ ਦੇ ਲਈ, ਤੇ ਹੈਵ ਅ ਨਾਈਸ ਜਰਨੀ। ਥੈਂਕ ਯੂ ਜੀ। ਕੱਲ ਨੂੰ ਦੇਖਦੇ ਆ, ਪਤਾ ਨਹੀਂ ਕਿੱਥੋਂ ਆਪਾਂ ਗੱਲਬਾਤ ਕਰਾਂਗੇ। ਬਿਲਕੁਲ ਜੀ, ਥੈਂਕ ਯੂ ਸੋ ਮਚ ਜੀ ਪ੍ਰੋਗਰਾਮ 'ਚ ਸਾਥ ਦੇਣ ਦੇ ਲਈ। ਥੈਂਕ ਯੂ। ਸੋ ਦੋਸਤੋ, ਇਹ ਸੀ ਸਾਡਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਕੱਲ ਨੂੰ ਫੇਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਲੈ ਕੇ, ਤੇ ਟਿਕਟਸ ਨੂੰ ਲੈ ਕੇ ਬਹੁਤ ਜ਼ਿਆਦਾ ਸਾਨੂੰ ਕੁਆਰੀਜ਼ ਆ ਰਹੀਆਂ ਨੇ। ਕੋਸ਼ਿਸ਼ ਕਰਾਂਗੇ ਕੱਲ ਜਾਂ ਪਰਸੋਂ ਅਸੀਂ ਆਪਣੇ ਨਾਲ ਕਿਸੇ ਐਕਸਪਰਟ ਨੂੰ ਬਿਠਾਈਏ ਜਿਹੜੇ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ। ਕਿਵੇਂ ਤੁਸੀਂ ਟਿਕਟ ਬੁੱਕ ਕਰ ਸਕਦੇ ਹੋ, ਜੇਕਰ ਤੁਸੀਂ ਰਿਫੰਡ ਲੈਣਾ ਹੈ ਕਿਵੇਂ ਤੁਸੀਂ ਰਿਫੰਡ ਲੈ ਸਕਦੇ ਹੋ। ਸੋ 3 ਤੋਂ ਲੈ ਕੇ 4 ਵਜੇ ਤੱਕ, ਜਾਂ 6 ਤੋਂ ਲੈ ਕੇ 7 ਵਜੇ ਤੱਕ ਅਸੀਂ ਕਿਸੇ ਪ੍ਰੋਗਰਾਮ ਵਿੱਚ ਜ਼ਰੂਰ ਆਪਣੇ ਨਾਲ ਐਕਸਪਰਟ ਨੂੰ ਜੋੜਾਂਗੇ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।